कि साडे जिहड़े वड वडेरे ने उन्हां दी किते ना किते कड़ी जुड़दी है रामचंद्र नाल। उन्हें कहा रामचंद्र के जिहड़े वड्डे बेटे ने लव उतों गुरु गोबिंद सिंह महाराज जी की वंश चली है तो कुछ तो गुरु नानक साहब जी की वंश चली है। इदां दे बयान उन्होंने उत्थे दिते ने। तो एक अत कथनी नहीं, अपने नाल भाई सुखिंदर सिंह जी ददेर भी अज इस विचार गोष्ठी में शामिल ने। मैं उन्होंने बेनती कराँगा कि वो जो अज वाली सारी घटनाक्रम में वेखदे होए की महसूस करते हैं, की हालात ने। मैं भाई सुखिंदर सिंह नूं सब तो पहला स्टूडियो में जी आया आखदा, वो अपने नाल गलबात करनगे, इस वक्त वो करने। तो मैं फतेह बुलाउणा जी ਸਰੋਤਿਆਂ नाल भी वो फतेह की सांझ पालन। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। हाँ जी भाई सुखिंदर सिंह जी, तुसीं मेरे ख्याल च पोस्ट भी पाई है तो लगभग ਸਰੋਤਿਆਂ ने फेसबुक पर, क्योंकि अजकल सोशल मीडिया का युग है, सारिਆਂ ने ये पोस्ट नूं वेख भी लिया, पढ़ भी लिया। तो तुसीं भी सारी इस चीज़ नूं बड़ी तरीके नाल वाचिया। तो की महसूस करते हो कि जिहड़ा अज ये अखौती, जिहड़ा इहनूं आखण नूं तो जी नहीं करता भी अखौती ये साडे कौम के आगू किहड़े जे जिन्हां ने कौम का जलूस कढ़िया पिया, ये जिहड़ा अज बयान दिता इहदे बारे की कहना चाहोगे, दसो ਸਰੋਤਿਆਂ नूं जी। हाँ, जिन्ने भी वीर भैणा इस वेले नाल जुड़े होए आ, सब तो पहला उन्हां सारिਆਂ ਨੂੰ ਤੇ ਤੁਸੀਂ ਸਟੂਡੀਓ ਵਿੱਚ ਜਿੰਨੇ ਵੀ ਇਸ ਵੇਲੇ ਮੈਂਬਰ ਜੁੜੇ ਬੈਠੇ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਹੈ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਇਦਾਂ ਕਿ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬੜੇ ਪਤੇ ਦੀਆਂ ਗੱਲਾਂ ਸਾਡੀ ਝੋਲੀ ਪਾਈਆਂ। ਤਰਾਸਦੀ ਇਹ ਆ ਵੀ ਅਸੀਂ ਉਹ ਧਿਆਨ ਨਾਲ ਪੜ੍ਹੀਆਂ ਵਿਚਾਰੀਆਂ ਨਹੀਂ ਬਹੁਤਿਆਂ ਨੇ। ਜਿਹੜੇ ਵੀਰਾਂ ਭੈਣਾਂ ਨੇ ਪੜ੍ਹਿਆ ਹੈ, ਵਿਚਾਰਿਆ ਹੈ, ਉਹ ਪੰਥ ਦਰਦੀ ਲੰਬੇ ਸਮੇਂ ਤੋਂ ਕੂਕਦੇ ਆ ਰਹੇ ਆ, ਰੌਲਾ ਪਾਉਂਦੇ ਆ ਰਹੇ ਆ, ਸਾਵਧਾਨ ਕਰਦੇ ਆ ਰਹੇ ਆ। ਕੋਈ ਨਾ ਕੋਈ ਢੰਗ ਤਰੀਕਾ ਜਿਹੜਾ ਵਾ ਉਹ ਬਣਾਉਣ ਦਾ ਯਤਨ ਵੀ ਕਰਦੇ ਰਹਿੰਦੇ ਆ, ਗਾਏ ਬਗਾਏ। ਔਰ ਇਹ ਪਹਿਲੀ ਵਾਰੀ ਨਹੀਂ ਗਾ ਕਿ ਇਸ ਪਟਨੇ ਵਾਲੇ ਇਕਬਾਲ ਸਿੰਘ ਨੇ ਇੱਦਾਂ ਦਾ ਕੋਈ ਬਿਆਨ ਦਿੱਤਾ ਆ। ਇਹ ਪਟਨੇ ਵਾਲਾ ਪਹਿਲਾਂ ਵੀ ਜਦੋਂ ਇਹ ਜਥੇਦਾਰ ਰਿਹਾ ਉਦੋਂ ਵੀ ਇਹੋ ਜਿਹੀਆਂ ਬੇਹੂਦੀਆਂ ਗੱਲਾਂ ਬਥੇਰੀਆਂ ਕਰਦਾ ਰਿਹਾ। ਹਾਂਜੀ। ਔਰ ਹਮੇਸ਼ਾ ਵਿਵਾਦਾਂ ਦੇ ਵਿੱਚ ਰਿਹਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਾਕ ਦੀ ਗੱਲ ਕਰਨ ਲੱਗਿਆ ਸਾਂ। ਹਾਂਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵਾਕ ਬਹੁਤ ਪਿਆਰਾ ਆ। ਮਹਾਰਾਜ ਕਹਿੰਦੇ ਨੇ ਅੰਧਾ ਆਗੂ ਜੇ ਥੀਗੇ ਕਿਉਂ ਪਾਦਰ ਜਾਣੇ। ਇਹ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਂਦੇ ਆ, ਵੱਡੇ ਅਖਵਾਉਂਦੇ ਆ, ਜਥੇਦਾਰ ਅਖਵਾਉਂਦੇ ਆ। ਇੰਝ ਕਹਿ ਲਓ ਵੀ ਜੇ ਤਖਤ ਦੇ ਉੱਤੇ ਬੈਠੇ ਆ ਤਾਂ ਕੌਮ ਦੇ ਉੱਤੇ ਆਪਣੇ ਆਪ ਨੂੰ ਇਹ ਮਤਲਬ ਸਮਝਦੇ ਆ ਵੀ ਅਸੀਂ ਬਾਦਸ਼ਾਹ ਆ ਕੌਮ ਦੇ, ਕਿਉਂਕਿ ਤਖਤ ਦੇ ਉੱਤੇ ਅਸੀਂ ਬੈਠੇ ਆ, ਤਖਤ ਦੇ ਉੱਤੇ ਸਾਡੀ ਤਾਜਪੋਸ਼ੀ ਹੋਈ ਆ। ਤਾਂ ਯਕੀਨਨ ਜੇ ਤਖਤ ਦੇ ਉੱਤੇ ਬੈਠੇ ਆ ਤਾਂ ਇਹਨਾਂ ਨੂੰ ਪੂਰੀਆਂ ਉਹ ਗੱਲਾਂ, ਉਹ ਕੁਆਲਿਟੀ, ਉਹ ਗੁਣ, ਉਹ ਦੂਰਅੰਦੇਸ਼ੀ, ਉਹ ਜਜ਼ਬਾ ਆਪਣੇ ਅੰਦਰ ਪੈਦਾ ਕਰਨਾ ਚਾਹੀਦਾ ਜੋ ਇੱਕ ਆਗੂ ਦੇ ਵਿੱਚ ਹੁੰਦਾ ਆ। ਪਰ ਕਮਾਲ ਦੀ ਗੱਲ ਆ ਵੀ ਸਮੇਂ-ਸਮੇਂ ਤੇ ਪਹਿਲਾਂ ਇਹਨੇ ਇੱਕ ਅਖਬਾਰ ਦੇ ਵਿੱਚ ਵੀ ਬਿਆਨ ਦਿੱਤਾ ਸੀਗਾ ਕਿ 2016 ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਦੁਬਾਰਾ ਜਨਮ ਲੈਣਾ। ਕਦੀ ਇਹ ਕਹਿ ਦਿੰਦਾ ਕਿ ਜਿਹੜਾ ਪਟਨੇ ਵਾਲਾ ਤਖਤ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਮਹਾਨ ਆ ਤੇ ਪਹਿਲਾਂ ਦਾ ਆ, ਇਹ ਸ਼੍ਰੋਮਣੀ ਆ।
ਜੇ ਇਹਦੇ ਵਿਆਹਾਂ ਦਾ ਰੌਲਾ ਪਿਆ ਤਾਂ ਉਦੋਂ ਵੀ ਇਹਨੇ ਉੱਥੇ ਅਕਾਲ ਤਖਤ ਤੇ ਗਿਆਨੀ ਆਨੰਦਗੜ੍ਹ ਨੇ ਇਹਨੂੰ ਰੋਕਿਆ ਵੀ। ਫਿਰ ਉਸ ਵੇਲੇ ਵੀ ਇਹਨੇ ਪੁੱਠਾ ਸਿੱਧਾ ਬਿਆਨ ਦਿੱਤਾ ਸੀਗਾ। ਔਰ ਇਹ ਹਰ ਵਕਤ ਹਮੇਸ਼ਾ ਵਿਵਾਦਾਂ ਦੇ ਵਿੱਚ ਰਹਿੰਦਾ ਆ। ਹਾਂਜੀ। ਜਿੱਥੇ ਤੱਕ ਅੱਜ ਵਾਲੇ ਬਿਆਨ ਦੀ ਗੱਲ ਆ, ਵੀ ਪਹਿਲੀ ਗੱਲ ਤਾਂ ਲਗਭਗ ਸੁਚੇਤ ਸਿੱਖਾਂ ਨੇ ਇਸ ਗੱਲ ਤੋਂ ਪਹਿਲਾਂ ਹੀ ਹਾਲ ਦੁਹਾਈ ਪਾਈ ਸੀ ਕਿ ਸਾਨੂੰ ਇਸ ਮਸਲੇ ਵਿੱਚ ਉੱਥੇ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੇ ਸੱਦੇ ਪੱਤਰ ਦਿੱਤੇ ਸੀਗੇ। ਤਾਂ ਬਹੁਤ ਸਾਰੇ ਸਿੱਖਾਂ ਨੇ ਇਸ ਗੱਲ ਨੂੰ ਭਾਂਪਦਿਆਂ ਹੋਇਆਂ ਕਿ ਇਹ ਧਾਰਮਿਕ ਮਸਲਾ ਘੱਟ ਹੈ, ਰਾਜਨੀਤਿਕ ਜ਼ਿਆਦਾ ਆ। ਦੂਜਾ, ਇਹਦੇ ਚ RSS ਸਿੱਧੀ ਇਨਵੋਲਵ ਆ। ਹਾਂਜੀ। ਇਸ ਕਰਕੇ ਇਹਨਾਂ ਕੰਮਾਂ ਤੋਂ ਬਚਾ ਹੀ ਰੱਖਿਆ ਜਾਏ। ਤੀਜਾ ਮਸਲਾ ਸੀਗਾ ਵੀ ਇਹ ਕਿਉਂਕਿ ਮੁਸਲਮਾਨਾਂ ਨਾਲ ਝਗੜੇ ਵਾਲਾ ਮਸਲਾ ਆ, ਵੀ ਜਿਹੜੇ ਹਾਲਾਤਾਂ 'ਚ ਇਹਨਾਂ ਨੇ ਮੰਦਿਰ ਬਣਾਉਣ ਵਾਲਾ ਮਸਲਾ ਇਸ ਵੇਲੇ ਸਾਹਮਣੇ ਲਿਆਂਦਾ, ਹਾਂਜੀ, ਜਾਂ ਜਿੱਦਾਂ ਇਹ ਫੈਸਲਾ ਹੋਇਆ ਜਾਂ ਜੋ ਕੁਝ ਵਾਪਰਿਆ 1992 ਤੋਂ ਲੈ ਕੇ ਲਗਾਤਾਰ, ਤਾਂ ਇਹ ਸਾਰਾ ਕੁਝ ਵਿਚਾਰਦਿਆਂ ਸਿਆਣੇ ਸਿੱਖਾਂ ਨੇ ਇਸ ਗੱਲ ਤੋਂ ਗੁਰੇਜ਼ ਕੀਤਾ ਔਰ ਦੂਜਿਆਂ ਨੂੰ ਵੀ ਸਾਵਧਾਨ ਕੀਤਾ ਕਿ ਇਸ ਮਸਲੇ ਤੋਂ ਪਾਸੇ ਰਹੋ, ਆਪਾਂ ਨੂੰ ਇਹਦੇ 'ਚ ਉਲਝਣ ਦੀ ਲੋੜ ਨਹੀਂ, ਬਚ ਕੇ ਰਹੋ। ਪਰ ਫਿਰ ਵੀ ਕੁਝ ਜਿਹੜੇ ਡੋਗਰਾ ਕਿਸਮ ਦੇ ਬੰਦੇ ਆ, ਇਹ ਉੱਥੇ ਗਏ ਆ। ਔਰ ਇਹ ਇਕੱਲਾ ਇਕਬਾਲ ਸਿੰਘ ਨਹੀਂ, ਉੱਥੇ ਵੀਡੀਓ ਦੇ ਵਿੱਚ ਵੇਖੋ ਇੱਕ ਪ੍ਰਧਾਨ ਮੰਤਰੀ ਜੀ ਦੇ ਸਾਹਮਣੇ ਬੈਠਾ ਤਾੜੀਆਂ ਮਾਰਦਾ ਪੱਗ ਵਾਲਾ ਵੀ ਦਿਸਦਾ ਆ। ਔਰ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕੁਝ ਬਿਆਨ ਇੱਦਾਂ ਦੇ ਦਿੱਤੇ ਆ ਵੀ ਗੋਬਿੰਦ ਰਾਮਾਇਣ ਗੁਰੂ ਗੋਬਿੰਦ ਸਿੰਘ ਨੇ ਲਿਖੀ ਆ, ਪਤਾ ਨਹੀਂ ਉਹ ਕਿੱਥੋਂ ਬਿਆਨ ਲਿਆਇਆ ਜਾਂ ਕਿਹੜਾ ਇਤਿਹਾਸ ਉਹ ਪੜ੍ਹ ਕੇ ਆਇਆ। ਉੱਥੇ ਇਹ ਪੱਤਰਕਾਰਾਂ ਦੇ ਵਿੱਚ ਬੈਠਾ ਬਿਆਨ ਦੇਈ ਜਾਂਦਾ ਕਿ ਸਾਡੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਆ, ਉਹ ਰਾਮ ਚੰਦਰ ਜੀ ਦੇ ਅੱਗੋਂ ਵੰਸ਼ਜ ਆ, ਤੇ ਸਾਡੇ ਮਤਲਬ ਇੱਥੇ ਜਿਹੜਾ ਆਉਣ ਦਾ ਸਬੰਧ ਆ ਵੀ ਉਹ ਇਸ ਕਰਕੇ ਵੀ ਜ਼ਿਆਦਾ ਜ਼ਰੂਰੀ ਆ ਵੀ ਕਿਉਂਕਿ ਸਾਡਾ ਸਬੰਧ ਜਿਹੜਾ ਵਾ ਵੱਡ ਵਡੇਰਿਆਂ ਦਾ ਇੱਥੇ ਜੁੜਦਾ ਆ। ਤਾਂ ਇਹ ਬੜੀ ਅਣਹੋਣੀ ਗੱਲ ਆ, ਬੜੀ ਇੱਕ ਕਹਿ ਲਓ ਕਿ ਕੱਚ ਘਰੜ ਗੱਲ ਆ। ਇਹ ਟੋਟਲੀ ਏਦਾਂ ਕਹਿ ਲਓ ਕਿ ਜੋ RSS ਚਾਹੁੰਦੀ ਆ ਉਹ ਬੋਲੀ ਇਹਨਾਂ ਨੇ ਬੋਲੀ ਆ, ਜਦ ਕਿ ਇਹ ਕਿਸੇ ਵੀ ਤਰ੍ਹਾਂ ਸਿੱਧ ਨਹੀਂ ਹੁੰਦਾ। ਜਿਹੜੀ ਇਹ ਵੰਸ਼ਜ ਦੀ ਗੱਲ ਕਰਦੇ ਆ, ਬਿਲਕੁਲ ਠੀਕ ਆ, ਇਹ ਕਿਸੇ ਵੀ ਤਰ੍ਹਾਂ ਸਿੱਧ ਨਹੀਂ ਹੁੰਦਾ, ਕਿਉਂਕਿ ਬਹੁਤ ਸਾਰੇ ਐਸੇ ਗ੍ਰੰਥ, ਐਸੀਆਂ ਲਿਖਤਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ, ਭਾਰਤੀ ਲੋਕ ਨੀਚ ਕਿਵੇਂ ਬਣੇ ਉਹਦੇ 'ਚ ਵੀ ਤੁਸੀਂ ਪੜ੍ਹ ਸਕਦੇ ਹੋ ਕਿ ਬਹੁਤ ਸਾਰੀਆਂ ਐਸੀਆਂ ਲਿਖਤਾਂ ਜਿਹੜੀਆਂ ਲਿਖੀਆਂ ਗਈਆਂ ਵੀ ਉਹਨਾਂ ਦਾ ਆਪਦਾ ਹੀ ਬਥੇਰਾ ਰੌਲਾ ਹੈਗਾ। ਪਹਿਲਾਂ ਤਾਂ ਉਹ ਆਪਦਾ ਸਿੱਧ ਕਰ ਲੈਣ। ਸਾਡੇ ਵਾਲਿਆਂ ਨੂੰ ਪਤਾ ਨਹੀਂ ਕੀ ਦਿੱਕਤ ਆ ਵੀ ਇਹ ਅੱਡੀਆਂ ਚੁੱਕ ਚੁੱਕ ਕੇ ਫਾਹ ਲੈਂਦੇ ਆ, ਜਾਣ ਬੁੱਝ ਕੇ ਉੱਥੇ ਜਾ ਕੇ ਸਿਰ ਫਸਾਉਂਦੇ ਆ ਵੀ ਅਸੀਂ ਤੁਹਾਡੇ ਚੋਂ ਆ, ਜਦ ਕਿ ਸਿੱਖ ਦਾ ਸੰਬੰਧ ਸਿਰਫ ਗੁਰੂ ਨਾਲ ਹੈ। ਜਦੋਂ ਵੇਖੋ ਮਰਜ਼ਾਦਾ ਦੇ ਦ੍ਰਿੜ ਕਰਾਈ ਜਾਂਦੀ, ਜਦੋਂ ਖੰਡੇ ਕੀ ਪੌਲ ਦਿੱਤੀ ਜਾਂਦੀ ਆ, ਹਾਂਜੀ, ਉੱਥੇ ਪੰਜ ਪਿਆਰੇ ਸਾਹਿਬਾਨ ਵਾਕ ਦੁਹਰਾਉਂਦੇ ਆ, ਪਿਛਲਾ ਜਨਮ, ਧਰਮ, ਕਰਮ, ਜਾਤ, ਸਭ ਕੁਝ ਤੁਹਾਡਾ ਨਾਸ਼ ਆ। ਅੱਜ ਤੋਂ ਤੁਸੀਂ ਸਿੱਖ ਹੋ, ਖਾਲਸਾ ਪੰਥ ਦੇ ਮੈਂਬਰ ਹੋ। ਜਦੋਂ ਪਿਛਲਾ ਸਭ ਕੁਝ ਨਾਸ਼ ਹੀ ਹੋ ਗਿਆ, ਪਿਛਲਾ ਸਾਰਾ ਕੁਝ ਜਿਹੜਾ ਰੱਦ ਕਰ ਦਿੱਤਾ ਗਿਆ, ਹਾਂਜੀ, ਅਸੀਂ ਸਿੱਖੀ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਲੜ ਲੱਗ ਗਏ, ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਸੀਂ ਪ੍ਰਵਾਨ ਕਰ ਲਿਆ, ਹਾਂਜੀ, ਤਾਂ ਫਿਰ ਸਾਨੂੰ ਏਦਾਂ ਉਲਝਣ ਦੀ, ਵਾਰ-ਵਾਰ ਉਲਝਣ ਦੀ ਕੀ ਲੋੜ ਆ? ਹਾਂਜੀ। ਪਰ ਇਹਨਾਂ ਬੰਦਿਆਂ ਦੇ ਅੰਦਰ ਇਹ ਕੁੱਟ-ਕੁੱਟ ਕੇ ਭਰਿਆ ਪਿਆ। ਔਰ ਤਰਾਸਦੀ ਇਹ ਵੀ ਆ ਕਿ ਇਹੋ ਜਿਹੀ ਅਕਲ ਵਾਲੇ ਬੰਦੇ ਜਿਹੜੇ ਆ ਉਹ ਸਾਡੇ ਕੌਮੀ ਫੈਸਲੇ ਕਰਦੇ ਰਹੇ ਆ ਔਰ ਸਾਡੇ ਕੌਮ ਦੇ ਫੈਸਲਿਆਂ ਵਿੱਚ ਬਹਿੰਦੇ ਰਹੇ ਆ।
ਬਹੁਤ ਸਾਰੇ ਲੋਕ ਆ ਜਿਹੜੇ ਇਹਨਾਂ ਦੇ ਫੈਸਲਿਆਂ ਨੂੰ ਮਤਲਬ ਸਿਰ ਮੱਥੇ ਪ੍ਰਵਾਨ ਕਰਕੇ ਤੇ ਕੌਮ ਦੇ ਵਿੱਚ ਝਗੜੇ ਖੜੇ ਕਰਦੇ ਰਹੇ ਆ। ਹਾਂਜੀ ਤਾਂ ਜਿਹੋ ਜੀ ਅਕਲ ਲਗਭਗ ਸਭ ਸਿੱਖਾਂ ਨੇ ਅੱਜ ਵੇਖ ਹੀ ਲਿਆ। ਹਾਂਜੀ ਸਾਹਮਣੇ ਵੀਡੀਓ ਵਗੈਰਾ ਨਸ਼ਰ ਹੋ ਗਈਆਂ ਨੇ ਹੂੰ ਵੀ ਜਿਹੋ ਜੀ ਅਕਲ ਦਾ ਇਹ ਮਾਲਕ ਆ, ਲਗਭਗ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹੋ ਜੀ ਅਕਲ ਨਾਲ ਕਿਹੋ ਜਿਹੇ ਫੈਸਲੇ ਕੌਮ ਦੇ ਕਰਦੇ ਰਹੇ ਹੋਣਗੇ ਜਾਂ ਕੌਮ ਨੂੰ ਕਿੰਨੀ ਕੁ ਅਗਵਾਈ ਦਿੰਦੇ ਰਹੇ ਹੋਣਗੇ। ਹਾਂਜੀ ਤਾਂ ਬਾਣੀ ਦਾ ਵਾਕ ਮੈਂ ਫਿਰ ਦੁਹਰਾ ਦੇਣਾ, ਅੰਧਾ ਆਗੂ ਜੇ ਥੀ ਹੈ ਕਿਉਂ ਪਾਦਰ ਜਾਣੇ। ਹਾਂਜੀ ਅੱਛਾ, ਆਪਾਂ ਜਿਹੜੀ ਭਾਈ ਸਾਹਿਬ ਜੀ ਗੱਲ ਕਰ ਰਹੇ ਹਾਂ ਵੀ ਜਿੱਦਾਂ ਤੁਸੀਂ ਬਹੁਤ ਡਿਟੇਲ 'ਚ ਇਹ ਅਖੌਤੀ ਇਸ ਆਗੂ ਬਾਰੇ ਗੱਲ ਦੱਸਦੀ ਹੈ ਕਿ ਜਿਹੜਾ ਬੰਦਾ, ਕਿਉਂਕਿ ਇਹਦਾ ਚਿਹਰਾ ਤੇ ਬੜੀ ਦੇਰ ਦਾ ਨੰਗਾ ਹੋਇਆ, ਸਾਰਿਆਂ ਨੇ ਵੇਖੀ ਹੈ। ਤੁਸੀਂ ਇਹਨਾਂ ਦੇ ਵਿਆਹਾਂ ਬਾਰੇ ਵੀ ਗੱਲ ਕਰਤੀ ਆ, ਜਾਂ ਇਹ ਪਹਿਲਾਂ ਵੀ ਵਿਵਾਦਾਂ ਵਿੱਚ, ਮੇਰੇ ਖਿਆਲ ਜਿਹਨੇ ਇੱਕ ਪਿੱਛੇ ਜੇ ਉਦੋਂ ਮੇਰੇ ਖਿਆਲ 'ਚ ਪਟਨਾ ਸਾਹਿਬ ਦਾ ਜਥੇਦਾਰ ਵੀ ਸੀ, ਜਦੋਂ ਇਹਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਵਾ ਉਹ ਜਨਮ ਲੈ ਕੇ, ਇਹਨੇ ਕੋਈ ਤਰੀਕ ਵੀ ਦੱਸੀ ਸੀ ਤੁਹਾਨੂੰ ਸ਼ਾਇਦ ਯਾਦ 2016 ਵੀ ਇਹ ਜਨਮ ਲੈ ਕੇ ਦੁਬਾਰਾ ਆਉਣਗੇ। ਜਥੇਦਾਰ ਸੀ ਉਦੋਂ ਹਾਂ ਜਥੇਦਾਰ ਸੀ। ਵੇਖੋ ਇਹ ਇਦਾਂ ਦੇ ਬਿਆਨ ਪਹਿਲਾਂ ਵੀ ਦਿੰਦਾ ਰਿਹਾ, ਤੇ ਮੇਰੇ ਖਿਆਲ 'ਚ ਜਿਹੜਾ ਇਹ ਆਪਾਂ ਹੁਣ ਇਹ ਜਿਹੜੀ ਗੱਲ ਕਰ ਰਹੇ ਹਾਂ ਨਾ ਕਿ ਇਹ ਜਿਹੜਾ ਇਕਬਾਲ ਸਿੰਘ ਵਾ ਤੇ ਇਹਨੇ ਜਿਹੜਾ ਬਿਆਨ ਦਿੱਤਾ, ਵੇਖੋ ਹੁਣ ਕਈਆਂ ਨੇ ਇਸ ਬਿਆਨ ਦਾ ਖੰਡਨ ਵੀ, ਕਈ ਜਥੇਬੰਦੀਆਂ ਨੇ ਉਹਦੇ ਬਿਆਨ ਦਾ ਖੰਡਨ ਵੀ ਕੀਤਾ ਕਿ ਵੇਖੋ ਅਸੀਂ ਇਹਦੇ ਬਿਆਨ ਨਾਲ ਸਹਿਮਤ ਨਹੀਂ, ਇਹਦੇ ਕਹਿਣ ਨਾਲ ਕਿੱਦਾਂ ਹੋ ਜਾਏਗਾ ਵੀ ਸਿੱਖ ਜਿਹੜੇ ਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਲਵ ਤੋਂ ਚੱਲੇ ਆ, ਗੁਰੂ ਨਾਨਕ ਸਾਹਿਬ ਜਿਹੜੇ ਕੁਸ਼ ਤੋਂ ਚੱਲੇ ਆ, ਵੀ ਇਹਦਾ ਬਿਆਨ ਜਿਹੜਾ ਸਹੀ ਨਹੀਂ ਹੈਗਾ, ਵੀ ਅਸੀਂ ਤਾਂ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ। ਪਰ ਥੋੜ੍ਹਾ ਜਿਹਾ ਮੇਰੇ ਖਿਆਲ 'ਚ ਆਪਾਂ ਨੂੰ ਪਿਛੋਕੜ ਵੱਲ ਜਾਣ ਦੀ ਲੋੜ ਆ ਵੀ ਇਹਨਾਂ ਦੀ ਕੜੀ ਜਿਹੜੀਆਂ ਸੰਪਰਦਾਵਾਂ ਜਿਨ੍ਹਾਂ ਡੇਰਿਆਂ ਨਾਲ ਜੁੜੀਆਂ ਹੋਈਆਂ ਨੇ, ਵੇਖਣ ਦੀ ਲੋੜ ਆ ਵੀ ਕੀ ਇਹ ਲੋਕ ਹਿੰਮਤ ਕਰ ਪਾਉਣਗੇ ਵੀ ਉਹਨਾਂ ਗ੍ਰੰਥਾਂ ਵਿੱਚ ਜਾਂ ਉਹਨਾਂ ਕਿਤਾਬਾਂ ਵਿੱਚ ਜਿਹੜੀਆਂ ਲਿਖੀਆਂ ਉਹਨਾਂ ਦੇ ਬਾਰੇ ਵੀ ਇਹ ਬੋਲ ਸਕਣ। ਜਿਵੇਂ ਹੁਣ ਮੇਰੇ ਸਾਹਮਣੇ ਪਈ ਹੋਈ ਜਿਹੜੀ ਗੁਰਬਾਣੀ ਪਾਠ ਦਰਪਣ ਜਿਹੜੀ ਇਹਨਾਂ ਦੀ ਕਿਤਾਬ ਆ ਟਕਸਾਲ ਦੀ, ਉਹਦੇ ਵਿੱਚ ਮੈਂ ਪੜ੍ਹ ਕੇ ਵੀ ਸੁਣਾ ਦੇਣਾ ਤਾਂ ਕਿ ਸਰੋਤਿਆਂ ਨੂੰ ਕੋਈ ਭੁਲੇਖਾ ਨਾ ਰਹਿ ਜਾਏ, ਅਤੇ ਤੁਸੀਂ ਇਹਦੇ ਬਾਰੇ ਨਾਲ ਨਾਲ ਵਿਚਾਰ ਦੇ ਦਿਓ ਕਿ ਜਿਹੜੀ ਗੁਰਬਾਣੀ ਪਾਠ ਦਰਪਣ ਜਿਹੜੀ ਇਹਨਾਂ ਦੀ ਕਿਤਾਬ ਆ, ਉਹਦੇ ਵਿੱਚ ਜਿਹੜਾ ਇਹਨਾਂ ਲਿਖਿਆ ਹੋਇਆ, ਕਿਉਂਕਿ ਜਦੋਂ ਆਪਾਂ ਉਹਦੇ ਵਿੱਚ ਵੇਖਦੇ ਹਾਂ ਤਾਂ ਉਹਦੇ ਵਿੱਚ ਇਕੱਲੇ ਗੁਰੂ ਨਾਨਕ ਸਾਹਿਬ ਜੀ ਬਾਰੇ ਨਹੀਂ, ਬਲਕਿ ਪੰਜਾਂ ਪਿਆਰਿਆਂ ਬਾਰੇ, ਬਲਕਿ ਗੁਰੂ ਅੰਗਦ ਸਾਹਿਬ ਜੀ ਬਾਰੇ, ਜਿਵੇਂ ਹੁਣ ਉਹਨਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ ਕਿ ਭਾਈ ਸਾਹਿਬ ਇਦਾਂ ਗ੍ਰੰਥਾਂ ਦੇ ਵਿੱਚ ਜਾਂ ਕਿਤਾਬਾਂ 'ਚ ਕਿਤੇ ਨਾ ਕਿਤੇ ਬਹੁਤ ਕੁਝ ਲਿਖਿਆ ਪਿਆ ਹੈ ਨਾ। ਹਾਂਜੀ ਗੱਲ ਤੇ ਆ ਕਿ ਵਿਚਾਰਨਾ ਤੇ ਸਾਡਾ ਫਰਜ਼ ਬਣਦਾ ਨਾ। ਹਾਂਜੀ ਬਿਲਕੁਲ, ਵਿਚਾਰਨਾ ਫਰਜ਼ ਬਣਦਾ। ਜੇ ਮੰਨ ਲਓ ਕਿਸੇ ਕਾਰਨ ਜਾਂ ਕਿਸੇ ਵੀ ਕਰਕੇ ਜਾਂ ਕਿਸੇ ਵੀ ਮਸਲੇ ਤੋਂ ਕੋਈ ਗੱਲ ਲਿਖ ਵੀ ਦਿੱਤੀ, ਮੰਨ ਲਓ ਕਿਤੇ ਆ ਵੀ ਗਈ ਲਿਖਤ ਵਿੱਚ, ਜੇ ਗ੍ਰੰਥਾਂ 'ਚ ਹੈਗੀ ਵੀ ਆ, ਤਾਂ ਉਹਨੂੰ ਵਿਚਾਰ ਕੇ ਤੇ ਇਹ ਬੰਦੇ ਮਤਲਬ ਬਹਿ ਕੇ ਸੋਚ ਨਹੀਂ ਸਕਦੇ। ਇਹ ਵੇਖੋ ਬਾਕੀ ਪ੍ਰਚਾਰਕ ਜਿਹੜੇ ਆ ਉਹ ਗੱਲਾਂ ਕਰਨ, ਹੋਰ ਮਸਲਾ ਆ। ਜਿਹੜੇ ਬਾਬੇ ਆ, ਡੇਰੇਦਾਰ ਆ, ਉਹ ਗੱਲਾਂ ਕਰਨ, ਹੋਰ ਗੱਲ ਆ। ਹਾਂਜੀ ਹੈ ਨਾ। ਹਾਂਜੀ ਮੈਂ ਪਹਿਲਾਂ ਕਿਹਾ ਵੀ ਜਿਹੜਾ ਜਥੇਦਾਰ ਆ ਜਾਂ ਜਿਹੜਾ ਤਖਤ ਤੇ ਬੈਠਦਾ ਬੰਦਾ, ਉਹ ਆਮ ਪ੍ਰਚਾਰਕਾਂ ਨਾਲੋਂ ਤੇ ਆਮ ਬੰਦਿਆਂ ਨਾਲੋਂ ਥੋੜਾ ਵੱਧ ਸੋਚੇ। ਬਿਲਕੁਲ ਠੀਕ ਆ। ਇਹਦਾ ਫਾਇਦਾ ਕੀ ਹੋਣਾ, ਨੁਕਸਾਨ ਕੀ ਹੋਣਾ। ਜਿੱਥੇ ਤੱਕ ਲਿਖਤਾਂ ਦਾ ਮਸਲਾ, ਲਿਖਤਾਂ ਤੇ ਹੋਰ ਵੀ ਬਥੇਰਾ ਕੁਛ ਪਿਆ, ਹੋਰ ਪ੍ਰਕਾਸ਼ ਬਥੇਰਾ ਕੁਛ ਏਦਾਂ ਦਾ ਲਿਖਿਆ ਪਿਆ। ਹਾਂਜੀ ਹੈ ਨਾ। ਹੋਰ ਗ੍ਰੰਥ ਵੀ ਜਿਹੜੇ ਇਤਿਹਾਸ ਨਾਲ ਸੰਬੰਧਿਤ ਹੈਗੇ ਆ, ਵੱਖ-ਵੱਖ ਜਿਹੜੇ ਕਵੀਆਂ ਨੇ ਸਮੇਂ-ਸਮੇਂ ਤੇ ਲਿਖੇ ਆ, ਉਹਨਾਂ ਦੇ ਵਿੱਚ ਵੀ ਬਥੇਰਾ ਕੁਝ। ਮਸਲਾ ਇਹ ਨਹੀਂਗਾ। ਦੇਖੋ ਉਦੋਂ ਪ੍ਰੋਪਰ ਡੇਟ ਨਹੀਂ ਚੇਤੇ, ਪਰ ਬਹੁਤ ਵਾਰੀ ਇਹ ਹੋ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਾਮ ਸ਼ਬਦ ਆਉਂਦਾ। ਦੇਖੋ ਗੱਲ ਤਾਂ ਮੇਨ ਤਾਂ ਅਕਲ ਦਾ ਮਸਲਾ ਨਾ। ਹੁਣ ਜੇ ਗੁਰੂ ਗ੍ਰੰਥ ਸਾਹਿਬ 'ਚ ਰਾਮ ਆਇਆ ਤਾਂ ਉਹ ਰਾਮ ਵਾਸਤੇ ਤਾਂ ਆਇਆ ਨਹੀਂਗਾ। ਕੱਢਣ ਨੂੰ ਤਾਂ ਹੁਣ ਗੁਰੂ ਗ੍ਰੰਥ ਸਾਹਿਬ 'ਚ ਵੀ ਕੱਢੀ ਫਿਰਦੇ ਵੀ ਉੱਥੇ ਰਾਮ ਆਇਆ। ਹਾਂਜੀ ਹੁਣ ਜਦੋਂ ਅੱਜ ਪ੍ਰਧਾਨ ਮੰਤਰੀ ਉੱਥੇ ਬੋਲ ਰਿਹਾ ਸੀ ਤਾਂ ਉਹ ਇਹ ਵੀ ਬੋਲ ਰਿਹਾ ਸੀਗਾ ਵੀ ਨਾਨਕ ਦਾ ਰਾਮ ਤੇ ਕਬੀਰ ਦਾ ਰਾਮ ਨਿਰਗੁਣ ਰਾਮ ਆ। ਮਤਲਬ ਉਹ ਰਾਮ ਦੀ ਵਿਆਖਿਆ ਜਿਹੜੀ ਕਰ ਰਿਹਾ ਸੀਗਾ, ਉਹਦੇ 'ਚੋਂ ਸਾਰਿਆਂ ਨੂੰ ਹੀ ਲਪੇਟ ਰਿਹਾ ਸੀਗਾ। ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਕੁਝ ਦਰਜ ਆ, ਜੇ ਆਪਾਂ ਉਹਨੂੰ ਧਿਆਨ ਨਾਲ ਪੜ੍ਹਦੇ ਹਾਂ ਤਾਂ ਫਿਰ ਤਾਂ ਸਾਡਾ ਉਹ ਸਾਰਾ ਕੁਝ ਹੀ ਸਪਸ਼ਟ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਰਾਮ ਦੀ ਗੱਲ ਕੀਤੀ ਉਹ ਤਾਂ ਕੋਈ ਹੋਰ ਆ। ਉਹ ਇਸ ਰਾਮ ਬਾਰੇ ਤਾਂ ਜ਼ਿਕਰ ਨਹੀਂ ਗਾ, ਇਹਦੇ ਬਾਬਤ ਤਾਂ ਉਹ ਮਸਲਾ ਹੀ ਨਹੀਂ ਹੈਗਾ। ਨਾ ਇਹਨੂੰ ਰੱਬ ਨਾ ਭਗਵਾਨ ਕਿਸੇ ਤਰ੍ਹਾਂ ਉੱਥੇ ਤਸਲੀਮ ਕੀਤਾ ਹੀ ਨਹੀਂ ਗਿਆ। ਹਾਂਜੀ ਤਾਂ ਜਿੱਥੇ ਤੱਕ ਲਿਖਤਾਂ ਦੀ ਗੱਲ ਆ, ਲਿਖਤ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਪੇਸ਼ ਕਰੀ ਜਾਂਦੇ ਆ ਜਿਹੜੇ ਇਹੋ ਜਿਹੇ ਬੇਅਕਲੇ ਆ। ਸ਼ਾਇਦ ਆਪ ਜੀ ਨੂੰ ਪਤਾ ਹੋਊਗਾ ਕਿ ਇਹ ਇੱਕ ਓਂਕਾਰ ਸਿੰਘ ਥਾਪਰ ਜਿਹੜਾ ਦਿੱਲੀ ਦਾ ਲੀਡਰ ਸੀ, ਇਹ
ਇਹ 10 ਦੀ ਗੱਲ ਹੈ, ਇਹ ਮੈਂ ਦਿੱਲੀ ਬੰਗਲਾ ਸਾਹਿਬ ਤੋਂ ਵੀ ਉਦੋਂ ਗੱਲ ਬੋਲੀ ਸੀ। ਉਦੋਂ ਵੀ ਜਦੋਂ ਰਾਮ ਸੇਤੂ ਪੁਲ ਦੀ ਗੱਲ ਸੀ, ਉੱਥੇ ਜਾ ਕੇ ਵੀ ਬਿਆਨ ਦੇ ਕੇ ਆਇਆ ਸੀ ਕਿ 2533 ਵਾਰ ਇਦਾਂ ਘਰੋੜ ਕੇ, ਉਹ ਮੇਰੇ ਕੋਲ ਵੀਡੀਓ ਵੀ ਪਈ ਹੋਈ ਆ, ਜੇ ਟਾਈਮ ਲੱਗਾ ਤੇ ਆਪਾਂ ਵੀਡੀਓ ਵੀ ਚਲਾ ਦਿਆਂਗੇ। ਉਹਦੇ ਚ ਬੋਲ ਕੇ ਆਇਆ ਸੀ ਕਿ 2533 ਵਾਰ ਰਾਮ ਸ਼ਬਦ ਦਸ਼ਰਥ ਦੇ ਪੁੱਤਰ ਰਾਮ ਲਈ ਆਇਆ ਵਾ। ਤੇ ਉਹਨੇ ਪੰਜਾਬ ਦੇ ਸੀਐਮ ਦਾ ਨਾਂ ਲਿਆ ਸੀ, ਉਦੋਂ ਬਾਦਲ ਸੀ, ਵੀ ਪੰਜਾਬ ਦੇ ਸੀਐਮ ਅਤੇ ਉਹਨਾਂ ਦੇ ਸਮੇਤ ਜਿੰਨੇ ਵੀ ਸਿੱਖ ਵਾ ਉਹਨਾਂ ਦੀ ਆਸਥਾ ਜਿਹੜੀ ਆ ਸ੍ਰੀ ਰਾਮਚੰਦਰ ਜੀ ਨਾਲ ਜੁੜੀ ਹੋਈ ਆ। ਤੇ ਉਹ 'ਚੋਂ ਮੈਂ ਜਿਹੜੀਆਂ ਤੁਕਾਂ ਬੋਲੀਆਂ ਉਹ ਮੈਂ ਦੱਸ ਦਿੰਦਾ, ਤੁਸੀਂ ਉਹਦੀ ਆਪਾਂ ਵਿਆਖਿਆ ਨਾਲ ਕਰ ਲੈਂਦੇ ਆ। ਉਹਨੇ ਨਾਲ ਕਿਹਾ ਸੀ, ਵੇਖੋ ਜੀ ਬਾਣੀ 'ਚ ਲਿਖਿਆ, ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ। ਕਹਿੰਦਾ ਵੀ ਇਹ ਦਸ਼ਰਥ ਦੇ ਪੁੱਤਰ ਰਾਮ ਭਗਵਾਨ ਵਾਸਤੇ ਤੁਕ ਆਈ ਹੈ। ਫਿਰ ਸਾਧੋ ਰਚਨਾ ਰਾਮ ਬਣਾਈ, ਇਹ ਤੁਕ ਵੀ ਉਹਨੇ ਉੱਥੇ ਬੋਲੀ ਕਿ ਵੇਖੋ ਜੀ ਇਸ ਕਰਕੇ ਸਾਡੇ ਸਿੱਖਾਂ ਦੀਆਂ ਸਾਰੀਆਂ ਆਸਥਾਵਾਂ ਰਾਮਚੰਦਰ ਜੀ ਨਾਲ ਜੁੜੀਆਂ ਹੋਈਆਂ। ਮਤਲਬ ਇਹ ਵੇਖੋ ਵੀ ਇਹੋ ਜਿਹੇ ਲੀਡਰ ਅਖੌਤੀ ਵੋਟਾਂ ਬਦਲੇ ਕਿੱਦਾਂ ਜਾ ਕੇ ਕੌਮ ਨੂੰ ਜਾ ਕੇ ਕਿੱਥੇ ਕਿੱਥੇ ਵੇਚ ਰਹੇ ਆ। ਤੇ ਇਹ ਹੁਣ ਤੁਸੀਂ ਵੇਖੋ ਵੀ ਤੁਸੀਂ ਗੁਰਬਾਣੀ ਦੀ ਕਿੰਨੀ ਵਾਰ ਸੰਥਿਆ ਦਿੱਤੀ ਆ, ਤੇ ਕੀ ਇਹ ਭਲਾ ਜਿਹੜਾ ਰਾਮ ਸ਼ਬਦ ਆ ਇਹਦੇ ਬਾਰੇ ਵੀ ਸੰਗਤਾਂ ਨੂੰ ਡਿਟੇਲ ਨਾਲ ਥੋੜ੍ਹੀ ਜਿਹੀ ਦੱਸੋ ਵੀ ਇਹ ਜਿਹੜਾ ਰਾਮ ਸ਼ਬਦ ਵਾ ਇਹ ਕਿੰਨਾ ਅਰਥਾਂ ਵਿੱਚ ਆਇਆ, ਤੇ ਜਾਂ ਜਿੱਥੇ ਦਸ਼ਰਥ ਦੇ ਪੁੱਤਰ ਰਾਮ ਲਈ ਆਇਆ ਉੱਥੇ ਕਿਹੜੇ ਕਿਹੜੇ ਅਰਥਾਂ ਵਿੱਚ, ਜਾਂ ਕਿੱਦਾਂ ਉੱਥੇ ਨਾਲ ਕਿਹੜੇ ਸੰਦਰਭ ਵਿੱਚ ਉਹ ਗੱਲ ਗੁਰੂ ਸਾਹਿਬ ਨੇ ਕੀਤੀ ਆ। ਜਦੋਂ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਆਈ ਆ, ਹਾਂਜੀ, ਉਦੋਂ ਤਾਂ ਉਹਨਾਂ ਨੇ ਸਾਫ਼, ਨਾਮਦੇਵ ਜੀ ਨੇ ਕਿਹਾ, ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ, ਹਾਂਜੀ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਅੱਗੇ ਸ਼ਲੋਕ 12 ਤੇ ਵਧੀਕ ਵਿੱਚ ਪੜ੍ਹਦੇ ਆ, ਗੁਰੂ ਨਾਨਕ ਸਾਹਿਬ ਨੇ ਉੱਥੇ ਵੀ ਕਿਹਾ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਬਿਲਕੁਲ ਠੀਕ ਹੈ ਨਾ। ਤਾਂ ਉੱਥੇ ਤਾਂ ਰਾਮ ਦੀ ਜਿਹੜੀ ਦਸ਼ਾ ਆ ਉਹ ਇਸ ਤਰੀਕੇ ਨਾਲ ਬਿਆਨ ਕੀਤੀ ਆ। ਇੱਕ ਕਬੀਰ ਸਾਹਿਬ ਦਾ ਸ਼ਲੋਕ ਆ, ਹਾਂਜੀ, ਉਹਨਾਂ ਨੇ ਕਿਹਾ, ਕਬੀਰ ਰਾਮ ਕਹਿਨ ਮੈਂ ਭੇਦ ਹੈ। ਵਾਹ ਵਾਹ, ਕੀ ਬਾਤ ਆ, ਹੁਣ ਪੂਰੀ ਗੱਲ ਕਲੀਅਰ ਹੋ ਗਈ। ਤਾ ਮਹਿ ਏਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਕੌਤਕਹਾਰ। ਸੋਈ ਕੌਤਕਾਰ, ਬਿਲਕੁਲ ਠੀਕ। ਪ੍ਰੋਫੈਸਰ ਸਾਹਿਬ ਸਿੰਘ ਇਹਦੇ ਅਰਥ ਕਰਦੇ ਆ ਵੀ, ਹੇ ਕਬੀਰ, ਹਾਂਜੀ, ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ ਪਾਠ ਦਾ ਉਪਦੇਸ਼ ਵੀ ਕਰਦਾ ਹੈ, ਹਾਂਜੀ, ਪਰ ਰਾਮ ਰਾਮ ਆਖਣ ਵਿੱਚ ਵੀ ਫਰਕ ਪੈ ਜਾਂਦਾ ਹੈ। ਫਰਕ ਪੈ ਜਾਂਦਾ ਹੈ। ਇਸ ਵਿੱਚ ਵੀ ਇੱਕ ਗੱਲ ਸਮਝਣ ਵਾਲੀ ਹੈ। ਹਾਂਜੀ, ਇੱਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ, ਹਾਂਜੀ, ਜਿਹਨੂੰ ਰਮਿਆ ਹੋਇਆ ਕਹਿੰਦੇ ਆਪਾਂ। ਹਾਂਜੀ, ਇਹ ਹੈ ਸਰਬ ਵਿਆਪੀ ਰਾਮ। ਇਸ ਦਾ ਸਿਮਰਨ ਕਰਨਾ ਮਨੁੱਖ ਮਾਤਰ ਦਾ ਫਰਜ਼ ਹੈ। ਬਿਲਕੁਲ ਠੀਕ। ਪਰ ਇਹੀ ਰਾਮ ਨਾਮ ਰਾਸ ਧਾਰੀਏ ਵੀ ਰਸਾਂ ਵਿੱਚ ਸਾਂਗ ਬਣਾ ਬਣਾ ਕੇ ਲੈਂਦੇ ਹਨ। ਹਾਂਜੀ, ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ। ਬਿਲਕੁਲ ਠੀਕ। ਇਹੀ ਮੂਰਤੀ ਪੂਜਾ ਵਿਅਰਥ ਹੈ। ਵਿਅਰਥ ਹੈ। ਇੱਕ ਰਾਮ ਉਹ ਆ ਜਿਹੜਾ ਸਰਬ ਵਿਆਪਕ ਜਰੇ ਜਰੇ ਕਣ ਕਣ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਮੌਜੂਦ ਆ, ਕਿਤੇ ਬਾਹਰ ਨਹੀਂ ਰਹਿੰਦਾ, ਸਾਡੇ ਸਾਰਿਆਂ ਦੇ ਵਿੱਚ ਆ। ਹਾਂਜੀ। ਦੂਜਾ ਰਾਮ ਜਿਹੜਾ ਦਸ਼ਰਥ ਦਾ ਪੁੱਤਰ ਆ, ਹੁਣ ਰਾਮ ਉਹਨੂੰ ਵੀ ਕਿਹਾ ਜਾਂਦਾ, ਰਾਮ ਉਹਨੂੰ ਵੀ ਕਿਹਾ ਜਾਂਦਾ। ਹਾਂਜੀ। ਕਬੀਰ ਸਾਹਿਬ ਨੇ ਬੜਾ ਸਪਸ਼ਟ ਕੀਤਾ ਵੀ ਰਾਮ ਕਹਿਣ ਮੈਂ ਭੇਦ ਹੈ। ਬਿਲਕੁਲ, ਬੜਾ ਵੱਡਾ ਫਰਕ ਆ। ਇੱਕ ਰਾਮ ਜੰਮਿਆ ਤੇ ਮਰ ਗਿਆ, ਇੱਕ ਰਾਮ ਇੱਥੇ ਸੰਸਾਰ ਦੀਆਂ ਬੜੀਆਂ ਸਾਰੀਆਂ ਉਲਝਣਾਂ ਦੇ ਨਾਲ ਲਗਾਤਾਰ ਉਲਝਿਆ ਰਿਹਾ। ਹਾਂਜੀ। ਦੋ ਚਾਰ ਹੁੰਦਾ ਰਿਹਾ ਸਾਡੇ ਵਾਂਗ। ਹਾਂਜੀ। ਪਰ ਇੱਕ ਰਾਮ ਉਹ ਆ ਵੀ ਜਿਹੜਾ ਸੰਕਟ ਨਹੀਂ ਪਰਿਆ, ਜੋਨ ਨਹੀਂ ਆਵੇ। ਵਾਹ ਵਾਹ। ਉਹਨੂੰ ਕੋਈ ਸੰਕਟ ਨਹੀਂ ਗਾ, ਉਹ ਕਿਸੇ ਜੂਨ ਵਿੱਚ ਵੀ ਨਹੀਂ ਹੈਗਾ। ਉਹਦੀ ਕੋਈ ਮੂਰਤੀ ਨਹੀਂ, ਕੋਈ ਆਕਾਰ ਨਹੀਂ, ਕੋਈ ਸ਼ਕਲ ਸੂਰਤ ਨਹੀਂ ਹੈਗੀ। ਹਾਂਜੀ। ਉਹ ਇਸ ਜੰਜਾਲ ਤੋਂ ਬਾਹਰ ਆ। ਉਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ। ਜੇ ਅਸੀਂ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਕਰਨੀ ਆ ਤਾਂ ਉੱਥੇ ਸਾਨੂੰ ਇਹ ਕਹਿਣਾ ਪਏਗਾ ਵੀ ਤ੍ਰੇਤੇ ਵਿੱਚ ਰਾਮਚੰਦਰ ਆਇਆ ਸੀ। ਹਾਂਜੀ। ਉਹ ਵਰਤਮਾਨ ਚ ਨਹੀਂ ਹੈਗਾ, ਆਇਆ ਸੀ। ਆਇਆ ਸੀ ਮਤਲਬ ਜੋ ਹੋਇਆ ਤੇ ਬੀਤ ਗਿਆ। ਹਾਂਜੀ। ਤੋ ਕਬੀਰ ਸਾਹਿਬ ਦਾ ਬੜਾ ਇਹ ਸਪਸ਼ਟ ਵਾਕਿਆ, ਰਾਮ ਕਹਿਣ ਮੈਂ ਭੇਦ ਹੈ। ਭੇਦ ਹੈ। ਰਾਮ ਰਾਮ ਕਰਨ ਚ ਵੀ ਬੜਾ ਅੰਤਰ ਆ, ਬੜਾ ਵੱਡਾ ਫਰਕ ਆ। ਇੱਕ ਰਾਮ ਆ ਜਿਹੜਾ ਇੱਥੇ ਰਾਸ ਧਾਰੀਏ ਬੋਲ ਬੋਲ ਕੇ ਉਹਦੀਆਂ ਰਾਸਾਂ ਪਾਉਂਦੇ ਆ। ਹਾਂਜੀ। ਇੱਕ ਰਾਮ ਆ ਜਿਹੜਾ ਹਰ ਹਿਰਦੇ ਦੇ ਅੰਦਰ ਸ੍ਰਿਸ਼ਟੀ ਦੇ ਜਰੇ ਜਰੇ ਅੰਦਰ ਵਿਆਪਕ ਆ। ਵਿਆਪਕ ਆ। ਤੋ ਖੈਰ ਕੁੱਲ ਮਿਲਾ ਕੇ ਭਾਈ ਸਾਹਿਬ ਮਸਲਾ ਤਾਂ ਇੰਨਾ ਹੀ ਆ ਕਿ
ਜਿਹੜਾ ਅਕਲ ਦਾ ਜਨਾਜ਼ਾ ਆ ਉਹ ਚੰਗੀ ਤਰ੍ਹਾਂ ਨਿਕਲਿਆ ਹੋਇਆ ਇਹਨਾਂ ਦਾ। ਨਿਕਲਿਆ। ਇਹ ਪੂਰੀ ਤਰ੍ਹਾਂ ਵਿਕਾਊ ਲੋਕ ਨੇ ਔਰ RSS ਦੀਆਂ ਮੀਟਿੰਗਾਂ ਦੇ ਵਿੱਚ ਜਾ ਕੇ ਇਹ ਬੰਦਾ ਪਹਿਲਾਂ ਵੀ ਬਹਿੰਦਾ ਰਿਹਾ, ਪ੍ਰਧਾਨਗੀਆਂ ਕਰਦਾ ਰਿਹਾ। ਹਾਂਜੀ। ਤੋ ਅੱਜ ਦਾ ਜਿਹੜਾ ਬਿਆਨ ਦਿੱਤਾ ਸ਼ਾਇਦ ਧਿਆਨ ਨਾਲ ਸੁਣ ਕੇ ਵੇਖਿਓ, ਉਹਦੇ 'ਚ ਉਹਨੇ ਸ਼ਬਦ ਵੀ ਇਹ ਵਰਤਿਆ ਵੀ ਜਥੇਦਾਰ ਪਟਨਾ ਸਾਹਿਬ ਇਕਬਾਲ ਸਿੰਘ, ਹਾਂਜੀ, ਉਹਨੇ ਜਦੋਂ ਆਪਣਾ ਮਤਲਬ ਪਛਾਣ ਕਰਾਈ ਉਹ ਪੱਤਰਕਾਰ ਨੂੰ ਤਾਂ ਉਹ ਇਦਾਂ ਬੋਲਿਆ, ਜਦ ਕਿ ਜਥੇਦਾਰ ਹੈ ਨਹੀਂਗਾ, ਝੂਠ ਬੋਲਿਆ ਉਹਨੇ। ਹਾਂਜੀ। ਤਾਂ ਇਦਾਂ ਦੀਆਂ ਗੱਲਾਂ ਬਾਤਾਂ ਆ। ਗੱਲ ਇਹ ਆ ਕਿ ਸਾਡੇ ਲੋਕਾਂ ਨੂੰ, ਸਾਡੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਆ। ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਕਈ ਵਾਰ ਇਹਨਾਂ ਦੀਆਂ ਕੱਚ ਘਰੜੇ ਇਹੋ ਜਿਹੀਆਂ ਗੱਲਾਂ ਥੱਲੇ ਆ ਜਾਂਦੇ ਆ, ਹਾਂਜੀ, ਜਾਂ ਮਤਲਬ ਅੱਗੇ ਹੋ ਕੇ ਇਹਨਾਂ ਦੇ ਗਲਾਂ 'ਚ ਸਰੋਪੇ ਪਾਉਂਦੇ ਆ। ਅਸਲ ਦੇ ਵਿੱਚ ਇਦਾਂ ਵਾ ਵੀ ਜਿਹੜਾ ਆਪਾਂ ਮਹਿਸੂਸ ਕਰਦੇ ਹਾਂ ਵੀ ਇਹ ਜਿਹੜਾ ਉਹ ਬਾਣੀ ਦਾ ਵਾਕ ਨਹੀਂ ਹੁੰਦਾ ਵੀ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼। ਇਹ ਜਿੱਥੋਂ ਇਹਨਾਂ ਨੂੰ ਟੁੱਕੜ ਪੈਂਦਾ ਵਾ, ਜੇ ਆਪਾਂ ਥੋੜ੍ਹਾ ਜਿਹਾ ਇਹ ਪਿਛੋਕੜ ਵੱਲ ਜਾਈਏ ਤੇ ਮੇਰੇ ਖਿਆਲ 'ਚ ਜਦੋਂ ਪੂਰਨ ਸਿੰਘ ਨੂੰ ਜਥੇਦਾਰ ਲਾਇਆ ਗਿਆ ਉਹਦੇ ਵੱਲ ਵੀ ਥੋੜ੍ਹੀ ਜਿਹੀ ਆਪਾਂ ਧਿਆਨ ਮਾਰ ਲਈਏ ਵੀ ਉਸ ਵਕਤ ਵੀ ਕਿੱਦਾਂ ਉਹ ਅਰਦਾਸ ਵਿੱਚ ਸ਼ਾਮਲ ਹੋਇਆ, ਕਿੱਦਾਂ ਅਗਲੇ ਇੱਥੋਂ ਪਤਾ ਲੱਗਦਾ ਵੀ RSS ਦੇ ਇਹ ਬੰਦੇ ਇੱਦਾਂ ਕਹਿ ਲਈਏ ਜੇ ਪੇਡ ਵਰਕਰ ਵੀ ਕਹਿ ਲਈਏ ਤੇ ਕੋਈ ਅੱਤ ਕਥਨੀ ਨਹੀਂ ਹੋਊਗੀ। ਪਰ ਜਦੋਂ ਆਪਣੇ ਕੋਈ ਗੁਰਮਤ ਦੀ ਗੱਲ ਕੋਈ ਪ੍ਰਚਾਰਕ ਬੋਲਦਾ ਤੇ ਜਿਹੜੇ ਡੇਰਿਆਂ ਨਾਲ ਜੁੜੇ ਹੋਏ ਆ, ਜਿਹੜੇ ਇਹਨਾਂ ਸੰਪਰਦਾਵਾਂ ਨਾਲ ਜੁੜੇ, ਇੱਕਦਮ ਇਹ ਬਿਆਨ ਦਿੰਦੇ ਵੇਖੋ ਜੀ ਇਹ RSS ਦੇ ਬੰਦੇ ਆ, ਸਰਕਾਰੀ ਬੰਦੇ ਆ। ਜੇ ਆਪਾਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰੀਏ, ਜਦੋਂ ਮੂਲ ਨਾਨਕਸ਼ਾਹੀ ਕੈਲੰਡਰ ਵੀ ਲਾਗੂ ਹੋਇਆ ਤੇ ਸਭ ਤੋਂ ਪਹਿਲਾਂ ਬਿਆਨ ਦੇਣ ਵਾਲੇ ਬੰਦੇ ਕਿਹੜੇ ਸੀ? ਸਭ ਤੋਂ ਪਹਿਲਾਂ RSS ਦੇ ਮੁਖੀ ਦਾ ਬਿਆਨ ਹੁੰਦਾ ਵੀ ਇਹ ਕੈਲੰਡਰ ਸਾਨੂੰ ਪ੍ਰਵਾਨ ਵੀ ਹੱਦ ਹੋ ਗਈ, ਕੈਲੰਡਰ ਇਹ ਸਾਡੇ ਨਾਲ ਸੰਬੰਧ ਰੱਖਦਾ, ਸਿੱਖ ਕੌਮ ਨਾਲ ਸੰਬੰਧ ਰੱਖਦਾ, ਤੁਹਾਡੇ ਕੋਲੋਂ ਪ੍ਰਵਾਨਗੀ ਲੈਣੀ ਆ। ਤੋ ਇਹ ਇਹੋ ਜਿਹੇ ਜੇ ਆਪਾਂ ਸ਼ਬਦ ਬੋਲੀਏ ਵੀ ਇਹੋ ਜਿਹੇ ਬੰਦੇ ਜਿਹੜੇ ਇਹਨੂੰ ਇਕਬਾਲ ਸਿੰਘ ਵੀ ਕਹਿਣ ਨੂੰ ਜੀ ਨਹੀਂ ਕਰਦਾ, ਜਿਹੜਾ ਉੱਥੇ ਮਾਣ ਨਾਲ ਕਹਿ ਰਿਹਾ ਵੀ ਸਾਡੇ ਵੱਡ ਵਡੇਰੇ ਆ। ਤੋ ਮੈਂ ਇਹਦੇ ਨਾਲ ਜਿਹੜੀ ਗੱਲ ਦੂਜੀ ਕਰਨੀ ਚਾਹੁੰਦਾ, ਜਿਹੜੀ ਥੋੜ੍ਹੀ ਜਿਹਾ ਵੀ ਹੁਣ ਜਿਹੜੀ ਗੁਰਬਾਣੀ ਪਾਠ ਦਰਪਣ ਜਿਹੜੀ ਇਹਨਾਂ ਦੀ ਦਮਦਮੀ ਟਕਸਾਲ ਦੀ ਜਿਹੜੀ ਮਰਿਆਦਾ ਮੇਰੇ ਸਾਹਮਣੇ ਪਈ ਆ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਵੀ ਇੱਦਾਂ ਕਿਹਾ ਗਿਆ ਵੀ ਗੁਰੂ ਨਾਨਕ ਸਾਹਿਬ ਜਿਹੜਾ ਵਾ ਉਹ ਜਿਹੜੇ ਰਾਮਚੰਦਰ ਦੇ ਦੂਜੇ ਬੇਟੇ ਸੀ, ਇੱਕ ਲਵ ਇੱਕ ਕੁਸ਼ ਦੀ ਵੰਸ਼ ਵਿੱਚੋਂ ਚੱਲੇ ਆ। ਇੱਦਾਂ ਹੀ ਗੁਰੂ ਅੰਗਦ ਸਾਹਿਬ ਜੀ ਬਾਰੇ ਵੀ ਉਹਨਾਂ ਨੇ ਜਿਹੜੀਆਂ ਮਤਲਬ ਡਿਟੇਲ ਦਿੱਤੀ ਹੋਈ ਆ ਵੀ ਗੁਰੂ ਅੰਗਦ ਸਾਹਿਬ ਮਤਲਬ ਕਹਿਣ ਦਾ ਭਾਵ ਵੇਖੋ ਵੀ ਜਦੋਂ ਸਾਡੀਆਂ ਇਹ ਡੇਰੇਦਾਰ, ਸਾਡੀਆਂ ਇਹ ਜਿਹੜੀਆਂ ਸੰਪਰਦਾਵਾਂ ਜਿਹੜੀਆਂ ਇਹ ਪ੍ਰਚਾਰ ਕਰ ਰਹੀਆਂ, ਤੇ ਫਿਰ ਹੁਣ ਕੀ ਭਲਾ ਇਹ ਕਹਿਣਗੇ ਜਦੋਂ ਉੱਥੇ ਬਿਆਨ ਦਿੱਤਾ ਜਾ ਰਿਹਾ ਵੀ ਵੇਖ ਲਓ ਜੀ ਇਕਬਾਲ ਸਿੰਘ ਦੇ ਇਸ ਬਿਆਨ ਨਾਲ ਅਸੀਂ ਸਹਿਮਤ ਨਹੀਂ। ਮਜ਼ਾ ਤੇ ਤਾਂ ਵੀ ਤੁਸੀਂ ਆਹ ਚੀਜ਼ ਦਾ ਵੀ ਖੰਡਨ ਕਰੋ ਵੀ ਆ ਕਿੱਦਾਂ ਖਾਰੇ ਸਾਗਰ ਵਿੱਚ ਸੁੱਟ ਰਹੇ ਆ ਇਹ ਬੰਦੇ ਜਾ ਕੇ ਸਿੱਖ ਕੌਮ। ਗੱਲ ਇਹ ਆ ਵੀ ਇਹਨਾਂ ਕਿਸੇ ਨੇ ਨਹੀਂ ਖੰਡਨ ਕਰਨਾ। ਹਾਂਜੀ, ਮੁੱਕਦੀ ਗੱਲ ਤੇ ਇਹ ਆ ਵੀ ਜਿਹੜੇ ਕੌਮ ਦੇ ਇਸ ਵੇਲੇ ਸਿਆਣੇ ਲੋਕ ਆ, ਹਾਂਜੀ, ਉਹ ਇਹਨਾਂ ਗੱਲਾਂ ਨੂੰ ਸਮਝਣ ਤੇ ਆਪਣੀ ਰੂਪ ਰੇਖਾ ਉਲੀਕਣ। ਹੁਣ ਇਹਦੀ ਗੱਲ ਤੋਂ ਜਿੰਨਾ ਕਿਨੇ ਬਿਆਨ ਦਿੱਤਾ ਜਾਂ ਇਹਦੀਆਂ ਪਿਛਲੀਆਂ ਕਾਰਵਾਈਆਂ ਤੋਂ ਸਮਝ ਲੱਗ ਗਿਆ ਹੋਣਾ ਵੀ ਜੇ ਨਾਨਕਸ਼ਾਹੀ ਕੈਲੰਡਰ ਇਹੋ ਜਿਹੇ ਬੰਦੇ ਵਿੱਚ ਬਹਿ ਕੇ ਰੱਦ ਕਰਦੇ ਆ, ਹਾਂਜੀ ਹਾਂਜੀ, ਤਾਂ ਇਹਨਾਂ ਦੀਆਂ ਤਾਰਾਂ ਕਿੱਥੇ ਜੁੜੀਆਂ ਸੀ ਤੇ ਇਹ ਬੰਦੇ ਕੌਮ ਦਾ ਫੈਸਲਾ ਥੋੜਾ ਕਰਨਗੇ। ਬਿਲਕੁਲ ਠੀਕ ਆ। ਇਹ ਕਿਹਦੇ ਆਖੇ ਲੱਗ ਕੇ ਫੈਸਲਾ ਕਰਨ? ਹਾਂਜੀ। ਤੋ ਇਹ ਤਾਂ ਜਿਹੜੇ ਗੁਰਦੁਆਰਿਆਂ ਦੇ ਕਈ ਵਾਰੀ ਪ੍ਰਬੰਧ ਕਰਨ ਵਾਲੇ ਸੱਜਣ ਆ, ਜਦੋਂ ਉਹ ਵੀ ਇਹ ਗੱਲਾਂ ਤੇ ਫਸ ਜਾਂਦੇ ਆ ਵੀ ਵੇਖੋ ਜੀ ਜਥੇਦਾਰਾਂ ਦਾ ਫੈਸਲਾ ਵਾ, ਤਾਂ ਆ ਜਿਹੜੇ ਇਹਨੇ ਮੈਂ ਤੇ ਇੰਨਾ ਹੀ ਕਹਿਣਾ ਵੀ ਜਿਹੜੇ ਇਹਨੇ ਫੈਸਲੇ ਕੀਤੇ ਆ ਵੀ ਇਹਨਾਂ ਨੂੰ ਕੌਮ 'ਚ ਕਿੱਦਾਂ ਲਾਗੂ ਕੀਤਾ ਜਾ ਸਕਦਾ? ਇਹਦੀਆਂ ਕਰਤੂਤਾਂ ਕਰਕੇ ਇਹਦੇ ਫੈਸਲੇ ਵੀ ਨਾਲ ਹੀ ਇਹਦੇ ਸ਼ੱਕ ਦੇ ਘੇਰੇ 'ਚ ਆ ਜਾਣੇ ਚਾਹੀਦੇ। ਅਸਲ ਦੇ ਵਿੱਚ ਇਹ ਬੰਦੇ ਇੱਦਾਂ ਕਹਿ ਲਓ ਵੀ ਜਿੱਦਾਂ ਗਧੇ ਉੱਤੇ ਸ਼ੇਰ ਦੀ ਖੱਲ ਨਹੀਂ ਪਾਈ ਵਾਲੀ ਗੱਲ ਆ, ਉਹ ਇਹਨਾਂ ਤੇ ਪੂਰੀ ਉਹ ਸਾਖੀ ਢੁੱਕਦੀ ਆ ਵੀ ਅੰਦਰੋਂ ਹੁਣ ਵੇਖੋ ਇਹਨਾਂ ਦੇ ਉੱਤੋਂ ਸ੍ਰੀ ਸਾਹਿਬਾਂ ਪਾਈਆਂ ਵਾ, ਖੰਡੇ ਲਾਏ ਆ, ਭੀੜੀਆਂ ਪਜਾਮੀਆਂ ਪਾਈਆਂ ਵਾ, ਦਮਾਲੇ ਇਹਨਾਂ ਨੇ ਸਜਾਏ ਆ, ਕਿੱਦਾਂ ਮਤਲਬ ਉੱਥੇ ਜਦੋਂ ਜਾ ਕੇ ਪਹੁੰਚਦੇ ਆ ਤੇ ਕਿੱਦਾਂ ਉੱਥੇ ਐਂ ਲੱਗ ਰਿਹਾ। ਹੁਣ ਇਹਨਾਂ ਬੰਦਿਆਂ ਵੱਲ ਵੇਖ ਕੇ ਅਗਲੇ ਕਹਿੰਦੇ ਵੀ ਸਿੱਖ ਜਿਹੜੇ ਆ, ਅਗਲੇ ਐਵੇਂ ਥੋੜ੍ਹਾ ਬਿਆਨ ਦੇ ਰਹੇ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਆ, ਸਿੱਖ ਵੀ ਹੌਲੀ ਹੌਲੀ ਆਪਣੇ ਖਾਰੇ। ਇਹਨਾਂ ਨੇ ਕਿਤੇ ਭਾਈ ਕਾਹਨ ਸਿੰਘ ਨਾਭਾ ਜੀ ਦੀ ਕਿਤਾਬ ਹਮ ਹਿੰਦੂ ਨਹੀਂ ਪੜ੍ਹੀ ਹੁੰਦੀ, ਕਾਸ਼ ਕਿਤੇ ਇਹਨਾਂ ਨੇ ਗੁਰਬਾਣੀ ਦੇ ਸ਼ਬਦ ਪੜ੍ਹੇ ਹੁੰਦੇ, ਵਰਤ ਨਾ ਰਹੋ ਨਾ ਮਹਿ ਰਮਦਾਨਾ ਤਿਸ ਸੇਵੀ ਜੋ ਰੱਖੇ ਨਦਾਨਾ, ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਵਾਂ ਨਬੇਰਾ। ਉਹ 'ਚ ਗੁਰੂ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ, ਉੱਥੇ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ। ਵੀ ਇਹਨਾਂ ਨੇ ਪਰ ਗੱਲ ਤੇ ਇਹ ਆ ਵੀ ਇਹ ਬੰਦੇ ਰੂਪ ਸਿੱਖੀ ਦਾ ਧਾਰਨ ਕੀਤਾ ਤੇ ਅੰਦਰੋਂ ਪੂਰਨ ਤੌਰ ਤੇ ਜੇ ਕਹਿ ਲਈਏ ਵੀ ਇਹ ਉਹ ਬ੍ਰਾਹਮਣ ਨੂੰ ਵੀ ਮਾਤ ਪਾ ਰਹੇ ਜਿਹੜੇ ਬੋਧੀ ਧੋਤੀ ਵਾਲਾ ਵੀ ਬੋਧੀ। ਕਿਉਂਕਿ ਮੈਂ ਆਰੰਭ 'ਚ ਗੱਲ ਕੀਤੀ ਸੀ ਕਿ ਜਿਹੜਾ ਦੁਸ਼ਮਣ ਬਾਹਰੀ ਤੌਰ ਤੇ ਸਾਡੇ ਤੇ ਹਮਲੇ ਕਰਦਾ, ਸਿੱਖਾਂ ਤੇ ਵੱਡਾ ਘੱਲੂਘਾਰਾ ਵਾਪਰਿਆ, ਛੋਟਾ ਘੱਲੂਘਾਰਾ ਵਾਪਰਿਆ,
ਭਾਵੇਂ 84 'ਚ ਵੀ ਕਿੰਨਾ ਕੁਝ ਹੋਇਆ, ਸਿੱਖ ਕੌਮ ਫਿਰ ਬਾਹਰਲੇ ਹਮਲਿਆਂ ਤੋਂ ਸੁਚੇਤ ਹੋ ਕੇ ਆਪਣੇ ਆਪ ਨੂੰ ਤਗੜਾ ਕਰ ਲੈਂਦੀ ਰਹੀ। ਪਰ ਜਿਹੜਾ ਅੰਦਰੂਨੀ ਹਮਲਾ ਵੱਜ ਰਿਹਾ ਵਾ ਵੀ ਵੇਖੋ, ਫਿਰ ਦੁੱਖ ਦੀ ਗੱਲ ਇਹ ਵੀ ਆੜੀਆਂ ਪ੍ਰਬੰਧਕ ਕਮੇਟੀਆਂ ਜਦੋਂ ਇਹੋ ਹੀ ਬੰਦਾ ਗੁਰਦੁਆਰਿਆਂ ਜਾਂਦਾ ਕਿੱਦਾਂ ਸਰੋਪੇ ਪਾਉਂਦੇ ਆ, ਉਦੋਂ ਇਦਾਂ ਕਹਿਣਗੇ ਬੜਾ ਮਾੜਾ ਕੀਤਾ ਇਹਨੇ, ਬੜਾ ਮਾੜਾ ਬਿਆਨ ਦਿੱਤਾ, ਅਸੀਂ ਇਸ ਬਿਆਨ ਨਾਲ ਸਹਿਮਤ ਨਹੀਂ। ਕੇਂਦਰਿਤ ਹੋਣ ਦੀ ਲੋੜ ਆ। ਹਾਂਜੀ, ਕਿ ਇਹ ਬੰਦੇ ਜਿਹੜੇ ਆ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਆ ਜਾਂ ਜਿਹੜੇ ਸਿੱਖ ਆ ਸਾਡੇ, ਹਾਂਜੀ, ਉਹ ਇਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਾ ਹੋਣ। ਹਾਂਜੀ, ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਆ, ਇਹਨਾਂ ਦੇ ਬਿਆਨਾਂ ਨਾਲ ਉਹ ਸਾਰੇ ਸ਼ੱਕ ਦੇ ਘੇਰੇ 'ਚ ਆਪਣੇ ਆਪ ਆ ਜਾਣੇ ਚਾਹੀਦੇ ਆ। ਆਪੇ ਆ, ਬਿਲਕੁਲ। ਬਸ ਇੱਥੇ ਗੱਲ ਇਹਨਾਂ ਦੀ ਨਿਬੜ ਜਾਂਦੀ ਆ। ਹੋਰ ਇਹਨਾਂ ਨੂੰ ਕੀ ਕਿਹਾ ਜਾ ਸਕਦਾ, ਕਿਉਂਕਿ ਕੁਝ ਕਹਿਣ ਸੁਣਨ ਵਾਲੀ ਗੱਲ ਨਹੀਂ, ਉਹਨਾਂ ਨੇ ਆਪ ਹੀ ਬਿਆਨ ਕਰ ਦਿੱਤਾ ਜੋ ਕੁਝ ਹੈਗਾ ਉਹਨਾਂ ਦਾ। ਇੱਕ ਭਾਈ ਸੁਖਵਿੰਦਰ ਸਿੰਘ ਜੀ, ਇੱਕ ਮਾੜਾ ਸਰੋਤਿਆਂ ਨੂੰ ਨਾਲ ਆਪਾਂ ਵੀ ਦੱਸ ਦਈਏ ਵੀ ਇਹ ਜਦੋਂ ਜਾ ਕੇ ਉਹਨਾਂ ਦੇ ਇਕੱਠਾਂ 'ਚ ਰਾਮ ਦੀ ਗੱਲ ਜਿਵੇਂ ਤੁਸੀਂ ਬੜੇ ਡਿਟੇਲ ਨਾਲ ਦੱਸਦੀ ਆ, ਇੱਦਾਂ ਹੀ ਕ੍ਰਿਸ਼ਨ ਦੀ ਗੱਲ ਜਦੋਂ ਆਉਂਦੀ ਆ ਉਹ ਵੀ ਜਾ ਕੇ ਉੱਥੇ ਬੜੇ ਮਾਣ ਨਾਲ ਹੁਣ ਜਿਵੇਂ ਓਂਕਾਰ ਸਿੰਘ ਥਾਪਰ ਵਰਗੇ ਬੰਦੇ ਜਾ ਕੇ ਉੱਥੇ ਇਹ ਗੱਲ ਕਹਿੰਦੇ ਆ ਵੀ ਇਹਦਾ ਅਰਥ ਵਾ ਵੀ ਇਹ ਇਹਨਾਂ ਦੇ ਇਰਦ ਗਿਰਦ ਸੰਪਰਦਾਵਾਂ ਦੇ ਪ੍ਰਚਾਰਕ, ਡੇਰਿਆਂ ਤੋਂ ਪੜ੍ਹੇ ਹੋਏ ਪ੍ਰਚਾਰਕ ਇਹਨਾਂ ਦੇ ਇਰਦ ਗਿਰਦ ਇਹਨਾਂ ਦੇ ਕੰਨਾਂ 'ਚ ਉਹੋ ਜਿਹੇ ਬੋਲ ਪਾਉਂਦੇ ਆ, ਉੱਦਾਂ ਹੀ ਜਾ ਕੇ ਉਹ ਕਾਪੀ ਪੇਸਟ ਉੱਥੇ ਕਰ ਦਿੰਦੇ ਆ। ਮਤਲਬ ਆਪਾਂ ਥੋੜ੍ਹਾ ਇਹ ਵੀ ਦੱਸਿਓ ਵੀ ਜਿਹੜਾ ਕ੍ਰਿਸ਼ਨ ਸ਼ਬਦ ਬਾਣੀ 'ਚ ਆਉਂਦਾ ਵਾ ਜਾਂ ਗੁਰਬਾਣੀ 'ਚ ਬੀਠਲ ਸ਼ਬਦ ਆਉਂਦਾ ਵਾ, ਦਮੋਦਰ ਤੇ ਰਮਈਆ ਸ਼ਬਦ ਆਉਂਦਾ ਵਾ, ਕੀ ਇਹ ਜਿਹੜੇ ਸ਼ਬਦ ਵਾ ਵਾਕਿਆ ਸਾਨੂੰ ਹਿੰਦੂਇਜ਼ਮ ਵੱਲ ਲੈ ਕੇ ਜਾਂਦੇ ਆ ਵੀ ਗੁਰੂ ਸਾਹਿਬ ਨੇ ਇਹ ਨਾਂ ਕਿਉਂ ਵਰਤੇ? ਮਾੜਾ ਜਿਹਾ ਇਹਦੇ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਦੱਸੋ ਜੀ। ਦੇਖੋ, ਨਾਂ ਜਿਹੜੇ ਆ ਨਾ, ਨਾਂ ਉਹ ਤਾਂ ਪੁਰਾਤਨ ਜਿਹੜੇ ਇਹਨਾਂ ਨੇ ਅਵਤਾਰਾਂ ਲਈ ਵਰਤੇ ਸੀਗੇ। ਹਾਂਜੀ, ਗੁਰੂ ਸਾਹਿਬ ਨੇ ਉਹਨਾਂ ਦੀ ਪਰਿਭਾਸ਼ਾ ਬਦਲ ਦਿੱਤੀ। ਜਿਵੇਂ ਰਾਮ ਸ਼ਬਦ ਆ, ਉਹ ਤਾਂ ਹੁਣ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹ ਤੇ ਪਤਾ ਲੱਗ ਗਿਆ। ਹਾਂਜੀ, ਰਾਮ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਪਰ ਉਹਦੀ ਪਰਿਭਾਸ਼ਾ ਬਦਲ ਦਿੱਤੀ। ਬਿਲਕੁਲ ਠੀਕ ਹੈ। ਅਜੂਨੀ ਆ, ਸੈ ਭੰਗ ਆ, ਹਾਂਜੀ, ਹੈ ਨਾ। ਹਾਂਜੀ, ਇੱਕ ਓੰਕਾਰ ਆ, ਹਾਂਜੀ, ਸਤਨਾਮ ਕਰਤਾ, ਉਹ ਸਾਰਾ ਮੂਲ ਮੰਤਰ ਆਪਾਂ ਪੜ੍ਹ ਸਕਦੇ ਹਾਂ। ਹਾਂਜੀ, ਰਾਮ ਤੇ ਹੈ ਪਰ ਉਹ ਆ ਗੁਰਮਤਿ ਦੇ ਦਾਇਰੇ 'ਚ ਜਦੋਂ ਕ੍ਰਿਸ਼ਨ ਜਾਂ ਦਾਮੋਦਰ ਜਾਂ ਬੀਠਲ ਇਤਿਆਦਿਕ ਸ਼ਬਦ ਵਰਤੇ ਆ, ਹਾਂਜੀ, ਉਹਨਾਂ ਦੀ ਪਰਿਭਾਸ਼ਾ ਜਿਹੜੀ ਆ ਉਹ ਸਾਨੂੰ ਵੇਖਣੀ ਪੈਗੀ ਵੀ ਸਾਡਾ ਬੀਠਲ ਕੌਣ ਆ। ਅਜੂਨੀ, ਸੈ ਭੰਗ, ਬਿਲਕੁਲ ਠੀਕ ਹੈ ਨਾ। ਅਸੀਂ ਕੀ ਕਰਦੇ ਆ ਵੀ ਜਿੱਥੇ ਨਾਂ ਆਇਆ ਅਸੀਂ ਉਹ ਨਾਂ ਦੇ ਪਿੱਛੇ ਲੱਗ ਤੁਰਦੇ ਆ, ਨਾਂ ਪਿੱਛੇ ਤੁਰ ਪੈਂਦੇ ਆ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਆਖਿਆ ਲਈ ਪਰਿਭਾਸ਼ਾ ਕਾਇਮ ਕੀਤੀਆਂ ਨਾ, ਹਾਂਜੀ, ਸਾਨੂੰ ਉਹ ਪਰਿਭਾਸ਼ਾ ਨੂੰ ਕਾਇਮ ਰੱਖਣਾ ਚਾਹੀਦਾ। ਜਿਹੜੇ ਏਦਾਂ ਕਹਿ ਲਓ ਵੀ ਜਿਹੜੇ ਸਵਾਲ ਆ ਉਹ ਕਿਸੇ ਫਾਰਮੂਲੇ ਨਾਲ ਨਿਕਲਣੇ ਆ, ਹਾਂਜੀ, ਹੈ ਨਾ। ਹਾਂਜੀ, ਜਿਵੇਂ 2 ਤੇ 2 ਝੱਟ ਹੀ ਬੰਦਾ ਕਹਿ ਦੇਗਾ ਵੀ 4 ਹੋ ਸਕਦਾ, 2 ਤੇ 2 4 ਨਾ ਹੁੰਦੇ ਹੁਣ, 2 ਤੇ 2 ਆਪਾਂ ਘਟਾਉਣਾ ਹੋਵੇ, 2 ਚੋਂ 2 ਘਟਾਉਣੇ ਹੋਣ, ਉਹਦਾ ਪਤਾ ਤੇ ਲਾਓ ਨਾ ਵੀ ਇਹਦਾ ਕਰਨਾ ਕੀ ਹੈ। ਜੋੜ ਕਰਨਾ ਵਾ, ਘਟਾਉਣਾ ਵਾ, ਗੁਣਾ ਕਰਨਾ, ਕੀ ਕਰਨਾ, ਹਾਂਜੀ, ਹੈ ਨਾ। ਹਾਂਜੀ, ਏਦਾਂ ਹੀ ਹੁਣ ਜਦੋਂ ਅਸੀਂ ਕੋਈ ਗੱਲ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਕਰਨਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਨਾਂ ਵਰਤੇ ਆ ਤਾਂ ਇਹ ਕਿਸ ਲਈ ਵਰਤੇ ਆ, ਕਿਸ ਤਰ੍ਹਾਂ ਵਰਤੇ ਆ। ਹਾਂਜੀ, ਹੁਣ ਜਿਹੜੇ ਰਾਮ ਜਾਂ ਕ੍ਰਿਸ਼ਨ ਇਤਿਆਦਿਕ ਸ਼ਬਦ ਵਰਤੇ ਆ, ਉਹਨਾਂ ਦਾ ਜਦੋਂ ਅਵਤਾਰਵਾਦ ਲਈ ਉੱਥੇ ਉਹਨਾਂ ਨੇ ਖੰਡਨ ਵੀ ਕੀਤਾ, ਖੰਡਨ ਕੀਤਾ, ਬਿਲਕੁਲ ਠੀਕ ਹੈ। ਜਦੋਂ ਅਵਤਾਰਵਾਦ ਦੇ ਤੌਰ ਤੇ ਲਿਆ, ਜਦੋਂ ਇਹਨਾਂ ਦੇ ਸਿੱਧੇ ਨਾਂ ਲਿਆ, ਹਾਂਜੀ, ਜਦੋਂ ਉਹਨਾਂ ਨੇ ਸਰਬ ਵਿਆਪਕ ਪਰਮੇਸ਼ਰ ਅਕਾਲ ਪੁਰਖ ਬਾਰੇ ਗੱਲ ਕੀਤੀ ਆ, ਹਾਂਜੀ, ਨਾਂ ਉਹਨਾਂ ਨੇ ਇਹੋ ਹੀ ਵਰਤੇ ਆ, ਪਰ ਉੱਥੇ ਉਹਨਾਂ ਨੇ ਨਾਲੇ ਪਰਿਭਾਸ਼ਾ ਜਿਹੜੀ ਆ ਥਾਂ ਪਰ ਥਾਂ ਬਾਣੀ ਦੇ ਵਿੱਚ ਬਹੁਤ ਵਾਰੀ ਦ੍ਰਿੜ ਕਰਾ ਦਿੱਤੀ, ਹਾਂਜੀ, ਕਿ ਸਾਡਾ ਰਾਮ, ਸਾਡਾ ਕ੍ਰਿਸ਼ਨ, ਸਾਡਾ ਰਮਈਆ, ਸਾਡਾ ਸਾਂਵਲ ਸੁੰਦਰ ਜਿਹੜਾ ਉਹ ਅਜੂਨੀ ਤੇ ਸੈ ਭੰਗ ਆ। ਬਿਲਕੁਲ ਠੀਕ। ਤਾਂ ਸਾਨੂੰ ਬਾਣੀ ਨੂੰ ਨਿਰਪੱਖ ਹੋ ਕੇ ਬੜੇ ਧਿਆਨ ਨਾਲ, ਪਿਆਰ ਨਾਲ ਗੁਰਬਾਣੀ ਨੂੰ ਗੁਰਬਾਣੀ ਦੀ ਤਰ੍ਹਾਂ ਹੀ ਪੜ੍ਹਨਾ ਚਾਹੀਦਾ ਆ। ਹਾਂਜੀ, ਇਹ ਨਹੀਂ ਕਿ ਗੁਰਬਾਣੀ ਨੂੰ ਪੜ੍ਹਦੇ ਆ, ਵਿਆਖਿਆ ਅਸੀਂ ਜਿਹੜੀ ਆ ਉਹ ਬਾਹਰੋਂ ਵੇਦਾਂ ਸ਼ਾਸਤਰਾਂ ਚੋਂ ਜਾ ਕੇ ਕਰੀ ਜਾਣੀ ਆ। ਹਾਂਜੀ, ਉਹਦੇ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਹਾਂਜੀ, ਵੇਖ ਜਿਵੇਂ ਹੁਣ ਆਪਾਂ ਜਪ ਬਾਣੀ ਦਾ ਜਦੋਂ ਪਾਠ ਕਰਦੇ ਆ, ਉਹਦੇ ਵਿੱਚ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਹੁਣ ਵੇਖੋ, ਜਦੋਂ ਇਹ ਆਮ ਕਰਕੇ ਕਈ ਵਾਰੀ ਆਪਾਂ ਇਹਨਾਂ ਸੰਪਰਦਾਈ ਡੇਰੇਦਾਰਾਂ ਦੇ ਪ੍ਰਚਾਰਕਾਂ ਕੋਲੋਂ ਕਈ ਵਾਰੀ ਸੁਣਦੇ ਹਾਂ ਅਤੇ ਉਹ ਕਹਿਣਗੇ ਵੇਖੋ ਗੁਰੀ ਈਸ਼ਰ ਗੁਰ, ਬ੍ਰਹਮਾ ਗੁਰ, ਪਾਰਬਤੀ ਗੁਰ। ਮਤਲਬ ਵੇਖੋ ਇਹ ਕਿੰਨੇ ਸੋਹਣੇ ਤਰੀਕੇ ਨਾਲ ਵੀ ਗੁਰੂ ਸਾਹਿਬ ਨੇ ਤਾਂ ਸਗੋਂ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਵੀ ਜੇ ਹੋਂ ਜਾਣਾ ਆਖਾਂ ਨਾਹੀਂ, ਵੀ ਜੇ ਮੈਂ ਇਸ ਗੱਲ ਨੂੰ ਜਾਣ ਲਵਾਂ, ਕੀ ਜਾਣ ਲਵਾਂ ਵੀ ਥਾਪਿਆ ਨਾ ਜਾਏ, ਵੀ ਉਹ ਸਥਾਪਿਤ ਨਹੀਂ ਕੀਤਾ ਜਾ ਸਕਦਾ ਤੇ ਕੀਤਾ ਨਾ ਹੋਏ ਵੀ ਉਹ ਕਿਸੇ ਦੇ ਪੈਦਾ ਕੀਤਿਆਂ ਨਹੀਂ। ਭਾਵ ਜੇ ਉਹਨੂੰ ਮਾਤਾ ਪਿਤਾ ਰਾਹੀਂ ਜੇ ਉਹਦਾ ਜਨਮ ਨਹੀਂ ਹੋਇਆ ਤੇ ਉਹਦੀ ਕੋਈ ਮੂਰਤੀ, ਕੋਈ ਪੇਪਰ ਦੀ, ਕੋਈ ਲੱਕੜ ਦੀ, ਉਹਦੀ ਕੋਈ ਮੂਰਤੀ ਵੀ ਨਹੀਂ ਬਣ ਸਕਦੀ।
ਕਿਉਂਕਿ ਉਹ ਆਪੇ ਆਪ ਨਿਰੰਜਨ ਸੋਏ ਦੀ ਜਿਹੜੀ ਗੱਲ ਆਪਾਂ ਕਹਿੰਦੇ ਵੀ ਉਹ ਗੁਣੀ ਨਿਧਾਨ ਪ੍ਰਮਾਤਮਾ ਗੁਣਾਂ ਦੇ ਰੂਪ ਵਿੱਚ ਹਰ ਇੱਕ ਦੇ ਹਿਰਦੇ ਵਿੱਚ ਸਮਾਇਆ ਹੋਇਆ ਵਾ। ਤੋ ਇਹ ਜਿਹੜੇ ਨਾਂ ਆਏ ਆ ਇਦਾਂ ਕ੍ਰਿਸ਼ਨ, ਰਾਮ, ਦਮੋਦਰ, ਬੀਠਲ, ਇਹੋ ਹੀ ਤੇ ਗੱਲ ਆ ਵੀ ਇਹ ਲੋਕਾਂ ਨੇ ਪਹਿਲਾਂ ਬੋਦੀ ਧੋਤੀ ਸੀ, ਹੁਣ ਕਸ਼ਹਿਰੇ ਤੇ ਕਿਰਪਾਨਾਂ ਦੇ ਰੂਪ ਵਿੱਚ ਪਹਿਚਾਨਣੇ ਔਖੇ ਆ ਥੋੜੇ, ਕਿਉਂਕਿ ਜਦੋਂ ਆਪਾਂ ਵੇਖਦੇ ਹਾਂ ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ, ਵੀ ਇਹ ਤਾਂ ਹੁਣ ਕੰਮਾਂ ਤੋਂ ਪਛਾਣੇ ਜਾਣੇ ਆ। ਵੀ ਇਹੋ ਜਿਹੇ ਬੰਦੇ ਕੱਲਾ ਇਕਬਾਲ ਸਿੰਘ ਨਹੀਂ, ਇਹਦੇ ਪਿੱਛੇ ਲੜੀ ਵੇਖੀਏ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਇਸ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਆ, ਲੋਕਾਂ ਵਿੱਚ ਕਿੱਦਾਂ ਇਹ ਗੱਲਾਂ ਲੈ ਕੇ ਜਾ ਰਹੇ। ਜਿਵੇਂ ਭਗਤ ਕਬੀਰ ਦਾ ਸ਼ਬਦ ਆਉਂਦਾ, ਉਲਟ ਜਾਤ ਕੁਲ ਦੋ ਵਿਸਾਰੀ ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾਡੇ ਦੋ। ਵੀ ਤੁਸੀਂ ਇਹ ਸ਼ਬਦ ਵੀ ਜਾ ਕੇ ਉਹਨਾਂ ਸਾਹਮਣੇ ਪੜ੍ਹੋ, ਪਤਾ ਇਹਨਾਂ ਨੂੰ। ਹੁਣ ਤੁਸੀਂ ਵੇਖੋ ਇਹਦੇ ਨਾਲ ਆਪਾਂ ਹੋਰ ਵੀ ਥੋੜ੍ਹੀ ਜਿਹੀ ਡਿਟੇਲ 'ਚ ਗੱਲ ਕਰੀਏ ਵੀ ਜਿੱਦਣ ਜਨਮ ਅਸ਼ਟਮੀ ਆਉਂਦੀ ਆ, ਤੁਸੀਂ ਵੇਖਿਆ ਹੋਏਗਾ ਉਸ ਦਿਨ ਦਰਬਾਰ ਸਾਹਿਬ ਸਪੈਸ਼ਲ ਸ਼ਬਦ ਪੜ੍ਹਾਏ ਜਾਂਦੇ ਆ। ਇਹਦੇ ਪਿੱਛੇ ਤੁਸੀਂ ਕੀ ਕਾਰਨ ਕਹਿ ਸਕਦੇ ਆ ਵੀ ਇਹ ਕਿਉਂ, ਕਿ ਇਹਨਾਂ ਰਾਗੀਆਂ ਨੂੰ ਪਤਾ ਨਹੀਂ ਹੈਗਾ ਵੀ ਗੁਰਬਾਣੀ ਵਿੱਚ ਇਹ ਸ਼ਬਦ ਕਿਸ ਅਰਥ ਵਿੱਚ ਆਏ ਆ, ਕਿ ਜਾਂ ਇਹ ਜਾਣ ਬੁੱਝ ਕੇ ਘੇਸਲਵੱਟੀ ਆ, ਕਿ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਆ। ਤੁਸੀਂ ਕੀ ਮਹਿਸੂਸ ਕਰਦੇ ਇਸ ਬਾਰੇ? ਇਹ ਗੱਲ ਘੇਸਲ ਦਾ ਨਹੀਂ ਗਾ ਮਸਲਾ ਹੈਗਾ, ਪਤਾ ਤੇ ਸਭ ਕੁਝ ਹੁੰਦਾ। ਹਾਂਜੀ, ਇਹਨੂੰ ਆ ਬੰਦਾ ਜਿਹੜਾ ਅੱਜ ਜਿਹਦੀ ਗੱਲ ਕਰ ਰਹੇ ਆ, ਇਹਨੂੰ ਕਿਤੇ ਪਤਾ ਨਹੀਂ ਸਾਰਾ? ਇਹਨੂੰ ਵੀ ਪਤਾ ਹੈਗਾ। ਹਾਂਜੀ, ਪਰ ਗੱਲ ਇਹ ਆ ਵੀ ਜਿਹੜਾ ਆਦਤ ਪਈ ਆ, ਜਿਵੇਂ ਡੰਗਰ ਨੂੰ ਰੱਸੇ ਖਾਣ ਦੀ ਪੈ ਜਾਂਦੀ ਆ, ਇਹਨਾਂ ਨੂੰ ਆਦਤ ਪਈ ਹੋਈ ਆ, ਆਦਤ ਪਈ ਹੋਈ ਆ, ਤਾਂ ਨਿਕਲਣਾ ਨਹੀਂ ਚਾਹੁੰਦੇ ਉੱਥੋਂ, ਨਿਕਲਣਾ ਨਹੀਂ ਚਾਹੁੰਦੇ। ਸਹੀ ਗੱਲ ਆ। ਬਾਕੀ ਇਹਦੇ ਨਾਲ ਇੱਕ ਗੱਲ ਹੋਰ ਮੈਂ ਸਪਸ਼ਟ ਕਰ ਦਿੰਦਾ ਵੀ ਕਿਸੇ ਵੀ ਤਰ੍ਹਾਂ ਕਿਸੇ ਨਾਲ ਮਿਲਣ ਤੋਂ ਜਾਂ ਵਰਤਣ ਤੋਂ ਕੋਈ ਨਹੀਂ ਰੋਕਦਾ, ਨਹੀਂ ਰੋਕਦਾ ਕੋਈ, ਕਿਉਂਕਿ ਇਹ ਕਈ ਵਾਰੀ ਫਿਰ ਇਹ ਮੁੱਦਾ ਬਣਾਉਂਦੇ ਆ ਵੀ ਵੇਖੋ ਫਿਰ ਭਾਈਚਾਰਾ ਖਤਮ ਹੋ ਜੂਗੇ, ਤਾਂ ਭਾਈਚਾਰਾ ਖਤਮ ਥੋੜਾ ਕਰ ਲੈਣਾ ਆਪਾਂ। ਹਾਂਜੀ, ਭਾਈਚਾਰਾ ਨਹੀਂ ਖਤਮ ਕਰਨ ਦੀ ਗੱਲ ਹੈਗੀ। ਹਾਂਜੀ, ਜੇ ਉਹ ਦੁੱਖ ਸੁੱਖ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਆ, ਕਿਉਂਕਿ ਸਮਾਜ ਵਿੱਚ ਰਹਿੰਦੇ ਆਪਾਂ ਸਾਰੇ, ਹਾਂਜੀ, ਤਾਂ ਅਸੀਂ ਵੀ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕਰ ਸਕਦੇ ਹਾਂ। ਕੋਈ ਨਫ਼ਰਤ ਨਹੀਂ ਗੀ, ਕੋਈ ਈਰਖਾ ਨਹੀਂ ਕਿਸੇ ਨਾਲ। ਬਿਲਕੁਲ ਠੀਕ ਹੈ। ਜਿੱਥੇ ਤੱਕ ਸਿਧਾਂਤਕ ਮਸਲਾ ਆ, ਸਾਡਾ ਵਿਚਾਰਧਾਰਕ ਮਸਲਾ ਆ, ਹਾਂਜੀ, ਉੱਥੇ ਅਸੀਂ ਆਪਣੇ ਥਾਂ ਤੇ ਰਹੀਏ ਵੀ ਜੋ ਸਾਡੇ ਗੁਰੂ ਸਾਹਿਬ ਨੇ ਕਿਹਾ, ਹਾਂਜੀ, ਵੀ ਉਹਦੇ ਤੇ ਅਸੀਂ ਕਾਇਮ ਰਹੀਏ, ਉਹਦੇ ਕਾਇਮ ਰਹੀਏ। ਠੀਕ ਹੈ। ਤਾਂ ਇਹ ਬਿਮਾਰੀ ਜਿਹੜੀ ਆ ਸਾਡੇ 'ਚ ਬਥੇਰੀ ਹੈਗੀ ਏਦਾਂ ਦੀ। ਹਾਂਜੀ, ਜਿਵੇਂ ਆ ਪਿੱਛੇ ਹੁਣ ਰੱਖੜੀ ਵਾਲਾ ਮਸਲਾ ਹੀ ਸੀਗਾ, ਗਾਂ ਹੁਣ ਅੱਗੇ ਅਕਤੂਬਰ 'ਚ ਦੀਵਾਲੀ ਵਾਲਾ ਮਸਲਾ ਆਏਗਾ, ਤਾਂ ਸਾਡੇ ਹਟਣਾ ਥੋੜਾ ਲੋਕਾਂ ਨੇ। ਹਾਂਜੀ, ਟੁੱਚਰਾਂ ਦਲੀਲਬਾਜ਼ੀਆਂ ਕੋਈ ਨਾ ਕੋਈ ਕੱਢੀ ਜਾਣੀਆਂ, ਦੇਈ ਜਾਣੀਆਂ। ਹਾਂਜੀ, ਤਾਂ ਬਥੇਰਾ ਕੁਛ ਏਦਾਂ ਦਾ ਗੱਲ ਆ ਵੀ ਜਿੱਥੇ ਟੁੱਚਰਬਾਜ਼ ਜਾਂ ਏਦਾਂ ਦੇ ਬੰਦੇ ਇਸ ਵੇਲੇ ਮੌਜੂਦ ਆ, ਹਾਂਜੀ, ਉੱਥੇ ਇਸ ਗੱਲ ਦਾ ਵੀ ਮਾਣ ਆ ਵੀ ਬਹੁਤ ਸਾਰੇ ਲੋਕ ਅੱਜ ਇਸ ਗੱਲ ਤੋਂ ਸੁਚੇਤ ਆ, ਹਾਂਜੀ, ਜਾਗਦੇ ਵੀ ਆ। ਹਾਂਜੀ, ਇਕਬਾਲ ਸਿੰਘ ਤਾਂ ਮੇਰਾ ਖਿਆਲ ਆ ਵੀ ਅਜੇ ਬਿਆਨ ਦੇ ਕੇ ਚਾਹ ਵੀ ਨਹੀਂ ਪੀਤੀ ਹੋਣੀ ਉੱਥੇ। ਹਾਂ, ਬਿਲਕੁਲ ਸਹੀ ਗੱਲ ਆ। ਤਾਂ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਨਾਲੋਂ ਨਾਲ ਜਤਾਤਾ, ਜਿਵੇਂ ਹੀ ਸਾਹਮਣੇ ਆਇਆ। ਹਾਂਜੀ, ਵੀ ਕਦੀ ਇਹ ਸਮਾਂ ਸੀਗਾ ਵੀ ਜਿੱਥੇ ਇਹ ਬੰਦੇ ਖਲੋਂਦੇ ਸੀਗੇ, ਉੱਥੇ ਲੋਕੀ ਆਂਦੇ ਸੀ ਵੀ ਤਖਤ ਨਾਲ ਟੱਕਰ ਨਹੀਂ ਲੈਣੀ ਆਪਾਂ। ਸਹੀ ਗੱਲ, ਸਹੀ ਗੱਲ, ਸਹੀ ਗੱਲ। ਇਹਨਾਂ ਨੂੰ ਰੱਬ ਬਣਾ ਕੇ ਰੱਖਿਆ ਜਾਂਦਾ ਹੈ। ਹਾਂ, ਤਾਂ ਅੱਜ ਹੁਣ ਦੇਸ਼ ਵਿਦੇਸ਼ ਦੇ ਵਿੱਚ ਬਥੇਰੇ ਲੋਕ, ਸੰਗਤਾਂ, ਬੀਬੀਆਂ, ਭੈਣਾਂ, ਵੀਰ, ਨੌਜਵਾਨ, ਬਜ਼ੁਰਗ, ਹਾਂਜੀ, ਇਸ ਗੱਲ ਤੋਂ ਪੂਰੀ ਤਰ੍ਹਾਂ ਅਗਾਹ ਆ। ਅਗਾਹ ਵਾ, ਬਿਲਕੁਲ। ਤੇ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਜਦੋਂ ਏਦਾਂ ਦੇ ਕੋਈ ਮਨਮਤੀ ਕਰਮ ਇਹ ਕਰਦੇ ਆ। ਹਾਂਜੀ, ਤਾਂ ਦੇਖਿਓ ਹੁਣ ਅੱਜ ਅਜੇ ਇਹਨੇ ਬਿਆਨ ਦਿੱਤਾ ਹੀ ਆ, ਤਾਂ ਇੰਨਾ ਰੌਲਾ ਪਿਆ ਹੋਇਆ। ਹਾਂਜੀ, ਕੱਲ ਪਰਸੋਂ ਤੱਕ ਨਤੀਜਾ ਆ ਜਾਊਗਾ ਸਾਹਮਣੇ ਵੀ ਇਹ ਜਿਹੜਾ ਇਹਨੇ ਬਿਆਨ ਦਿੱਤਾ ਇਹ ਕਿੱਦਾਂ ਇਹ ਭਲਾ ਇਹਦੇ ਮੂੰਹ 'ਚ ਪੈਂਦਾ ਕਿ ਨਹੀਂ ਪੈਂਦਾ। ਨਹੀਂ, ਇਹਨੇ ਜਾਣ ਕੇ ਦਿੱਤਾ ਜੀ, ਇਹਨੂੰ ਸਾਰਾ ਪਤਾ ਇਸ ਗੱਲ ਦਾ। ਇਹਨੂੰ ਪਤਾ, ਇਹਨੇ ਬੈਕ ਗੇਅਰ ਥੋੜਾ ਲਾਉਣਾ ਇਹਨੇ ਵੀ ਇਹ ਕਹੂਗਾ ਮੇਰੇ ਕੋਲ ਜਾਣ ਕੇ ਨਿਕਲ ਗਿਆ। ਸਾਰਾ ਪਤਾ ਇਹ ਤੇ, ਕਿਉਂਕਿ ਵੇਖੋ ਜਿੰਨਾ ਸੰਪਰਦਾਵਾਂ ਡੇਰਿਆਂ ਵਿੱਚ ਇਹ ਆਉਂਦੇ ਆ, ਜਿਨ੍ਹਾਂ ਤੋਂ ਇਹ ਸਨਮਾਨਿਤ ਹੁੰਦੇ ਆ, ਉਹ ਸ਼ਰੇਆਮ ਤੇ ਆਰਤੀਆਂ ਕਰਦੇ ਆ। ਤੁਸੀਂ ਵੇਖੋ ਵੀ ਲੱਛਣ ਵੇਖੋ ਨਾ, ਜੇ ਆਪਾਂ ਲੱਛਣ ਵੇਖੀਏ, ਕਰਮ ਵੇਖੀਏ, ਤੇ ਕਰਮ ਕਿਹਨਾਂ ਨਾਲ ਰਲ ਰਹੇ ਆ। ਜੇ ਆਪਾਂ ਸ਼ੋਕੜਵਾਲ ਜਾ ਕੇ ਵੇਖ ਕੇ ਜਾਂਦੇ ਵੀ ਕਿੱਦਾਂ ਗੱਲ ਵੇਖੋ, ਜੇ ਉਹ ਅਗਲੇ ਮੰਦਰਾਂ ਵਿੱਚ ਆਰਤੀਆਂ ਕਰਦੇ ਆ, ਇੱਧਰ ਆਰਤੀਆਂ ਤੋਂ ਬਿਨਾਂ ਅਖੰਡ ਪਾਠ ਨਹੀਂ ਹੋ ਰਿਹਾ। ਜੇ ਉਹ ਨਾਰੀਅਲ ਭਾਂਦੇ, ਇੱਧਰ ਨਾਰੀਅਲ ਤੋਂ ਬਿਨਾਂ ਅਖੰਡ ਪਾਠ ਨਹੀਂ ਹੋ ਰਿਹਾ। ਤੇ ਜੇ ਉਹ ਬੰਦੇ ਸੰਖਪੂਰ ਦੇ, ਉੱਦਾਂ ਹੀ ਇੱਥੇ ਹੁਣ ਕਈ ਵਾਰੀ ਟੱਲੀਆਂ ਖੜਕਦੀਆਂ ਵਾ ਤੇ ਇੰਜ ਫੀਲਿੰਗ ਆਉਂਦੀ ਜਿਵੇਂ ਆਪਾਂ ਮੰਦਿਰ 'ਚ ਬੈਠੇ ਹੁੰਦੇ ਆ, ਵੀ ਇਹ ਹਰਕਤਾਂ ਤਾਂ ਉਹੀ ਆ। ਉਹ ਗੱਲ ਤਾਂ ਤੁਹਾਡੀ ਠੀਕ ਆ। ਹਾਂਜੀ, ਪਰ ਦੂਜੇ ਪਾਸੇ ਜਿਹੜੇ ਜਾਗਦੇ ਸਿਰ ਆ, ਹਾਂਜੀ,
ਉਹ ਵੀ ਤਾਂ ਆਪਣਾ ਜਲਵਾ ਵਿਖਾਉਂਦੇ ਆ ਨਾ। ਹਾਂਜੀ, ਆਖਰ ਫਿਰ ਇਹ ਭੱਜਦੇ ਵੀ ਆ, ਲੁਕਦੇ ਵੀ ਫਿਰਦੇ ਰਹਿੰਦੇ ਆ। ਬਿਲਕੁਲ ਬਿਲਕੁਲ ਹੁਣ ਬਿਲਕੁਲ। ਇਹਨਾਂ ਨੂੰ ਇਹਨੂੰ ਇਕਬਾਲ ਸਿੰਘ ਨੂੰ ਕਿਤੇ ਮੀਡੀਆ ਨਾ ਘੇਰੂਗਾ, ਜਿਹੜੇ ਸਵਾਲ ਉੱਠਣਗੇ। ਹਾਂ। ਹੂੰ। ਜਿਹੜਾ ਇਹਨੇ 2016 ਚ ਬਿਆਨ ਦਿੱਤਾ ਸੀ, 2016 ਚ ਗੁਰੂ ਗੋਬਿੰਦ ਸਿੰਘ ਨੇ ਜਨਮ ਲੈਣਾ, ਹਾਂਜੀ। ਉਹਦੇ ਜਵਾਬ ਦੇ ਪਾਇਆ ਸੀਗਾ। ਹੂੰ ਹੂੰ। ਤਾਂ ਮੈਂ ਉਹ ਕਰ ਰਿਹਾ ਵੀ ਕੱਲ ਤੱਕ ਹੋਰ 2 ਦਿਨ ਲੱਗਣਗੇ, ਹਾਂਜੀ। ਤਾਂ ਹੱਥਾਂ ਪੈਰਾਂ ਦੀ ਤੇ ਇਹਨੂੰ ਵੀ ਪੈ ਜਾਣੀ ਆ। ਹਾਂ, ਨਹੀਂ ਪੈ ਉੱਥੇ ਤੇ ਜੀ, ਠੀਕ ਇਹ ਆ ਪਤਾ ਜਿਹੜਾ ਹੀ ਇਹਨਾਂ ਨੂੰ ਪਤਾ ਵੀ ਹੋਣੇ ਨੇ ਇੱਧਰੋਂ ਕੀ ਲੈਣਾ। ਇਹ ਹੁਣ ਸਾਰਾ ਕੁਝ ਸ਼ਰੇਆਮ ਬਿਲਕੁਲ ਇਹ ਬਿਆਨ ਜਿਹੜਾ ਇਹਨੇ ਦਿੱਤਾ ਬਿਲਕੁਲ ਉਹਨਾਂ ਦੀ ਝੋਲੀ 'ਚ, ਕਿਉਂਕਿ ਇਹ ਅਸਲ ਦੇ ਵਿੱਚ ਗੱਲ ਫਿਰ ਉੱਥੇ ਆਣ ਕੇ ਆਉਂਦੀ ਵੀ ਇਹ ਬੰਦਿਆਂ ਦੇ ਚਿਹਰੇ ਜਿਹੜੇ ਆ ਉਹ ਬਾਹਰੋਂ ਸਿੱਖਾਂ ਵਾਲੇ ਆ, ਤੇ ਇਹਨਾਂ ਦੇ ਅੰਦਰੋਂ ਜਿਹੜੀਆਂ ਹਰਕਤਾਂ, ਜਿਹਨੂੰ ਆਪਾਂ ਕਹਿੰਦੇ ਮਾਨਸ ਮੂਰਤ ਨਾਨਕ ਨਾਮ ਤੇ ਕਰਨੀ ਕੁੱਤਾ ਦਰ ਫਰਮਾਨ, ਵੀ ਜਿਹੜਾ ਇਹਨਾਂ ਦੀਆਂ ਜਿਹੜਾ ਕੁੱਤੇ ਨੂੰ ਲਾਲਚੀ ਆਖਿਆ ਨਾ ਬਾਣੀ 'ਚ, ਇਹ ਉਹ ਲੋਕ ਵਾ ਵੀ ਜਿਹੜੇ ਦਰ ਦਰ ਤੇ ਮਤਲਬ ਤੁਰੇ ਫਿਰਦੇ ਆ, ਤੇ ਇਹ ਬਾਹਰੋਂ ਰੂਪ ਇਹਨਾਂ ਨੇ ਇਦਾਂ ਦੇ ਧਾਰਨ ਕੀਤੇ ਹੋਏ ਆ। ਚਲੋ ਇਕਬਾਲ ਸੋਂ ਤੇ ਛੱਡੋ, ਇਹਨੂੰ ਪਾਸੇ ਕਰ ਦਿਓ। ਜਿਹੜੇ ਗੱਲ ਆਣ ਕੇ ਉਹਨਾਂ ਕਮੇਟੀਆਂ ਤੇ, ਆ ਹੁਣੇ ਹੀ ਇੱਕ ਵੀਰ ਦਾ ਫੋਨ ਆ ਰਿਹਾ ਸੀ ਵੀ ਕਾਨਪੁਰ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਵਿੱਚ ਉੱਥੇ ਇੱਕ ਮਤਲਬ ਸਿੱਖੀ ਸਰੂਪ ਵਾਲੇ ਬੰਦੇ ਨੇ ਐਨ ਬਾਹਰ ਸਾਹਮਣੇ ਇਦਾਂ ਲਾ ਕੇ ਟੈਂਟ ਤੇ ਐ ਖੁਸ਼ੀ ਮਨਾਈ ਆ, ਟੱਲੀਆਂ ਖੜਕਾਈਆਂ। ਮਤਲਬ ਇਹ ਲੋਕ ਕਿਹੜੇ ਬੰਨੇ, ਮਤਲਬ ਇਹ ਪਹਿਚਾਨਣ ਦੀ ਲੋੜ ਆ, ਕੱਲਾ ਇਕਬਾਲ ਸੋਂ ਦੀ ਲੋੜ ਨਹੀਂ। ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਸਾਡੇ ਇਦਾਂ ਬੰਦੇ ਬੈਠੇ ਆ, ਜਿੱਥੇ ਸ਼ਾਇਦ ਮੈਨੂੰ ਯਾਦ ਆ ਵੀ ਇਹ ਗੱਲ 2009 ਦੀ ਆ, ਦਿੱਲੀ ਦੇ ਵਿੱਚ ਇੱਕ ਗੁਰਦੁਆਰੇ ਅਸੀਂ ਸਮਾਗਮ ਕਰਨ ਗਏ, ਤੇ ਉੱਥੇ ਗ੍ਰੰਥੀ ਵੀਰ ਸੀ, ਚੌਂਤੇ ਕਾਲਜ ਤੋਂ ਪੜ੍ਹਿਆ, ਬੜਾ ਵਧੀਆ ਵੀਰ ਸੀ, ਪ੍ਰਚਾਰਕ ਦੀ ਕਥਾ ਕਰ ਰਿਹਾ ਸੀ। ਤਾਂ ਉਹ ਜਦੋਂ ਉੱਥੇ ਅਸੀਂ ਕਥਾ ਕਰਕੇ ਮੈਂ ਜਦੋਂ ਉੱਠਿਆ ਤੇ ਮੈਨੂੰ ਰੂਮ 'ਚ ਆਪਣੇ ਲੈ ਗਿਆ, ਕਹਿੰਦਾ ਵੀਰ ਜੀ ਵੀ ਬਹੁਤ ਬੁਰਾ ਹਾਲ ਆ ਕਮੇਟੀਆਂ ਦਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਜੀ ਇੱਥੇ ਇੱਕ ਦਿਨ ਜਨਮ ਅਸ਼ਟਮੀ ਸੀ, ਤੇ ਮੈਨੂੰ ਕਹਿੰਦੇ ਵੀ ਤੁਸੀਂ ਵਧਾਈ ਦੇ ਦਿਓ ਸਾਰੀ ਸੰਗਤ ਨੂੰ ਕ੍ਰਿਸ਼ਨ ਦੇ ਜਨਮ ਦਿਨ ਦੀ, ਵੀ ਭਗਵਾਨ ਕ੍ਰਿਸ਼ਨ ਦਾ ਅੱਜ ਜਨਮ ਦਿਨ ਆ। ਕਹਿੰਦਾ ਮੈਂ ਕਿਹਾ ਜੀ ਵੇਖੋ, ਮੈਂ ਬਾਣੀ ਦੇ ਆਧਾਰ 'ਤੇ ਵਿਆਖਿਆ ਕਰੂੰਗਾ। ਜਿਹੜੀ ਬਾਣੀ ਆ, ਬਾਣੀ ਪ੍ਰਮਾਤਮਾ ਨੂੰ ਜਿਹੜਾ ਵਾ ਉਹ ਜੂਨਾਂ 'ਚ ਨਹੀਂ ਮੰਨਦੀ, ਉਹ ਪ੍ਰਮਾਤਮਾ ਜੂਨਾਂ ਤੋਂ ਰਹਿਤ ਵਾ, ਤੇ ਇਸ ਕਰਕੇ ਮੈਂ ਇਹ ਕੰਮ ਨਹੀਂ ਕਰ ਸਕਦਾ। ਕਹਿੰਦਾ ਮੈਨੂੰ ਨਾ ਕਹੇ ਵੀ 1 ਮਹੀਨੇ ਦਾ ਤੁਸੀਂ ਨੋਟਿਸ ਦਿੰਦੇ ਆ, ਤੁਸੀਂ ਆਪਣਾ ਕਿਸੇ ਗੁਰਦੁਆਰੇ ਦਾ ਪ੍ਰਬੰਧ ਕਰ ਲਓ। ਤੇ ਮਤਲਬ ਉਹ ਵੀਰ ਦੀ ਮੈਂ ਗੱਲ ਦੱਸ ਰਿਹਾ ਵੀ ਉਹ ਆਪਣੇ ਰੂਮ 'ਚ ਆਇਆ, ਆਪਣੀ ਵਾਈਫ ਦੇ ਮੇਰੇ ਸਾਹਮਣੇ ਦੱਸ ਰਿਹਾ ਸੀ ਕਿ ਭਾਗਾਂ ਵਾਲੀਏ ਵੀ ਹੁਣ ਆਪਾਂ ਨੂੰ ਕਿਸੇ ਹੋਰ ਗੁਰਦੁਆਰੇ ਜਾਣਾ ਪੈਣਾ ਵਾ, ਵੀ ਇਹ ਜੇ ਤੇ ਮੈਂ ਆਪਣੀ ਜ਼ਮੀਰ ਮਾਰੂੰਗਾ ਤਾਂ ਮੈਨੂੰ ਇਸੇ ਗੁਰਦੁਆਰੇ ਰਹਿਣਾ ਪੈਣਾ ਵਾ, ਤੇ ਜੇ ਨਹੀਂ ਤੇ ਫਿਰ ਜੇ ਮੈਂ ਸਿਧਾਂਤ ਤੇ ਅੜਿਆ ਰਿਹਾ ਤੇ ਮੈਨੂੰ ਇੱਥੋਂ ਕਿਤੇ ਨਾ ਕਿਤੇ ਹੋਰ ਜਾਣਾ ਪੈਣਾ ਵਾ। ਤੇ ਉਹਦੀ ਘਰਵਾਲੀ ਕਹਿ ਰਹੀ ਸੀ ਆਪਾਂ ਤਾਂ ਆਪਣੀ ਬੇਟੀ ਦੀ ਐਡਮਿਸ਼ਨ ਵੀ ਕਰਾ ਚੁੱਕੇ ਹਾਂ। ਮਤਲਬ ਦੇਖੋ ਉਹਨਾਂ ਗ੍ਰੰਥੀਆਂ ਪ੍ਰਚਾਰਕਾਂ ਦੇ ਹਾਲਾਤ, ਜਿਹੜੇ ਵਿਚਾਰੇ ਸੱਚ ਤੇ ਖਲੋ ਜਾਂਦੇ, ਕਈ ਵਾਰੀ ਉਹਨਾਂ ਨੂੰ ਕਿੰਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਪਾਸੇ ਬਹਿ ਕੇ ਕਹਿਣਾ ਬਹੁਤ ਸੌਖਾ ਹੁੰਦਾ ਵੀ ਆ ਇੱਦਾਂ ਨਹੀਂ ਹੋ ਰਿਹਾ, ਇੱਦਾਂ ਨਹੀਂ ਹੋ ਰਿਹਾ। ਬਹੁਤ ਸਾਡੇ ਵੀਰ ਗ੍ਰੰਥੀ ਪ੍ਰਚਾਰਕ ਆ ਜਿਹੜੀਆਂ ਇਹਨਾਂ ਮੁਸ਼ਕਿਲਾਂ ਦੇ ਨਾਲ ਡਟ ਕੇ ਮੁਕਾਬਲਾ ਵੀ ਕਰਦੇ ਆ, ਆਪਣੀ ਜ਼ਮੀਰ ਨਹੀਂ ਵੇਚਦੇ। ਉਹ ਭਾਵੇਂ ਉਹ ਕਿਸੇ ਡੇਰੇ ਦੀ ਗੱਲ ਹੋਵੇ, ਭਾਵੇਂ ਉਹ ਕਿੰਨੀਆਂ ਥਾਵਾਂ ਤੇ ਸਾਡਿਆਂ ਵੀਰਾਂ ਨੂੰ ਇਦਾਂ ਦੀਆਂ ਸੱਚ ਦੀ ਵਿਆਖਿਆ ਕਰਦਿਆਂ ਮੁਸ਼ਕਲਾਂ ਆਈਆਂ, ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਡਰਾਵੇ ਵੀ ਦਿੱਤੇ ਗਏ ਉਹਨਾਂ ਨੂੰ। ਕਈ ਵਾਰੀ ਉਹਨਾਂ ਦੇ ਬੱਚਿਆਂ ਦੀਆਂ ਐਡਮਿਸ਼ਨਾਂ ਹੋ ਚੁੱਕੀਆਂ ਹੋਈਆਂ, ਉਹਨਾਂ ਨੂੰ ਗੁਰਦੁਆਰੇ ਵੀ ਬਦਲਣੇ ਪੈਂਦੇ ਆ। ਤਾਂ ਇਹ ਵੇਖਣ ਦੀ ਜ਼ਰੂਰਤ ਆ ਵੀ ਪ੍ਰਬੰਧਕ ਕਮੇਟੀਆਂ ਨੂੰ ਵੀ, ਜਿਹੜੇ ਜਦੋਂ ਤੁਸੀਂ ਕਿਸੇ ਗੁਰਦੁਆਰੇ ਕੋਈ ਗ੍ਰੰਥੀ ਪ੍ਰਚਾਰ ਰੱਖਦੇ ਆ, ਜੇ ਉਹਦੀ ਇੰਟਰਵਿਊ ਲੈਂਦੇ ਆ, ਤੇ ਕਮ ਸੇ ਕਮ ਕਮੇਟੀਆਂ ਵਿੱਚ ਵੀ ਬੰਦੇ ਰੱਖਣ ਲੱਗਿਆ ਸਾਨੂੰ ਥੋੜ੍ਹਾ ਬਹੁਤਾ ਵੇਖਣਾ ਚਾਹੀਦਾ ਵੀ ਕਿਤੇ ਇਹੋ ਜਿਹੇ ਬੰਦੇ ਤੇ ਨਹੀਂ ਆ ਰਹੇ ਵੀ ਜਿਹੜੇ ਬੰਦੇ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਆ। ਹੁਣੇ ਜਿਹੜੀ ਆਪਾਂ ਗੱਲ ਕਹੀ ਸੀ ਵੀ ਵੇਖੋ, ਭਾਵੇਂ ਕੋਈ ਹਿੰਦੂ ਆ ਭਾਵੇਂ ਮੁਸਲਮਾਨ ਆ, ਕਿਉਂਕਿ ਪੇਸ਼ ਹੀ ਇਦਾਂ ਕੀਤਾ ਜਾ ਰਿਹਾ ਵੀ ਜਿਵੇਂ ਅਸੀਂ ਮੁਸਲਮਾਨਾਂ ਦੇ ਦੁਸ਼ਮਣ ਵਾਂ, ਤੇ ਅਸੀਂ ਕਿਤੇ ਨਾ ਕਿਤੇ ਜਿਹੜੀ ਗੱਲ ਚੱਲਦੀ ਆ ਨਾ ਵੀ ਇਹਨੂੰ ਬਿਮਾਰੀ ਨੂੰ ਮੁੱਢ ਤੋਂ ਫੜਨ ਦੀ ਲੋੜ ਆ, ਵੀ ਜਿਵੇਂ ਇੱਕ ਗੁਰੂ ਨੇ ਜਨੇਊ ਨਹੀਂ ਪਾਇਆ, ਦੂਜੇ ਗੁਰੂ ਨੇ ਲੈਣ ਨਹੀਂ ਦਿੱਤਾ। ਇਹ ਕਿਤੇ ਨਾ ਕਿਤੇ ਜੇ ਜਦੋਂ ਆਪਾਂ ਬਾਣੀ ਨੂੰ ਡੂੰਘਾਈ ਨਾਲ ਪੜ੍ਹਦੇ ਹਾਂ, ਵੀ ਜਿਹੜੀ ਗੁਰਬਾਣੀ ਨੇ ਆਖਿਆ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਵੀ ਇੱਥੇ ਗੱਲ ਜਨੇਊ ਦੀ ਹੈ ਹੀ ਨਹੀਂ ਸੀ। ਗੱਲ ਤੇ ਅਸਲ ਦੇ ਵਿੱਚ ਸਿਧਾਂਤ ਦੀ ਸੀ ਵੀ ਜੇ ਉਸ ਵਕਤ ਜ਼ੁਲਮ ਇਹ ਬ੍ਰਾਹਮਣ ਕਰ ਰਹੇ ਹੁੰਦੇ, ਹਿੰਦੂ ਕਰ ਰਹੇ ਹੁੰਦੇ ਮੁਸਲਮਾਨਾਂ ਤੇ, ਗੁਰੂ ਸਾਹਿਬ ਨੇ ਤਾਂ ਵੀ ਉੱਥੇ ਖੜਨਾ ਸੀ। ਤੋਂ ਇਹ ਜਦੋਂ ਗ੍ਰੰਥੀ ਉਹ ਪ੍ਰਮੋਟ ਕੀਤੇ ਜਾਣਗੇ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਵੀ ਇੱਕ ਬੰਨੇ ਬਾਣੀ ਉਹਨੂੰ ਚੌਂਕੜ ਮੁੱਲ ਅਣਾਇਆ 4 ਕੌਡੀਆਂ ਦਾ ਕਹਿ ਰਹੀ ਹੈ, ਤੇ ਗੁਰੂ ਸਾਹਿਬ ਦੀ ਐਡੀ ਵੱਡੀ ਸ਼ਹਾਦਤ ਨੂੰ ਤੁਸੀਂ 4 ਕੌਡੀਆਂ ਦਾ ਕਿੱਦਾਂ ਕਹੋਗੇ? ਸਾਡਿਆਂ ਗੁਰਦੁਆਰਿਆਂ ਵਿੱਚ ਹੀ ਜਦੋਂ ਠੋਕ ਕੇ ਇਹ ਸਾਡੇ ਬੁਲਾਰੇ ਪ੍ਰਚਾਰਕ ਉਹਨਾਂ ਦਿਨਾਂ 'ਚ ਬੋਲਦੇ ਆ ਵੀ ਇਹਨਾਂ ਦੀ ਰਾਖੀ ਵਾਸਤੇ ਇੰਨਾ ਕੁਝ ਕੀਤਾ ਗਿਆ, ਆਹ ਰਾਖੀ ਵਾਸਤੇ ਵੀ, ਫਿਰ ਤੁਸੀਂ ਨਿਹੰਗ ਖਾਂ ਨੂੰ ਕਿੱਥੇ ਰੱਖੋਗੇ? ਫਿਰ ਉਹਦੇ ਵਿੱਚ ਗਨੀ ਖਾਂ ਨਬੀ ਖਾਂ ਨੂੰ ਕਿੱਥੇ ਰੱਖੋਗੇ ਜਿਨ੍ਹਾਂ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ? ਤੋਂ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਇਹ ਇਕੱਲੀ ਇਕਬਾਲ ਸੁਣੀ, ਇਹ ਲੜੀ ਵੇਖਣ ਦੀ ਲੋੜ ਆ ਵੀ ਜਿਨ੍ਹਾਂ ਡੇਰਿਆਂ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਮਤਲਬ ਪੂਛ ਹੀ ਕਹਿ ਲਓ ਵੀ ਜੁੜੀ ਹੋਈ ਆ, ਉੱਥੇ ਉਹਦੇ ਵੱਲ ਵੇਖਣ ਦੀ ਲੋੜ ਆ ਵੀ ਜਿਨ੍ਹਾਂ ਨੇ ਇਹ ਦਾਅਵੇ ਕੀਤੇ ਆ ਵੀ ਸਾਡੀਆਂ ਜਿਹੜੀਆਂ ਵਾ ਜਥੇਬੰਦੀਆਂ, ਸਾਡੀਆਂ ਜਿਹੜੀਆਂ ਵਾ ਉਹ ਗੁਰੂਆਂ ਤੋਂ ਚੱਲੀਆਂ ਹੋਈਆਂ ਵਾ, ਕਿਤੇ ਨਾ ਕਿਤੇ ਕਲੰਕਿਤ ਕਰ ਰਹੇ ਨੇ। ਹੋ ਰਹੀ ਆ ਜੀ ਪਛਾਣ। ਵੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਬਥੇਰੇ ਸਿੱਖ ਇਸ ਵੇਲੇ ਜਾਗਦੇ ਆ। ਹਾਂਜੀ, ਘਬਰਾਉਣ ਦੀ ਲੋੜ ਨਹੀਂ, ਕੋਈ ਗੱਲ ਨਹੀਂ। ਜਿਸ ਤਰ੍ਹਾਂ ਦਾ ਇਸ ਵੇਲੇ
ਇਹ ਵਰਤਾਰਾ ਕਰਦੇ ਆ, ਨਾਲ ਹੀ ਉਹਦਾ ਜਿਹੜਾ ਐਕਸ਼ਨ ਰਿਐਕਸ਼ਨ ਆ ਨਾਲ ਹੀ ਹੋ ਜਾਂਦਾ। ਹਾਂਜੀ। ਪਹਿਲਾਂ ਗੱਲ ਇਹ ਸੀ ਕਿ ਜੋ ਇਹ ਕਹਿ ਦਿੰਦੇ ਸੀ ਉਹ ਰੱਬੀ ਹੁਕਮ ਮੰਨ ਕੇ ਤੇ ਪੂਜਾ ਹੋ ਜਾਂਦੀ ਸੀ। ਹਾਂਜੀ। ਤਾਂ ਹੁਣ ਹਾਲਾਤ ਇਹ ਆ ਵੀ ਜਿੱਧਰ ਦੀ ਇਹ ਬਿਆਨ ਦੇ ਲੈਂਦੇ ਆ, ਫਿਰ ਜਿੱਧਰ ਦੀ ਲੰਘਣਾ ਹੁੰਦਾ 100 ਵਾਰੀ ਸੋਚਦੇ ਆ। 100 ਵਾਰ ਸੋਚਦੇ ਆ, ਬਿਲਕੁਲ। ਹੁਣ ਭੱਜਦੇ ਉਥੋਂ। ਤੇ ਹਾਂ, ਤਾਂ ਇਸ ਕਰਕੇ ਇਹ ਹੌਸਲਾ ਆ। ਹਾਂਜੀ। ਤੇ ਇਹ ਗੁਰਬਾਣੀ ਦੇ ਸੱਚ ਦੇ ਉੱਤੇ ਮਾਣ ਵੀ ਆ। ਹਾਂਜੀ। ਕਿ ਜੋ ਗੁਰਬਾਣੀ ਨੇ ਸੱਚ ਲਿਖਿਆ, ਹਾਂਜੀ, ਉਹ ਸਾਡੇ ਵੀਰਾਂ ਭੈਣਾਂ ਨੇ ਪੜ੍ਹਨਾ ਸ਼ੁਰੂ ਕੀਤਾ ਵਾ। ਬਿਲਕੁਲ। ਸਵਾਲ ਵੀ ਹੋਣੇ ਸ਼ੁਰੂ ਹੋਏ। ਹਾਂਜੀ। ਤੇ ਉੱਥੇ ਬੰਦੇ ਆਪਣੇ ਆਪ ਹੀ ਨਸ਼ਰ ਹੋ ਰਹੇ ਆ, ਹੋਣਗੇ ਹੋਰ, ਅੱਗੇ ਹੋਣਗੇ। ਹਾਂਜੀ। ਦੂਜੀ ਗੱਲ ਆ ਵੀ ਜੇ ਇਹ ਉੱਥੇ ਨਾ ਜਾਂਦਾ, ਹਾਂਜੀ, ਜਾਂ ਏਦਾਂ ਦੇ ਬਿਆਨ ਨਾ ਦਿੰਦਾ, ਤੇ ਇਹ ਨਸ਼ਰ ਹੋਣ ਲੱਗਾ ਸੀ ਕਿਤੇ। ਹਾਂ, ਪਹਿਚਾਨਣਾ, ਉਹਨੂੰ ਕਹਿੰਦੇ ਕਮੀ ਪਿਆ ਪਛਾਣੀ ਉਹ ਭੌਰਾ ਪੁਣ। ਇਹ ਬੰਦੇ ਘਬਰਾਉਣ ਇਹੋ ਜਿਹੀਆਂ ਜਦੋਂ ਗਲਤੀਆਂ ਕਰਦੇ ਪਹਿਚਾਨਣੇ ਸੌਖੇ ਹੁੰਦੇ, ਫਿਰ ਲੋਕਾਂ ਸਾਹਮਣੇ ਰੱਖਣੇ ਸੌਖੇ ਵੀ ਆਹ ਵੇਖ ਲਓ ਲੋਕਾਂ ਦੀ ਹਾਲਤ। ਘਬਰਾਉਣ ਦੀ ਗੱਲ ਨਹੀਂ ਆ, ਸਗੋਂ ਇਹਨਾਂ ਲੋਕਾਂ ਨੂੰ ਜਾਣ ਦਿਓ, ਇਹਨਾਂ ਨੂੰ ਬੋਲਣ ਦਿਓ ਜਿੰਨਾ ਬੋਲਦੇ ਆ। ਜਦੋਂ ਇਹ ਕੰਮ ਕਰਨਗੇ, ਬੋਲਣਗੇ, ਕੋਈ ਐਕਸ਼ਨ ਕਰਨਗੇ, ਹਾਂਜੀ, ਉਦੋਂ ਹੀ ਪਛਾਣ ਹੋਣੀ ਆ। ਬਿਲਕੁਲ ਬਿਲਕੁਲ ਬਿਲਕੁਲ। ਅੱਖਾਂ ਮੀਟ ਕੇ ਬੈਠਿਆਂ ਜਾਂ ਅੰਦਰ ਬੈਠੇ ਬੰਦੇ ਦੀ ਕੋਈ ਪਛਾਣ ਨਹੀਂ ਹੋਣੀ। ਹੁਣ ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਤੁਸੀਂ ਸ਼ਾਇਦ ਉਹ ਕਲਿੱਪ ਸੁਣਿਆ ਨਾ, ਜਿਹ 'ਚ ਉਹਨਾਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਰਮਾਇਣ ਲਿਖੀ ਆ। ਤੇ ਤੁਸੀਂ ਵੇਖੋ ਅੱਗੇ ਹੋਰ ਕੋਈ ਨਹੀਂ ਬੋਲਿਆ, ਤੇ ਇੱਕ ਸਿੱਖ ਦੇ ਰੂਪ 'ਚ ਅੱਗੇ ਇੱਕ ਬੰਦਾ ਬੈਠਾ ਤੇ ਉਹ ਤਾੜੀ ਮਾਰ ਰਿਹਾ ਜਦੋਂ ਉਹਨੇ ਇਹ ਮੋਦੀ ਨੇ ਬਿਆਨ ਦਿੱਤਾ, ਤੇ ਉਹ ਤਾੜੀ ਮਾਰ ਰਿਹਾ ਅੱਗੇ ਬੈਠਾ ਵੀ। ਆਹੋ, ਤੇ ਹੁਣ ਇਹ ਇਕੱਲਾ ਥੋੜਾ ਗਿਆ ਹੋਣਾ, ਇਹੋ ਜਿਹੇ ਭੇਡੂ ਹੋਰ ਵੀ ਗਏ ਕਿੰਨੇ ਵੀ ਭੇਡੂ, ਮਤਲਬ ਕਿੰਨੇ ਝੁੱਡੂ ਕਿਸਮ ਦੇ ਲੋਕ ਆ ਵੀ ਉੱਤੋਂ ਰੂਪ ਧਾਰਨ ਕੀਤਾ। ਤੇ ਉਹ ਵੇਖੋ ਹੁਣ ਕੀ ਸਾਡੀ ਇੱਥੋਂ ਦੀ ਜਿਹੜੀਆਂ ਪੰਥਕ ਸਰਕਾਰਾਂ ਪੁੱਛਣਗੀਆਂ ਭਲਾ ਵੀ ਇਹ ਬਿਆਨ ਤੁਸੀਂ ਕਿਸ ਆਧਾਰ ਦਿੱਤਾ। ਮਤਲਬ ਅਸਲ ਤੋਂ ਕਾਰਨ ਇਹ ਆ ਜਦੋਂ ਅਗਲੇ ਗ੍ਰੰਥੀ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਮੜ ਰਿਹਾ, ਇਹੋ ਜਿਹੇ ਜਿਨ੍ਹਾਂ 'ਚ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਜਿਨ੍ਹਾਂ 'ਚ ਦੇਵੀ ਦੇਵਤਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਅਗਲੇ ਤੇ ਕਹਿਣਗੇ ਕੱਲ੍ਹ ਨੂੰ, ਅਗਲੇ ਤੇ ਕਹਿਣਗੇ ਜਿੱਥੇ ਜਿਹੜੇ ਤੁਸੀਂ ਪ੍ਰਕਾਸ਼ ਕਰਦੇ, ਹੁਣ ਦੱਸੋ ਵੀ ਤੁਹਾਡਾ ਗੁਰੂ, ਅਗਲੇ ਕਹਿਣਗੇ ਤੁਹਾਡੇ ਗ੍ਰੰਥ, ਤੁਹਾਡੇ ਇਤਿਹਾਸਕ ਗ੍ਰੰਥ ਇਹ ਗੱਲ ਕਹਿ ਰਿਹਾ। ਜਦੋਂ ਕੋਈ ਪ੍ਰਚਾਰਕ ਆਪਣੇ ਵਰਗਾ ਬੋਲਦਾ ਵੀ ਅਸੀਂ ਸਿਰਫ ਗੁਰਬਾਣੀ ਪੜ੍ਹਨੀ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ, ਤੇ ਉਦੋਂ ਇਹ ਡੇਰੇਦਾਰ ਜਿਹੜੇ ਆ ਇਹ ਪਿੱਟ ਸਿਆਪਾ ਪਾ ਕੇ ਬਹਿ ਜਾਂਦੇ ਵੀ ਨਹੀਂ ਜੀ ਵੇਖੋ ਇਹ ਸਿੱਖੀ ਤੇ ਹਮਲਾ, ਕੌਣ ਹਮਲਾ ਕਰ ਰਿਹਾ। ਅੱਜ ਉਹਨਾਂ ਨੂੰ ਇਹ ਗੱਲਾਂ ਬੋਲਣ ਦਾ ਮੌਕਾ ਕੌਣ ਦੇ ਰਿਹਾ, ਸਰੋਤਿਆਂ ਨੂੰ ਸਮਝਣ ਦੀ ਲੋੜ ਆ। ਤੇ ਆਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਹੁਣ ਉਹ ਸਮਾਂ ਨਹੀਂ ਰਿਹਾ ਕਿ ਤੁਸੀਂ ਲੁਕ ਛਿਪ ਕੇ ਬਹਿ ਜਾਓਗੇ। ਹੁਣ ਜੇ ਤੁਸੀਂ ਕੋਈ ਗੱਲ ਬੋਲੀ ਆ, ਕੋਈ ਬਿਆਨ ਦਿੱਤਾ ਵਾ, ਤੇ ਤੁਹਾਨੂੰ ਉਹਦਾ ਜਵਾਬ ਦੇਣ ਲਈ ਵੀ ਹਾਜ਼ਰ ਰਹਿਣਾ ਪੈਣਾ ਵਾ। ਹੁਣ ਜਿਹੜੇ ਸਰੋਤੇ ਆ ਉਹ ਸੁਚੇਤ ਹੋ ਰਹੇ ਆ, ਪੜ੍ਹ ਲਿਖ ਰਹੇ ਆ, ਕਿਤੇ ਨਾ ਕਿਤੇ ਗੁਰਬਾਣੀ ਦੀ ਵਿਚਾਰ ਦਾ ਵੀ ਪਤਾ ਲੱਗ ਰਿਹਾ। ਤੇ ਗੱਲ ਕੱਲੀ ਇਹਦੀ ਨਹੀਂ ਹੈਗੀ। ਪਿੱਛੇ ਜੇ ਇੱਕ ਬੁਲਾਰੇ ਨੇ, ਆਪ ਜੀ ਨੂੰ ਪਤਾ ਹੋਣਾ ਵੀ ਦਿੱਲੀ ਬੰਗਲਾ ਸਾਹਿਬ ਕਥਾ ਕਰਦਿਆਂ ਵੀ ਸ਼ਬਦ ਦਿੱਤਾ ਸੀ ਕਿ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਵਿੱਚ ਆ, ਉਹ ਜੋਤ ਹੀ ਸ੍ਰੀ ਰਾਮ ਜੀ ਦੇ ਵਿੱਚ ਵੀ ਆ। ਇਹ ਬਿਆਨ ਵੀ ਦਿੱਤਾ ਸੀ। ਕਿਤੇ ਨਾ ਕਿਤੇ ਇਹ ਲੌਬੀਆਂ ਜਿਹੜੀਆਂ ਵਾ, ਕਿਤੇ ਨਾ ਕਿਤੇ ਉਹ RSS ਦੀ ਸੇਵਾ ਕਰ ਰਹੀਆਂ ਵਾ। ਤੇ ਤੁਸੀਂ ਜਿਹੜੀ ਗੱਲ ਵੇਖਿਆ ਸੀ ਵੀ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਵਿੱਚ ਆ, ਉਹ ਜੋਤ ਹੀ ਰਾਮਚੰਦਰ ਦੇ ਵਿੱਚ ਆ। ਤੇ ਕਿੱਦਾਂ ਮਤਲਬ ਇਹ ਲੋਕ ਬਾਹਰੋਂ ਬਾਣੇ ਇਹਨਾਂ ਦੇ ਸਿੱਖਾਂ ਵਾਲੇ ਆ, ਤੇ ਕਿੱਦਾਂ ਇਹ ਜਾ ਕੇ ਚਾਪਲੂਸੀਆਂ ਉਹਨਾਂ ਦੀਆਂ ਕਰਦੀਆਂ। ਹੁਣ ਇਹ ਜਿਹੜੇ ਉਹਨਾਂ ਦੇ ਪਿਛ ਲੱਗ ਆ, ਉਹਨਾਂ ਨੂੰ ਜਵਾਬ ਦੇਣਾ ਬਣਦਾ ਵੀ ਦੱਸੋ ਹੁਣ ਇਹ ਕਿਹੜੇ RSS ਦੀ ਝੋਲੀ 'ਚ ਪਏ ਹੋਏ ਆ, ਕੌਣ ਲੋਕ ਆ ਜਿਨ੍ਹਾਂ ਦੇ ਤੁਸੀਂ ਦਿਨ ਰਾਤ ਉਹਨਾਂ ਨਾਲ ਫੋਟੋਆਂ ਵੇਖਦੇ ਹੋ, ਉਹਨਾਂ ਦੇ ਸਮਾਗਮਾਂ 'ਚ ਸ਼ਾਮਲ ਹੋ ਰਹੇ ਆ, ਉਹਨਾਂ ਦੇ ਸੈਮੀਨਾਰ ਅਟੈਂਡ ਕਰ ਰਹੇ ਆ। ਤੇ ਇਹ ਗੱਲ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਆ ਵੀ ਕਿਤੇ ਨਾ ਕਿਤੇ ਗੁਰੂ ਦੀ ਬਾਣੀ ਦੀ ਵਿਚਾਰ ਤੋਂ ਕੋਹਾਂ ਟੁੱਟ ਰਿਹਾ। ਜੇ ਆ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਜਿਹੜਾ ਨਸ਼ਿਆਂ ਦਾ ਦੌਰ, ਜਿਵੇਂ ਆ ਕਿੰਨੀਆਂ ਮੌਤਾਂ ਤੁਸੀਂ ਵੀ ਖਬਰਾਂ ਪੜ੍ਹੀਆਂ ਹੋਣੀਆਂ ਵੀ ਕਿੰਨੀਆਂ ਮੌਤਾਂ ਨਕਲੀ ਸ਼ਰਾਬ ਪੀਣ ਨਾਲ ਹੋ ਗਈਆਂ। ਜਿੱਥੇ ਇੱਥੇ ਕਰੋਨਾ ਦੀ ਬਿਮਾਰੀ ਕਰਕੇ ਬਿਜ਼ਨਸ ਠੱਪ ਹੋਏ ਪਏ ਆ, ਲੋਕ ਕਾਰੋਬਾਰ ਤੋਂ ਆਤੁਰ ਹੋਏ ਪਏ ਆ, ਰੋਟੀ ਨਹੀਂ ਲੋਕਾਂ ਨੂੰ ਮਿਲ ਰਹੀ। ਤੇ ਸਰਕਾਰਾਂ ਤੁਸੀਂ ਵੇਖ ਰਹੇ ਹੋ ਵੀ ਕਿੱਦਾਂ ਨਸ਼ਿਆਂ ਨੂੰ ਕਿੱਦਾਂ ਜਿਹੜੀਆਂ ਵਾ ਉਹ ਪ੍ਰਮੋਟ ਕਰ ਰਹੀਆਂ। ਤੇ ਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਗੱਲ ਇੱਦਾਂ ਜੀ ਕਿ ਆਪਣੇ ਕੋਲ ਤਾਂ ਸੇਧ ਵਾਸਤੇ ਸਭ ਤੋਂ ਸ਼੍ਰੋਮਣੀ ਗੁਰੂ ਸਾਹਿਬ ਦੀ ਬਾਣੀ ਆ। ਹਾਂਜੀ। ਤਾਂ ਸਭ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੇਖੋ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨੂੰ ਹਾਂਜੀ ਬਾਖੂਬੀ ਬੜੇ ਪਿਆਰ ਨਾਲ ਸਾਰੀ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਵੀ ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ ਵਸਾਏ। ਬਿਲਕੁਲ ਬਿਲਕੁਲ। ਜਾਂ ਫਿਰ ਬਾਣੀ ਇਦਾਂ ਕਹਿੰਦੀ ਆ ਵੀ ਜਿੱਤ ਪੀਤਾ ਮਤ ਵਿਸਰੈ ਬਰਲ ਪਵੇ ਵਿੱਚ ਆਏ। ਬਰਲ ਪਵੇ ਵਿੱਚ ਆਏ, ਬਿਲਕੁਲ ਠੀਕ ਆ, ਹੈ ਨਾ। ਹਾਂਜੀ। ਤਾਂ ਬਾਣੀ ਤਾਂ ਕਿਸੇ ਵੀ ਪ੍ਰਕਾਰ ਦੇ ਕਿਸੇ ਵੀ ਨਸ਼ੇ ਨੂੰ ਮਤਲਬ ਜਿਹੜੀ ਆ ਮਾਨਤਾ ਦਿੰਦੀ ਨੀ ਗੀ। ਹਾਂਜੀ। ਬਾਣੀ ਤਾਂ ਸੁਚੇਤ ਕਰਦੀ ਆ ਕਿ ਇਹਨਾਂ ਨਸ਼ਿਆਂ ਤੋਂ, ਇਹਨਾਂ ਬੁਰਾਈਆਂ ਤੋਂ
ਹਾਂਜੀ। ਇਹਨਾਂ ਜ਼ਹਿਰਾਂ ਤੋਂ ਮੁਕਤ ਰਹਿ। ਹਾਂਜੀ ਜੇ ਜ਼ਹਿਰ ਸਰੀਰ 'ਚ ਪਾਓਗੇ ਹਾਂਜੀ ਤੁਹਾਡੀ ਮੱਤ ਤੇ ਅਸਰ ਹੋਏਗਾ, ਹਾਂਜੀ ਮੱਤ ਤੇ ਅਸਰ ਹੋਏਗਾ ਹੂੰ ਤਾਂ ਯਕੀਨਨ ਤੁਹਾਡੀ ਮੱਤ ਦੀ ਬਦੌਲਤ ਤੁਹਾਡੇ ਕਾਰੋਬਾਰ, ਤੁਹਾਡੇ ਪਰਿਵਾਰ, ਰਿਸ਼ਤੇਦਾਰੀ, ਹਾਂਜੀ ਵਿਹਾਰ, ਹੂੰ ਆਲੇ ਦੁਆਲੇ ਤੇ ਗਲਤ ਪ੍ਰਭਾਵ ਜਿਹੜਾ ਉਹ ਜ਼ਰੂਰ ਪਏਗਾ। ਜ਼ਰੂਰ ਪਵੇਗਾ। ਹੂੰ ਤਾਂ ਬਾਣੀ ਨੇ ਜਿਹੜੀ ਗੱਲ ਕੀਤੀ ਵੀ ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ, ਹਾਂਜੀ ਤੇ ਉਹ ਜਿਹੜੀ ਧੱਕੇ ਵਾਲੀ ਗੱਲ ਆ ਉਹ ਹੂੰ ਤਾਂ ਸਪਸ਼ਟ ਹੀ ਆ। ਵੀ ਕਿੰਨਾ ਕਿੰਨਾ ਨੁਕਸਾਨ ਇਹਦੀ ਇੱਕ ਕਾਰਨ ਤੁਸੀਂ ਵੇਖਿਆ ਨਾ, ਆਪਾਂ ਜਦੋਂ ਸਿੱਖੀ ਲਹਿਰ ਦੇ ਸਮਾਗਮਾਂ 'ਤੇ ਜਾਂਦੇ ਰਹੇ ਆ, ਇਹ ਚੰਡੀਗੜ੍ਹ ਨੂੰ ਜਾਂਦਿਆਂ ਵੀ ਇੱਕ ਇੱਥੇ ਜਗ੍ਹਾ ਬਣੀ ਜਿੱਥੇ ਸ਼ਰਾਬ ਚੜ੍ਹਦੀ ਆ। ਇੱਧਰ ਕਪੂਰਥਲੇ ਲਾਗੇ ਵੇਖੀਏ, ਇੱਧਰ ਜੇ ਆਪਾਂ ਮਾਝੇ 'ਚ ਆਪਾਂ ਜਦੋਂ ਵੇਖਦੇ ਹਾਂ ਉਹਨੂੰ ਰੋਡੇ ਸ਼ਾਹ ਦੀ ਵੀ ਆਂਦੇ ਆ ਵੀ ਮੇਰੇ ਖਿਆਲ 'ਚ ਮਾਝਾ, ਮਾਲਵਾ ਤੇ ਦੁਆਬਾ ਤਿੰਨਾਂ ਵਿੱਚ ਹੀ ਐਸੀਆਂ ਕਬਰਾਂ ਬਣੀਆਂ ਜਿੱਥੇ ਸ਼ਰੇਆਮ ਸ਼ਰਾਬਾਂ ਚੜ੍ਹਦੀਆਂ ਵਾ। ਤੋ ਇਹ ਜਿਵੇਂ ਉੱਥੋਂ ਦੇ ਲੋਕਾਂ ਨੇ ਪੀਣਾ ਆਪ ਹੁੰਦਾ ਤੇ ਉਹ ਆਪਣੇ ਇਹੋ ਜਿਹੀ ਜਗ੍ਹਾ ਬਣਾ ਲੈਂਦੇ ਆ ਜਿੱਥੇ ਜਗ੍ਹਾ ਧਰਮ ਦੇ ਨਾਂ ਤੇ ਨਸ਼ਿਆਂ ਵਾਲੀਆਂ ਬਣੀਆਂ ਹੋਣਗੀਆਂ, ਜਿੱਥੇ ਗ੍ਰੰਥਾਂ ਵਿੱਚ ਨਸ਼ਿਆਂ ਨੂੰ ਪ੍ਰਮੋਟ ਕੀਤਾ ਗਿਆ ਹੋਏਗਾ। ਤੇ ਸੋਚ ਕੇ ਵੇਖੋ ਸਾਡੇ ਸਮਾਜ ਦੇ ਹਾਲਾਤ ਕਿਹੜੇ ਬਣਨਗੇ। ਵੀ ਇਹ ਤੇ ਸਾਨੂੰ ਆਪ ਸੁਚੇਤ ਹੋਣਾ ਪੈਣਾ ਵੀ ਅਗਲੇ ਤਾਂ ਤੁਹਾਨੂੰ ਜ਼ਹਿਰ ਦੇ ਰਹੇ ਆ। ਵੇਖੋ ਕੋਈ ਵੀ ਸਰਕਾਰ ਆਵੇ, ਆਪਾਂ ਇੱਕ ਸਰਕਾਰ ਦੀ ਗੱਲ ਨਾ ਕਰੀਏ। ਸਭ ਤੋਂ ਵੱਡਾ ਬਿਆਨ ਜਿਹੜਾ ਸੀ ਉਹ ਤਾਲਾਬੰਦੀ ਦੇ ਦੌਰਾਨ ਹਾਂਜੀ ਪੰਜਾਬ ਦੀ ਸਰਕਾਰ ਨੇ ਦਿੱਤਾ ਸੀਗਾ ਹਾਂਜੀ ਕਿ ਸਾਨੂੰ ਆਗਿਆ ਦਿੱਤੀ ਜਾਏ ਹਾਂਜੀ ਕਿ ਅਸੀਂ ਠੇਕੇ ਖੋਲ ਸਕੀਏ। ਹਾਂਜੀ ਤੇ ਕੁਝ ਲੋਕ ਪਰੇਸ਼ਾਨ ਹੋ ਰਹੇ ਆ। ਹਾਂਜੀ ਹਾਲਾਂਕਿ ਲੋਕਾਂ ਵੱਲੋਂ ਐਡੀ ਕੋਈ ਬਹੁਤੀ ਪਰੇਸ਼ਾਨੀ ਨਹੀਂ ਸਾਹਮਣੇ ਆਈ ਵੀ ਲੋਕਾਂ ਨੇ ਕੋਈ ਧਰਨਾ ਦਿੱਤਾ ਜਾਂ ਰੌਲਾ ਪਾਇਆ। ਹਾਂਜੀ ਤੇ ਫਿਰ ਸਰਕਾਰ ਨੇ ਕਿਹਾ ਵੀ ਸਾਡਾ ਜਿਹੜਾ ਸਰਕਾਰ ਦਾ ਬਜਟ ਆ ਹਾਂਜੀ ਵੀ ਉਹ ਗੜਬੜਾ ਰਿਹਾ, ਸਾਡੇ ਕੋਲ ਤਨਖਾਹਾਂ ਦੇਣੀਆਂ ਔਖੀਆਂ ਹੋ ਰਹੀਆਂ ਤੇ ਇਸ ਕਰਕੇ ਸਾਨੂੰ ਠੇਕੇ ਖੋਲਣ ਦੀ ਇਜਾਜ਼ਤ ਦੇ ਦਿਓ। ਜਦ ਕਿ ਸਾਰਾ ਕੁਝ ਬੰਦ ਆ। ਹਾਂਜੀ ਈਵਨ ਇੱਥੋਂ ਤੱਕ ਵੀ ਸਰਕਾਰੀ ਅਦਾਰੇ, ਕਚਹਿਰੀਆਂ ਵਗੈਰਾ ਸਭ ਕੁਝ ਬੰਦ ਆ। ਹਾਂਜੀ ਤੇ ਸਰਕਾਰ ਮੰਗ ਕੀ ਕਰ ਰਹੀ ਆ ਲੋਕਾਂ ਵਾਸਤੇ? ਠੇਕੇ ਖੋਲਣ ਦੀ ਇਜਾਜ਼ਤ ਦੇ ਦਿਓ। ਹਾਂਜੀ ਨਾਲ ਕਹਿੰਦੇ ਵੀ ਸਾਡਾ ਜਿਹੜਾ ਤਨਖਾਹਾਂ ਦੇਣ ਦਾ ਕੰਮ ਆ ਫਿਰ ਔਖਾ ਹੋ ਜਾਊਗਾ, ਯਾਨੀ ਕਿ ਸਾਡੀ ਸਰਕਾਰ ਇਹ ਤੋਂ ਚੱਲਦੀ ਹੈ। ਹੁਣ ਇੱਕ ਗੱਲ ਸਭ ਤੋਂ ਵਧੀਆ ਸੋਚਣ ਵਾਲੀ ਜਿਹੜੀ ਇੱਥੇ ਬਣਦੀ ਆ, ਹਾਂਜੀ, ਵੀ ਜਿਹਦਾ ਘਰ ਹੀ ਜਿਸ ਆਮਦਨ ਤੋਂ ਚੱਲਦਾ, ਹਾਂਜੀ, ਉਹਨੂੰ ਵਧਾਉਣ ਲਈ, ਫੈਲਾਉਣ ਲਈ, ਉਹਨੂੰ ਸਾਂਭਣ ਲਈ, ਉਹਦੀ ਦੇਖ ਰੇਖ ਕਰਨ ਲਈ ਕਿਉਂ ਨਾ ਜ਼ੋਰ ਲੱਗੇਗਾ। ਹਾਂਜੀ ਜੇ ਸ਼ਰਾਬ ਤੋਂ ਵੱਡਾ ਮੁਨਾਫਾ ਹੁੰਦਾ ਵਾ ਤੇ ਸ਼ਰਾਬ ਤੋਂ ਸੂਬੇ ਦਾ ਮਤਲਬ ਵੱਡਾ ਬਜਟ ਜਿਹੜਾ ਇਹਨਾਂ ਦਾ ਉਹ ਮਤਲਬ ਸਾਹਮਣੇ ਆਉਂਦਾ, ਹਾਂਜੀ, ਤਾਂ ਯਕੀਨਨ ਉਹਨੂੰ ਵਧਾਉਣ ਲਈ, ਉਹਨੂੰ ਫੈਲਾਉਣ ਲਈ, ਪਿਆਉਣ ਲਈ, ਹਾਂਜੀ, ਇਹ ਜ਼ੋਰ ਵੀ ਲਾਉਣਗੇ। ਬਿਲਕੁਲ ਠੀਕ ਆ। ਕਿਉਂਕਿ ਜੇ ਪੀਣ ਵਾਲਾ ਨਹੀਂ ਕੋਈ ਹੈਗਾ ਜਾਂ ਪੀਂਦੇ ਨਹੀਂ ਲੋਕ ਤਾਂ ਉਹ ਲਊਗਾ ਕੌਣ? ਹਾਂਜੀ। ਦੂਜੀ ਗੱਲ ਸਭ ਤੋਂ ਜਿਹੜੀ ਖਤਰਨਾਕ ਉਹ ਇਹ ਆ ਕਿ ਇਹ ਹੁਣ ਮੁੱਦਾ ਏਦਾਂ ਦਾ ਘੁਮਾਇਆ ਜਾ ਰਿਹਾ ਵੀ ਇਹ ਦੇਸੀ ਸ਼ਰਾਬ ਨਾਲ ਲੋਕ ਮਰ ਗਏ ਆ। ਦੇਸੀ ਸ਼ਰਾਬ ਇੱਕ ਪਿੰਡ 'ਚ, 2 ਪਿੰਡਾਂ 'ਚ, 4 ਪਿੰਡਾਂ, 10 ਪਿੰਡਾਂ 'ਚ ਨੇੜੇ ਤੇੜੇ ਹੋਊਗੀ। ਹਾਂਜੀ। ਹੁਣ ਜਿਹੜੀ ਸ਼ਰਾਬ ਨਾਲ ਬੰਦੇ ਮਰੇ ਆ, ਹਾਂਜੀ, ਮਰੇ ਵੀ ਇੱਕੇ ਦਿਨ, ਇੱਕੋ ਜਿਹੇ ਲੱਛਣਾਂ ਨਾਲ। ਉਹ ਤਰਨਤਾਰਨ 'ਚ ਵੀ ਮੌਤਾਂ ਹੁੰਦੀਆਂ, ਉਹ ਅੰਮ੍ਰਿਤਸਰ 'ਚ ਵੀ ਹੁੰਦੀਆਂ, ਹਾਂਜੀ, ਤੇ ਉਹ ਬਟਾਲੇ 'ਚ ਵੀ ਹੁੰਦੀਆਂ। ਹਾਂਜੀ। ਮਤਲਬ ਦੂਰ ਦੂਰ ਸ਼ਹਿਰ ਆ, ਵੱਖਰੇ ਵੱਖਰੇ ਇਲਾਕੇ ਆ। ਮੌਤਾਂ ਦਾ ਕਾਰਨ ਸਿਰਫ ਸ਼ਰਾਬ। ਹਾਂਜੀ। ਇੱਕੇ ਤਰੀਕ ਨੂੰ, ਹਾਂਜੀ, ਇੱਕੋ ਜਿਹੇ ਕਾਰਨਾਂ ਨਾਲ ਮੌਤਾਂ ਹੁੰਦੀਆਂ। ਹਾਂਜੀ। ਉਹ ਸ਼ਰਾਬ ਦੇਸੀ ਇੱਕੋ ਜਿਹੜੀ ਇੱਕ ਥਾਂ ਤੋਂ ਇੰਨੇ ਥਾਂ ਤੇ ਕਿਤਨਾ ਫੈਲ ਗਈ। ਹਾਂਜੀ। ਵੀ ਯਕੀਨਨ ਉਹਦੇ ਵਿੱਚ ਇਹਨਾਂ ਦੀਆਂ ਵੱਡੀਆਂ ਧਿਰਾਂ ਜਿਹੜੀਆਂ ਉਹ ਸ਼ਾਮਲ ਆ। ਬਿਲਕੁਲ। ਇਹਦੇ 'ਚ ਇਹ ਵੀ ਮਤਲਬ ਸ਼ੱਕ ਆ ਕਿ ਜਿਹੜੇ ਸਿਆਣੇ ਬੰਦੇ ਆ, ਹਾਂਜੀ, ਵੀ ਪੰਜਾਬ ਦੇ ਜਿਹੜੇ ਹਾਲਾਤ ਇਸ ਕਰੋਨਾ ਮਹਾਂਮਾਰੀ ਕਰਕੇ ਬਣੇ, ਹਾਂਜੀ, ਵੀ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਹਟਾਉਣ ਲਈ 4 ਦਿਨ ਰਾਜਨੀਤੀ ਜਿਹੜੀ ਆ ਉਹ ਐਸਰੋਂ ਘੁਮਾ ਦਿੱਤੀ ਆ। ਹਾਂਜੀ। ਹੁਣ ਇਹ ਪਿੰਡਾਂ ਦੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਫੜਨਗੇ। ਕਿਸੇ ਨੇ 10 ਬੋਤਲਾਂ ਕੱਢੀਆਂ, ਕਿਸੇ ਨੇ 50 ਕੱਢੀਆਂ, ਏਦਾਂ ਦਾ ਬਣਾ ਕੇ ਇਸ਼ੂ ਉਹਨਾਂ ਤੇ ਪਾਈ ਜਾਂਦੇ ਆ।
ਜਾਂ 2-4 ਥਾਣੇਦਾਰ ਮੁਅੱਤਲ ਕਰ ਦਿੱਤੇ, ਹਾਂਜੀ 2 ਡੀਐਸਪੀ ਜਿਹੜੇ ਆ ਉਹ ਮੁਅੱਤਲ ਕਰ ਦਿੱਤੇ, ਸਸਪੈਂਡ ਕਰ ਦਿੱਤੇ। ਤੇ ਹੁਣ ਗੱਲ ਇਹ ਆ ਕਿ ਆਖਰ ਇਹਦੇ ਵਿੱਚ ਜਿਹੜੇ ਵੱਡੇ ਮਗਰਮੱਛ ਆ, ਹਾਂਜੀ ਹੈ ਨਾ, ਹਾਂਜੀ ਜਿਹੜੇ ਵੱਡੇ ਮਗਰਮੱਛ ਆ ਉਹ ਤਾਂ ਸਾਹਮਣੇ ਆਉਣੇ ਹੀ ਨਹੀਂ, ਉਧਰ ਨੂੰ ਗੱਲ ਜਾਣੀ ਹੀ ਨਹੀਂ। ਬਿਲਕੁਲ ਠੀਕ ਹੈ। ਦੂਜੀ ਗੱਲ ਰਾਜਨੀਤੀ ਵੇਖੋ, ਰਾਜਨੀਤੀ ਇੱਕ ਤਾਂ ਮਰਿਆਂ ਲਈ ਮੁਆਵਜ਼ਾ ਮੰਗ ਰਹੀ ਆ, ਹਾਂਜੀ, ਦੂਜਾ ਉਹਨਾਂ ਦੇ ਪਰਿਵਾਰ ਲਈ ਨੌਕਰੀ ਮੰਗ ਰਹੀ ਹੈ, ਹੈ ਨਾ। ਹਾਂਜੀ ਅੱਛਾ, ਕਮਾਲ ਦੀ ਗੱਲ ਵੇਖੋ, ਕੋਈ ਵੀ ਬੰਦਾ ਇਹ ਮੰਗ ਨਹੀਂ ਕਰ ਰਿਹਾ ਵੀ ਪ੍ਰਬੰਧ ਇਸ ਤਰ੍ਹਾਂ ਦਾ ਸਿਰਜੋ, ਇਸ ਗਲਤੀ ਤੋਂ ਸਬਕ ਇਹ ਲਿਆ ਜਾਵੇ ਵੀ ਹਾਲਾਤ ਜਿਹੜੇ ਵੇਖ ਕੇ ਤੇ ਇਦਾਂ ਸਾਰਾ ਸਿਲਸਿਲਾ ਬਣਾ ਲਿਆ ਜਾਏ। ਹਾਂਜੀ, ਅੱਗੋਂ ਕਾਨੂੰਨ ਇੰਨਾ ਸਖਤ ਕੀਤਾ ਜਾਏ, ਜਾਂ ਮਤਲਬ ਕਾਰਵਾਈਆਂ ਇਦਾਂ ਦੀਆਂ ਹੋਣ ਵੱਡੀਆਂ ਮਗਰਮੱਛਾਂ ਤੇ, ਹਾਂਜੀ, ਵੀ ਅੱਗੋਂ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਹਾਲਾਤ ਨਾ ਕਿਤੇ ਬਣਨ। ਬਿਲਕੁਲ ਠੀਕ ਆ। ਲੋਕ ਇਹਨਾਂ ਬਿਮਾਰੀਆਂ ਤੋਂ, ਨਸ਼ਿਆਂ ਤੋਂ ਬਾਹਰ ਨਿਕਲਣ। ਬਿਲਕੁਲ ਠੀਕ ਆ। ਇਸ ਪਾਸੇ ਨੂੰ ਨਹੀਂ ਕੋਈ ਜਾਂਦਾ। ਕੋਈ ਵੀ ਰਾਜਨੀਤਿਕ ਪਾਰਟੀ ਇਹ ਨਹੀਂ ਕਹਿੰਦੀ ਵੀ ਲੋਕੋ ਕਿਉਂ ਸ਼ਰਾਬ ਪੀਂਦੇ ਤੁਸੀਂ, ਕੀ ਮੱਤ ਮਾਰੀ ਤੁਹਾਡੀ। ਬਿਲਕੁਲ ਠੀਕ ਆ। ਇੱਕ ਤਾਂ ਤੁਸੀਂ ਪੈਸੇ ਖਰਚ ਕੇ ਸ਼ਰਾਬ ਲਈ, ਦੂਜਾ ਤੁਸੀਂ ਬੇਇੱਜ਼ਤ ਹੋਏ, ਨਸ਼ਈ ਅਖਵਾਏ, ਹਾਂਜੀ, ਪੰਜਾਬ ਤੇ ਧੱਬਾ ਲਵਾਇਆ, ਹੈ, ਹਾਂਜੀ, ਪੈਸਾ ਬਰਬਾਦ, ਹਾਂਜੀ, ਸਮਾਂ ਬਰਬਾਦ, ਇੱਜ਼ਤ ਬਰਬਾਦ, ਕੰਮਕਾਰ ਬਰਬਾਦ। ਨਿਕਲਿਆ ਕੀ ਇਹਦੇ ਚੋਂ? ਕਿ ਲੋਕ ਜਿਹੜੇ ਆ ਉਹ ਚਲੋ ਜਿੱਦਾਂ ਦੇ ਹੈਗੇ ਆ, ਜਿੱਦਾਂ ਦੀ ਅਕਲ ਕੰਮ ਕਰਦੀ ਆ ਉਦਾਂ ਉਹਨਾਂ ਨੇ ਪੀ ਲਈ, ਪਰ ਜਿਹੜੇ ਆਗੂ ਆ ਰਾਜਨੀਤਿਕ ਉਹ ਵੇਖੋ ਮੰਗ ਕੀ ਕਰ ਰਹੇ ਆ ਕਿ ਮੁਆਵਜ਼ਾ ਦਿਓ ਤੇ ਨੌਕਰੀ ਦਿਓ। ਇਹਦਾ ਮਤਲਬ ਵੀ ਨੌਕਰੀ ਲੈਣ ਲਈ ਜਾਂ ਸਰਕਾਰ ਕੋਲੋਂ ਕੋਈ ਮੁਆਵਜ਼ਾ ਲੈਣ ਲਈ, ਹਾਂਜੀ, ਪਹਿਲਾਂ ਸ਼ਰਾਬ ਪੀਓ, ਮਰੋ, ਤੇ ਫਿਰ ਕਿਸੇ ਨੂੰ ਨੌਕਰੀ ਮਿਲੂਗੀ। ਫਿਰ ਕੋਈ ਨੌਕਰੀ ਮਿਲੂਗੀ। ਮਤਲਬ ਨੌਕਰੀ ਲੈਣ ਲਈ ਪਹਿਲਾਂ ਏਦਾਂ ਮਰਨਾ ਪੈਣਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਮਰਨਾ ਪੈਣਾ, ਫਿਰ ਤੁਹਾਡੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਮਿਲੂਗੀ, ਫਿਰ ਇੱਕ ਨੌਕਰੀ ਮਿਲ ਜੂਗੀ। ਯਾਨੀ ਕਿ ਪਹਿਲਾਂ ਸਾਡੇ ਕੋਲੋਂ ਜ਼ਹਿਰ ਖਰੀਦੋ ਤੇ ਆਪਣੇ ਪਰਿਵਾਰ ਦਾ ਇੱਕ ਜੀ ਜਿਹੜਾ ਖਤਮ ਕਰਾਓ ਤੇ ਸਾਡੇ ਕੋਲੋਂ ਨੌਕਰੀ ਲਓ। ਮਤਲਬ ਇਹ ਗੱਲ ਕੁੱਲ ਮਿਲਾ ਕੇ ਇੱਥੇ ਆਉਂਦੀ ਆ ਵੀ ਕਿਸੇ ਵੀ, ਜੇ ਆਪਾਂ ਵੇਖ ਲਈਏ, ਭਾਵੇਂ ਉਹ ਐਜੂਕੇਸ਼ਨ ਦੀ ਗੱਲ ਆ, ਚਾਹੇ ਉਹ ਧਾਰਮਿਕ ਲੋਕਾਂ ਦੀ ਗੱਲ ਆਪਾਂ ਲਾ ਲਈਏ, ਹਰ ਪੱਖ ਅਨਪੜ੍ਹਤਾ ਤੇ ਅਗਿਆਨਤਾ ਕੰਮ ਕਰ ਰਹੀ ਆ। ਜਿਹੜਾ ਇਸ ਵੇਲੇ ਸਿਹਤ ਸਿਸਟਮ ਆ, ਹਾਂਜੀ, ਇਹਨਾਂ ਦਾ ਸਰਕਾਰਾਂ ਦਾ ਸਿਹਤ ਵਿਭਾਗ ਆ, ਹਾਂਜੀ, ਪੂਰੀ ਤਰ੍ਹਾਂ ਜਲੂਸ ਨਿਕਲਿਆ ਹੋਇਆ, ਹਾਂਜੀ, ਪੂਰੀ ਤਰ੍ਹਾਂ ਜਲੂਸ ਨਿਕਲਿਆ ਹੋਇਆ, ਹਾਂਜੀ। ਕਰੋਨਾ ਮਹਾਮਾਰੀ ਦੇ ਦੌਰਾਨ ਇਹਨਾਂ ਕੋਲ ਦਵਾਈ ਦਾ ਪ੍ਰਬੰਧ ਨਹੀਂ, ਮਰੀਜ਼ਾਂ ਨੂੰ ਸੰਭਾਲਣ ਦਾ ਪ੍ਰਬੰਧ ਨਹੀਂ, ਬਿਲਕੁਲ, ਵੈਂਟੀਲੇਟਰਾਂ ਦਾ ਪ੍ਰਬੰਧ ਨਹੀਂ, ਡਾਕਟਰਾਂ ਦਾ ਪੂਰਾ ਪ੍ਰਬੰਧ ਨਹੀਂ। ਸਰਕਾਰੀ ਹਸਪਤਾਲਾਂ ਦੀ ਹਾਲਤ ਜਿਹੜੀ ਆ ਉਹ ਇੱਕਦਮ, ਆਪਾਂ ਜਦੋਂ ਇਹ ਸ਼ੁਰੂ ਹੋਇਆ ਕੰਮ ਵੇਖਿਆ ਹੀ ਆ ਵੀ ਕੀ ਹਾਲਾਤ ਸੀ ਤੇ ਅੱਜ ਤੱਕ ਕੀ ਹਾਲਾਤ ਹੈ, ਹਾਂਜੀ। ਤਾਂ ਇਹੋ ਜਿਹੀਆਂ ਅਲਾਮਤਾਂ ਦੇ ਵਿੱਚ ਕਿੱਦਾਂ ਮਤਲਬ ਇਹ ਲੋਕ ਨਸ਼ਿਆਂ ਨੂੰ ਵੀ ਪ੍ਰਮੋਟ ਕਰਦੇ ਆ, ਕਿੱਦਾਂ ਗੱਲ ਭਾਈ ਸਾਹਿਬ ਕੁੱਲ ਮਿਲਾ ਕੇ ਰਾਜਨੀਤੀ ਇਦਾਂ ਦੀ ਆ ਵੀ ਇਹਨਾਂ ਨੇ ਇਹ ਵੀ ਮਸਲਾ ਰੋਲ ਰਾਲ ਦੇਣਾ, ਕੁਛ ਪੈਸੇ ਪੂਸੇ ਦੇ ਦੇਣਗੇ ਵਿੱਚੋਂ, ਹਾਂਜੀ, ਕੁਛ ਲਾਰੇ ਲੱਪੇ ਲਾ ਦੇਣਗੇ, ਕੁਛ ਜਾਂਚ ਕਮੇਟੀਆਂ ਬਿਠਾ ਦੇਣਗੇ, ਹਾਂਜੀ, ਤੇ ਨਾ ਉਹ ਜਾਂਚ ਕਮੇਟੀਆਂ ਕਿਸੇ ਨੇ ਲੱਗਣੀਆਂ, ਹਾਂਜੀ, ਲੋਕ ਸਹਿਜੇ ਮੁੱਦਾ ਭੁੱਲ ਜਾਣਗੇ, ਜਾਂ ਉਹਨੇ ਚਿਰ ਨੂੰ ਕੋਈ ਹੋਰ ਮੁੱਦਾ ਛੇੜ ਦੇਣਗੇ, ਉਹ ਇਹਨੂੰ ਛੱਡ ਕੇ ਉਧਰ ਨੂੰ ਤੁਰ ਪੈਣਗੇ। ਤਾਂ ਗੱਲ ਫਿਰ ਉੱਥੇ ਹੀ ਆਣ ਕੇ ਨਿਬੜਨੀ ਆ ਵੀ ਸਿਆਣੇ ਸਾਡੇ ਲੋਕਾਂ ਨੂੰ ਹੋਣਾ ਪਏਗਾ। ਇਹਦੇ ਨਾਲ ਨੁਕਸਾਨ ਕਿਸੇ ਦਾ ਨਹੀਂ, ਸਾਡਾ ਆਪਣਾ ਹੁੰਦਾ ਆ। ਤਾਂ ਇਹ ਨਸ਼ੇ ਵੰਡ ਕੇ ਜਾਂ ਨਸ਼ੇ ਵੇਚ ਕੇ, ਸਾਡੇ ਘਰਾਂ 'ਚ ਜ਼ਹਿਰ ਸੁੱਟ ਕੇ, ਇਹ ਸਾਡਾ ਭਲਾ ਨਹੀਂ ਕਰਦੇ ਅਸਲ 'ਚ, ਹਾਂਜੀ, ਇਹ ਸਾਡੇ ਮਿੱਤਰ ਨਹੀਂ ਹੈਗੇ, ਸਾਡੇ ਦੁਸ਼ਮਣ ਆ। ਤਾਂ ਜਿਹੜੀ ਵੀ ਕੋਈ ਪਾਰਟੀ ਇਦਾਂ ਦਾ ਕੰਮ ਕਰਦੀ ਆ ਜਾਂ ਜਿਹੜੇ ਲੀਡਰ ਇਦਾਂ ਦਾ ਕੰਮ ਕਰਦੇ ਆ, ਹਾਂਜੀ, ਚਾਹੀਦਾ ਤਾਂ ਇਹ ਆ ਕਿ ਉਹਨਾਂ ਨੂੰ ਮਤਲਬ ਰਾਜਨੀਤੀ 'ਚੋਂ ਹੀ ਪਾਸੇ ਕਰ ਦਿੱਤਾ ਜਾਏ ਨਾ। ਇਹ ਜਿਹੜੇ ਬੰਦੇ ਰਾਜਨੀਤੀ 'ਚ ਆਉਂਦੇ ਹੀ ਇਸ ਚੀਜ਼ ਨੂੰ ਆਧਾਰ ਬਣਾ ਕੇ, ਹੁਣ ਤੁਸੀਂ ਵੇਖੋ, ਆਪਾਂ ਵੇਖਦੇ ਹਾਂ ਕਿ ਕੋਈ ਵੀ ਸਰਕਾਰ ਆਵੇ, ਜਦੋਂ ਵੀ ਸਰਕਾਰ ਜਦੋਂ ਆਉਂਦੀ ਆ, ਕੋਈ ਲੀਡਰ ਖਲੋਂਦਾ ਵਾ ਤਾਂ ਉਹ ਆਪਣੇ ਇਲਾਕੇ ਵਿੱਚ ਤੁਸੀਂ ਵੇਖੋ ਵੀ ਉਹ ਨਸ਼ਾ ਵੰਡਣ ਵਾਸਤੇ ਪੈਸੇ ਦਿੰਦੇ ਆ ਵੀ ਤੁਸੀਂ ਨਸ਼ਾ ਵੰਡੋ। ਉਹਨਾਂ ਨੂੰ ਅਗਲੇ ਨੂੰ ਪਤਾ ਵੀ ਜੇ ਕਸਟਮਰ ਇੱਦਾਂ ਦੇ ਆ, ਗਾਹਕ ਇੱਦਾਂ ਦੇ ਆ, ਵੋਟਰ ਇੱਦਾਂ ਦੇ ਆ ਜਿਨ੍ਹਾਂ ਨੂੰ ਇੱਕ ਬੋਤਲ 'ਤੇ ਥੋੜ੍ਹੀ ਜਿਹੀ ਭੁੱਕੀ ਡੋਡੇ ਸਮੈਕ 'ਤੇ ਜਿਹੜਾ ਬੰਦਾ 4-5 ਸਾਲ ਦਾ ਮੈਨੂੰ ਆਪਣਾ ਸਮਝ ਲਓ ਵੀ ਸਭ ਕੁਝ ਲਿਖ ਕੇ ਦੇ ਰਿਹਾ,
ਤੁਸੀਂ ਦੇਖੋ, ਜੇ ਅਨਪੜ੍ਹਤਾ ਦੀ ਆਪਾਂ ਗੱਲ ਕਰੀਏ, ਅਗਿਆਨਤਾ ਵਾਸੀ ਇਹ ਲੋਕ ਸਭ ਕੁਝ ਕਰ ਰਿਹਾ। ਜੇ ਆਪਾਂ ਗੁਰੂ ਦੀ ਬਾਣੀ ਦੀ ਗੱਲ ਕਰੀਏ, ਵੇਖੋ ਪੰਜਾਬ ਦੀ ਜੇ ਆਪਾਂ ਗੱਲ ਕਰਦੇ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਇੱਥੇ ਕਿੱਦਾਂ ਨਸ਼ਿਆਂ ਦੇ ਜਿਹੜੇ ਦੌਰ ਵਾ ਉਹ ਵਹਿ ਰਹੇ ਆ, ਨਸ਼ਿਆਂ ਵਾਲੇ ਬੰਨੇ ਕਿੱਦਾਂ ਕਿਉਂਕਿ ਗੱਲ ਵੇਖੋ ਸਰਕਾਰ ਦੀ ਨਲਾਇਕੀ ਤੇ ਆਪਣੇ ਸਾਹਮਣੇ ਆ ਹੀ ਗਈ। ਜੇ ਆਪਾਂ ਦੂਜਾ ਪਾਸਾ ਵੇਖੀਏ ਤੇ ਜਿਨ੍ਹਾਂ ਬੰਦਿਆਂ ਨੇ ਨਸ਼ੇ ਨਹੀਂ ਛੱਡਣੇ, ਉਹਨਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੇ ਗਲੋਂ ਇਹ ਬਲਾ ਜਿਹੜੀ ਨਹੀਂ ਲਾਉਣੀ, ਉੱਥੇ ਵੀ ਨਸ਼ੇ ਦੀ ਇਸ ਆਦਤ ਨੂੰ ਆਪਣੇ ਅੰਦਰੋਂ ਨਹੀਂ ਕੱਢਣਾ। ਗੱਲ ਆਣ ਕੇ ਇਹ ਡਿੱਗਦੀ ਆ ਵੀ ਕਿਤੇ ਨਾ ਕਿਤੇ ਅਸੀਂ ਉਹ ਲੋਕ ਵਾਂ, ਭਾਵੇਂ ਜਿਹੜੇ ਪਿੰਡਾਂ ਦੀ ਆਪਾਂ ਗੱਲ ਕਰੀਏ, ਜਦੋਂ ਬੰਦਾ ਲੱਕ ਬੰਨ੍ਹ ਲੈਂਦਾ ਵੀ ਨਹੀਂ ਮੈਂ ਇਹ ਕੰਮ ਤੋਂ ਖਹਿੜਾ ਛਡਾਉਣਾ, ਤੇ ਮੇਰੇ ਖਿਆਲ 'ਚ ਮੈਂ ਕਈ ਵਾਰੀ ਇਹ ਵਿਚਾਰ ਦਿੱਤੀ ਵੀ ਇੱਕ ਬੰਦਾ ਕਹਿੰਦਾ ਵੀ ਮੈਂ ਨਸ਼ੇ ਨੂੰ ਆਪਣੇ ਗਲੋਂ ਲਾਉਣਾ, ਤੇ ਉਹਨੂੰ ਕਿਸੇ ਡਾਕਟਰ ਕੋਲ ਜਾ ਕੇ ਵੀ ਕਿਸੇ ਮੈਡੀਸਨ ਦੀ ਜ਼ਰੂਰਤ ਨਹੀਂ ਹੈਗੀ ਵੀ ਉਹ ਆਪਣਾ ਮਨੋਬਲ ਉੱਚਾ ਕਰ ਲਵੇ ਤੇ ਜੂਝ ਸਕਦਾ। ਪਰ ਗੱਲ ਇਹ ਵੀ ਜਦੋਂ ਅਸੀਂ ਆਪ ਹੀ ਮਰਨ ਤੇ ਲੱਕ ਬੱਧਾ ਹੋਇਆ ਕਿ ਵੀ ਅਸੀਂ ਤੁਰਨਾ ਹੀ ਨਹੀਂ, ਉਹੋ ਜਿਹੇ ਲੀਡਰਾਂ ਨੇ ਅੱਗੇ ਵੇਖਿਆ ਵੀ ਇਦਾਂ ਦੇ ਗਾਹ ਕੇ ਇਹਨਾਂ ਨੂੰ ਇਦਾਂ ਦੀ ਜਿਹੜੀ ਦਿਓ ਖੁਰਾਕ, ਤੇ ਇਹਨਾਂ ਦੇ ਕੋਲੋਂ ਤੁਸੀਂ ਵੋਟ ਪਵਾਓ, ਉਹ ਉੱਦਾਂ ਦੀ। ਤੁਸੀਂ ਵੇਖੋ ਹੁਣ, ਤੁਸੀਂ ਵੇਖੋ ਵੀ ਇਹ ਜਿਹੜੇ ਜਦੋਂ ਬੰਦੇ ਮਰਨੇ ਆ, ਇਹਨਾਂ ਦੇ ਭੋਗਾਂ 'ਤੇ ਵੀ ਜਾਣਾ ਉਹਨਾਂ ਨੇ, ਤੇ ਭੋਗਾਂ 'ਤੇ ਜਾ ਕੇ ਇਦਾਂ ਦੀ ਬਿਆਨਬਾਜ਼ੀ ਵੀ ਜਾ ਕੇ ਕਰਨੀ ਹੈ। ਵੇਖੋ ਜੀ, ਬੜਾ ਦੁੱਖ ਹੋਇਆ ਸਾਨੂੰ ਵੀ ਹੱਦ ਹੋ ਗਈ, ਤੁਸੀਂ ਤੇ ਜ਼ਹਿਰ ਵੰਡਣ ਵਾਲੇ ਜੇ, ਤੁਸੀਂ ਤੇ ਇਹ ਜ਼ਹਿਰ ਲੋਕਾਂ ਵਿੱਚ ਫੈਲਾਉਣ ਵਾਲੇ ਜੇ। ਵੀ ਇਹ ਚੀਜ਼ਾਂ ਸਾਨੂੰ ਸਮਾਜ ਦੇ ਸਾਹਮਣੇ, ਕਿਉਂਕਿ ਹੁਣ ਆਪਾਂ ਕੋਈ ਪੋਲੀਟੀਕਲ ਪਾਰਟੀ ਦੀ ਗੱਲ ਨਹੀਂ ਕਰਦੇ ਵੀ ਆਹ ਚੰਗਾ ਤੇ ਆਹ ਮਾੜਾ। ਜਦੋਂ ਕੋਈ ਰਾਜਨੀਤਿਕ ਬੰਦਾ ਬੋਲਦਾ ਤੇ ਉਹਨੂੰ ਇੱਕਦਮ ਉਸ ਪਾਲੇ 'ਚ ਖੜਾ ਕਰ ਦਿੰਦੇ ਵੀ ਇਹ ਬੰਦਾ ਕਾਂਗਰਸੀ ਆ ਤਾਂ ਅਕਾਲੀਆਂ ਦੇ ਉਲਟ ਬੋਲਦਾ, ਇਹ ਅਕਾਲੀ ਆ ਤੇ ਤਾਂ ਕਾਂਗਰਸ ਦੇ ਉਲਟ ਬੋਲਦਾ। ਤੋ ਇਹ ਕਿਤੇ ਨਾ ਕਿਤੇ ਵੀ ਇਹ ਝਾੜੂ ਵਾਲਾ ਬੰਦਾ ਵਾ, ਆਮ ਪਾਰਟੀ ਵਾਲਾ, ਦੂਜੇ ਦੇ ਵਰਖਲਾਫ ਬੋਲਦਾ। ਆਪਾਂ ਜੇ ਆਪਾਂ ਗੁਰੂ ਦੀ ਬਾਣੀ ਦੀ ਗੱਲ ਕਰਨ ਵੱਖੋਂ ਵੇਖੀਏ ਵੀ ਜੇ ਆਪਾਂ ਕੈਂਪ ਲਾਉਂਦੇ ਆ, ਬੱਚਿਆਂ ਨੂੰ ਸੁਚੇਤ ਕਰਦੇ ਆ, ਇਹ ਤਾਂ ਇੱਦਾਂ ਹੋ ਰਿਹਾ ਵੀ ਜਿਵੇਂ ਬੰਦੇ ਨੂੰ ਤੁਸੀਂ ਸਿਹਤ ਬਣਾਉਣ ਵਾਸਤੇ ਖੁਰਾਕ ਦੇਈ ਜਾਓ, ਤੇ ਇਹ ਉਹ ਬੰਦੇ ਆ ਜਿਹੜੇ ਬੰਦੇ ਇੱਕੇ ਵਾਰੀ ਜ਼ਹਿਰ ਪਿਆ ਕੇ ਤੇ ਜਿਹੜਾ ਵਾ ਸਾਰਾ ਕੀਤਾ ਕਰਾਇਆ ਜਿਹੜਾ ਉਹ 'ਤੇ ਪਾਣੀ ਫੇਰਨ ਦੀ ਆਪਾਂ ਗੱਲ ਕਰ ਲਈਏ। ਵੀ ਜੇ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਕੈਂਪ ਲਾਉਂਦੇ ਆ, ਪਿੰਡਾਂ 'ਚ ਤੁਰਨ ਵਾਸਤੇ ਜਾਂਦੇ ਆ, ਉਦੋਂ ਬੰਦਿਆਂ ਨੂੰ ਨਾਲ ਸੰਗ ਆਉਂਦੀ ਹੈ, ਸ਼ਰਮ ਆਉਂਦੀ ਆ, ਪੈਰ ਪਛਾਣ ਨੂੰ ਖਿੱਚ ਲੈਂਦੇ ਆ। ਪਰ ਜਦੋਂ ਇਹੋ ਜਿਹਾ ਮਸਲਾ ਆਉਂਦਾ, ਮਤਲਬ ਜੇ ਆਪਾਂ ਇੱਦਾਂ ਸਿੱਧੀ ਜੀ ਭਾਸ਼ਾ ਜੇ ਆਪਾਂ ਗੱਲ ਕਰੀਏ ਵੀ ਉਹ ਲੋਕ ਵਾ, ਕੁਝ ਤਾਂ ਅਖੌਤੀ ਡੇਰੇਦਾਰਾਂ ਨੇ ਇਹਨਾਂ ਨੂੰ ਉਲਝਾਇਆ ਹੋਇਆ ਵਾ, ਕੁਝ ਅਖੌਤੀ ਰਾਜਨੀਤਿਕ ਲੋਕਾਂ ਨੇ ਆਪਣੇ ਪਿੱਛੇ ਲਾਇਆ ਹੋਇਆ। ਆਪਣੇ ਪੈਰਾਂ 'ਤੇ ਖੜੇ ਖੁਦ ਹੋਣਾ ਪੈਣਾ, ਆਪ ਸੁਚੇਤ ਹੋਣਾ ਪੈਣਾ ਵਾ। ਇਹੋ ਜਿਹੇ ਅਖੌਤੀ ਧਾਰਮਿਕ ਲੋਕ ਤਾਂ ਹੀ ਸਾਡੇ ਅੱਗੇ ਲੱਗੇ ਹੋਏ ਆ ਕਿ ਸਾਨੂੰ ਆਪ ਪਤਾ ਕੋਈ ਨਹੀਂ। ਜਦੋਂ ਸਟੂਡੈਂਟ ਇੰਟੈਲੀਜੈਂਟ ਹੁੰਦਾ, ਟੀਚਰ ਨੂੰ ਵੀ ਅੱਗੇ ਪੜ੍ਹਨਾ ਪੈਂਦਾ, ਉਹਨਾਂ ਨੂੰ ਪਤਾ, ਇਹਨਾਂ ਨੂੰ ਪਤਾ ਕੱਖ ਨਹੀਂ, ਤਾਂ ਹੀ ਉਹ ਸਾਡੇ ਸਿਰਾਂ 'ਤੇ ਇਹੋ ਜਿਹੇ ਬੰਦੇ ਜਿਹੜੇ ਬੈਠੇ ਹੋਏ ਆ। ਆਪ ਜਾਗੋ, ਆਪ ਸੁਚੇਤ ਹੋ, ਤਾਂ ਜਾ ਕੇ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਵਾਲੇ ਬੰਨੇ ਤੁਰ ਸਕਦੇ ਹਾਂ। ਤੇ ਇਹ ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ ਆ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਆ, ਇਹ ਵਾਕਿਆ ਅਸੀਂ ਉਹ ਵਿਚਾਰਧਾਰਾ ਸਮਾਜ ਦੇ ਵਿੱਚ ਫੈਲਾ ਸਕਦੇ ਹਾਂ। ਕੱਲੇ ਕੱਲੇ ਜੀ ਨੂੰ, ਕੱਲੇ ਕੱਲੇ ਪਰਿਵਾਰਕ ਮੈਂਬਰ ਨੂੰ ਜਾਗਣਾ ਪੈਣਾ, ਤਾਂ ਜਾ ਕੇ ਇਹਨਾਂ ਮੁਸ਼ਕਲਾਂ ਦਾ ਅਸੀਂ ਸਾਹਮਣਾ ਜਿਹੜਾ ਡਟ ਕੇ ਕਰ ਸਕਦੇ ਹਾਂ। ਤੋਂ ਭਾਈ ਸੁਖਿੰਦਰ ਸਿੰਘ ਜੀ, ਆਪਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ, ਗੱਲਾਂ ਚੋਂ ਬਾਹਰ ਨਿਕਲਣ ਲਈ ਹਾਂਜੀ ਇੱਕੋ ਹੀ ਤਰੀਕਾ ਆ। ਹਾਂ, ਜਿਹੜੇ ਵੀ ਵੀਰ ਭੈਣਾਂ ਗੁਰਬਾਣੀ ਪੜ੍ਹਦੇ ਆ, ਹਾਂਜੀ, ਉਹ ਥੋੜਾ ਥੋੜਾ ਵਿਚਾਰਨ। ਬਿਲਕੁਲ। ਜਿਹੜੇ ਵਿਚਾਰਦੇ ਆ, ਸਮਝ ਲੱਗਦੀ ਆ, ਬਿਲਕੁਲ, ਉਹ ਆਪਣੇ ਆਲੇ ਦੁਆਲੇ ਕਿਸੇ ਵੀਰ ਭੈਣ ਨਾਲ ਹੋਰ ਵੀ ਸਾਂਝੀ ਕਰਿਆ ਕਰਨ। ਦੇਖੋ, ਕੋਸ਼ਿਸ਼ਾਂ ਆਪਾਂ ਕਰਦੇ ਰਿਹਾ ਕਰੀਏ, ਹਾਂਜੀ, ਜਿੱਥੇ ਵੀ ਬੈਠੇ ਆ, ਹਾਂਜੀ, ਸਹਿਜੇ ਥੋੜੀ ਥੋੜੀ ਕੋਸ਼ਿਸ਼ ਕੀਤਿਆਂ, ਹਾਂਜੀ, ਕਿਤੇ ਨਾ ਕਿਤੇ ਗੱਲ ਥੋੜੀ ਥੋੜੀ ਗਾਂਹ ਚੱਲਦੀ ਹੈ। ਬਿਲਕੁਲ। ਤਾਂ ਸਾਰੇ ਲੋਕ ਪੰਜਾਬ ਦੇ ਵਿੱਚ ਵੇਖੋ ਨਸ਼ਾ ਵੀ ਨਹੀਂ ਕਰਦੇ, ਹਾਂਜੀ, ਪਰ ਕੁਛ ਜਿਹੜੇ ਬੰਦੇ ਗਿਣਤੀ ਦੇ ਕਰਦੇ ਵੀ ਆ, ਹਾਂਜੀ, ਉਹ ਜਿਹੜੇ ਪਾਸੇ ਨੂੰ ਹੋ ਜਾਂਦੇ ਆ, ਬਿਲਕੁਲ, ਉਸ ਪਾਸੇ ਨੂੰ ਵੋਟਾਂ ਵੱਧ ਜਾਂਦੀਆਂ, ਤੇ ਸਰਕਾਰਾਂ ਚੰਗੀਆਂ ਚੁਣੀਆਂ ਜਾਣ, ਲੀਡਰ ਚੰਗੇ ਚੁਣੇ ਜਾਣ। ਇਹ ਅੱਜ ਤੋਂ ਹੀ ਭਵਿੱਖ ਦੀ ਰਾਜਨੀਤੀ ਜੇ ਬਣਾਉਣ ਲੋਕ, ਇਹ ਜਿਵੇਂ ਹੁਣ ਤਰਨਤਾਰਨ, ਅੰਮ੍ਰਿਤਸਰ, ਬਟਾਲਾ ਲੋਕ ਮਰੇ ਆ, ਹਾਂਜੀ, ਸ਼ਰਾਬ ਨਾਲ, ਹਾਂਜੀ, ਤਾਂ ਸਿਆਣੇ ਲੋਕ, ਸਿਰ ਕੱਢ ਜਿਹੜੇ ਲੋਕ ਆ, ਹਾਂਜੀ, ਉਹ ਅੱਗੇ ਆਉਣ, ਜਿਹੜੀ ਰਾਜਨੀਤੀ ਤੇ ਪੈਂਤੜੇ ਆ, ਉਹਨਾਂ ਨੂੰ ਚੰਗੇ ਪੱਕੇ ਪੈਰੀਂ ਉਲੀਕਣ, ਹਾਂਜੀ, ਤੇ ਲੋਕਾਂ ਨੂੰ ਇਹੋ ਜਿਹੀਆਂ ਤਰਾਸਦੀਆਂ ਵਿੱਚੋਂ, ਹਾਂਜੀ, ਉਹ ਕੱਢਣ ਦੇ ਉਪਰਾਲੇ ਕਰਨ। ਹਾਂਜੀ, ਚਲੋ, ਧੰਨਵਾਦ ਜੀ ਭਾਈ ਸੁਖਿੰਦਰ ਸਿੰਘ ਜੀ, ਤੁਸੀਂ ਅੱਜ ਟਾਈਮ ਦਿੱਤਾ ਤੇ ਆਪਾਂ ਰਲ ਮਿਲ ਕੇ ਇੱਕ ਨਿਮਾਣਾ ਜਿਹਾ ਅਸੀਂ ਯਤਨ ਕੀਤਾ ਜੀ ਕਿ ਤੁਹਾਡੇ ਨਾਲ ਜਿਹੜੀ ਅਜੋਕੇ ਹਾਲਾਤ ਨੇ ਉਹਨਾਂ ਬਾਰੇ ਕੁਝ ਵਿਚਾਰਾਂ ਦੀ ਸਾਂਝ ਕੀਤੀ ਜਾਏ, ਤੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਇੱਦਾਂ ਅਸੀਂ ਜਿਹੜੀਆਂ ਨੇ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ। ਭਾਈ ਸੁਖਿੰਦਰ ਸਿੰਘ ਜੀ, ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਧੰਨਵਾਦ ਜੀ। ਜੇ ਕੋਈ ਭੁੱਲ ਚੁੱਕ ਬਾਦ ਘਾਟ ਉਹਦੇ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਸਾਧ ਸੰਗਤ ਜੀ, ਇਹ ਸਨ ਭਾਈ ਸੁਖਿੰਦਰ ਸਿੰਘ ਜੀ ਦਦੇਰ, ਜੋ ਸਾਡੇ ਨਾਲ ਲੰਬਾ ਟਾਈਮ, ਕਿਉਂਕਿ ਉਹ ਘਰ ਨੇ
ਤੇ ਆਪਣਾ ਕਾਰੋਬਾਰ ਵੀ ਕਰਦੇ, ਕੰਮ ਕਰਦਿਆਂ ਵਿੱਚੋਂ ਸਮਾਂ ਉਹਨਾਂ ਨੇ ਆਪਣੇ ਨਾਲ ਜਿਹੜਾ ਕੱਢਿਆ ਤੇ ਆਪਾਂ ਰਲ ਮਿਲ ਕੇ ਕੁਝ ਵਿਚਾਰਾਂ ਜਿਹੜੀਆਂ ਤੁਹਾਡੇ ਨਾਲ ਉਹਦੀ ਸਾਂਝ ਪਾਈ ਆ। ਤੇ ਗੱਲ ਆਪਾਂ ਕਰ ਰਹੇ ਸੀ ਕਿ ਜਿਹੜੇ ਅਜੋਕੇ ਹਾਲਾਤ ਸਾਡੇ ਸਾਹਮਣੇ ਬਣੇ ਪਏ ਆ। ਇੱਕ ਤੇ ਜਿਹੜਾ ਮੁੱਦਾ ਅੱਜ ਦਾ ਹੀ ਕਿ ਅੱਜ ਇਕਬਾਲ ਸਿੰਘ ਪਟਨੇ ਵਾਲੇ ਜਿਹੜਾ ਸਾਬਕਾ ਜਥੇਦਾਰ ਕਹਿਣ ਨੂੰ ਤੈਨੂੰ ਜੀ ਨਹੀਂ ਕਰਦਾ ਵੀ ਉੱਥੇ ਇੰਜ ਕਹਿ ਲਓ ਵੀ ਉਹ ਬੰਦਾ ਇਹ ਉਹ ਬੰਦੇ ਆ ਜਿਨ੍ਹਾਂ ਦੇ ਰੂਪ ਬਾਹਰੋਂ ਸਿੱਖੀ ਵਾਲੇ ਆ ਤੇ ਅੰਦਰੋਂ ਇਹ ਕਿਤੇ ਨਾ ਕਿਤੇ ਜਿਹੜੀ ਆ ਉਹ ਵਿਪਰਵਾਦ ਦਾ ਵਡਾਵਾ ਜਿਹੜਾ ਕਰ ਰਹੇ ਆ। ਤੋ ਖੈਰ ਇਹ ਗੱਲ ਇੱਥੇ ਆਣ ਕੇ ਜਿਹੜੀ ਮਿਲਦੀ ਆ ਵੀ ਇਹਨਾਂ ਲੋਕਾਂ ਨਾਲੋਂ ਇਹ ਹੁਣ ਜਦੋਂ ਇਹਦਾ ਬਿਆਨ ਆਇਆ ਤੇ ਮੈਂ ਵੇਖ ਰਿਹਾ ਸੀ ਕਈਆਂ ਬੰਦਿਆਂ ਨੇ ਬਿਆਨ ਦਿੱਤੇ ਵੀ ਵੇਖੋ ਜੀ ਇਸ ਇਕਬਾਲ ਸਿੰਘ ਦੇ ਬਿਆਨ ਨਾਲ ਅਸੀਂ ਸਹਿਮਤ ਨਹੀਂ ਹੈਗੇ, ਇਹਨੇ ਜਿਹੜਾ ਬਿਆਨ ਦਿੱਤਾ ਬਿਲਕੁਲ ਗਲਤ ਦਿੱਤਾ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਲਵ ਦੀ ਵੰਸ਼ ਚੋਂ ਕਿਹਾ ਜਾ ਰਿਹਾ ਅਸੀਂ ਇਸ ਬਿਆਨ ਨੂੰ ਖੰਡਨ ਕਰਦੇ ਹਾਂ। ਪਰ ਮੈਂ ਉਹਨਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਵੀ ਸ਼ਾਇਦ ਬਹੁਤਿਆਂ ਨੂੰ ਕਿਤਾਬ ਨਾ ਪੜ੍ਹੀ ਹੋਵੇ ਜਾਂ ਬਹੁਤਿਆਂ ਨੂੰ ਨਾ ਪਤਾ ਹੋਵੇ, ਉਧਰ ਵੀ ਥੋੜ੍ਹਾ ਜਿਹਾ ਧਿਆਨ ਆਪਣਾ ਖੜਨ ਦੀ ਲੋੜ ਆ ਵੀ ਗੁਰਬਾਣੀ ਪਾਠ ਦਰਪਣ ਜਿਹੜੀ ਟਕਸਾਲ ਨੇ ਜਿਹੜੀ ਆਪਣੀ ਮਰਿਆਦਾ ਛਾਪੀ ਹੈ ਉਹਦੇ ਵਿੱਚ ਜੋ ਉਹਨਾਂ ਨੇ ਸ਼ਰੇਆਮ ਲਿਖਿਆ ਹੋਇਆ ਕਿ ਇਹਦੇ ਬਾਰੇ ਵੀ ਬਿਆਨ ਦੇਣਗੇ, ਕਿਉਂਕਿ ਕਿਤੇ ਨਾ ਕਿਤੇ ਇਕਬਾਲ ਸਿੰਘ ਨੇ ਮਰਿਆਦਾ ਪੜ੍ਹੀ ਹੋਏਗੀ ਤਾਂ ਹੀ ਜਾ ਕੇ ਅੱਗੇ ਪੇਸ਼ ਕੀਤੀ ਹੈ ਵੀ ਉਹ ਕੱਲੀ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਹੀ ਨਹੀਂ ਵੀ ਉਹ ਕੁਛ ਦੀ ਔਲਾਦ ਚੋਂ ਚੱਲੇ ਆ ਜਾਂ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਗੱਲ ਹੀ ਨਹੀਂ ਹੈ। ਉਹਨਾਂ ਨੇ ਆਪਣੀਆਂ ਕਿਤਾਬਾਂ 'ਚ ਇਹ ਗੱਲਾਂ ਸ਼ਰੇਆਮ ਲਿਖੀਆਂ ਹੋਈਆਂ ਨੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਾਂ ਜੇ ਗੱਲ ਕਰੀਏ ਤਾਂ ਆ ਮੇਰੇ ਕੋਲ ਨੇ, ਆ ਤੁਸੀਂ ਵੇਖ ਸਕਦੇ ਹੋ ਵੀ ਗੁਰੂ ਅੰਗਦ ਸਾਹਿਬ ਜੀ ਦੀ ਗੱਲ ਵੀ ਉਹਨਾਂ ਨੇ ਲਿਖੀ ਹੋਈ ਹੈ ਵੀ ਗੁਰੂ ਅੰਗਦ ਸਾਹਿਬ ਜਿਹੜੇ ਨੇ ਉਹ ਲਛਮਣ ਦੇ ਯਾਨੀ ਕਿ ਤੇਹਣ ਵੰਸ਼ ਅਜੇ ਤੇ ਮੈਂ ਗੁਰੂ ਅੰਗਦ ਸਾਹਿਬ ਦੀ ਗੱਲ ਕਰ ਰਿਹਾ, ਤੁਸੀਂ ਤੇ ਅਜੇ ਇਕਬਾਲ ਸਿੰਘ ਤੇ ਜੇ ਦੋ ਹੀ ਬੋਲਿਆ ਤੇ ਕਿੰਨੇ ਬਿਆਨ ਆ ਗਏ ਆ। ਤੇ ਉਹਨਾਂ ਨੇ ਆਪਣੀ ਕਿਤਾਬ 'ਚ ਲਿਖੀ ਆ ਵੀ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਤੇਹਣ ਵੰਸ਼ ਲਛਮਣ ਦੇ ਕੱਖ ਨਾਮੇ ਪੁੱਤਰ ਤੋਂ ਤੇਹਣ ਤੋਂ ਵੰਸ਼ ਚੱਲੀ ਹੈ। ਯਾਨੀ ਕਿ ਕਿਤੇ ਨਾ ਕਿਤੇ ਸਾਨੂੰ ਇਹ ਵਿਪਰਵਾਦ ਦੇ ਖਾਰੇ ਸਾਗਰ 'ਚ ਨਹੀਂ ਇਹ ਬੰਦੇ ਸੁੱਟ ਰਹੇ ਵੀ ਇਹ ਏਡੀਆਂ ਜਥੇਬੰਦੀਆਂ ਤੁਸੀਂ ਵੇਖੋ ਜਿਹੜੀਆਂ ਇਹ ਦਾਵਾ ਕਰਦੀਆਂ ਵੀ ਅਸੀਂ ਗੁਰੂ ਤੋਂ ਚੱਲੀਆਂ ਵਾਂ ਤੇ ਕਿੱਥੇ ਲਿਆ ਕੇ ਖਾਰੇ ਸਾਗਰ ਸੁੱਟ ਰਹੀਆਂ। ਤੇ ਇਹ ਸੋਚਣ ਦੀ ਲੋੜ ਆ ਵੀ ਇਕਬਾਲ ਸਿੰਘ ਨਾਲੋਂ ਵੱਧ ਕਸੂਰਵਾਰ ਇਹ ਲੋਕ ਨੇ। ਇਹ ਵੇਖਣ ਦੀ ਜ਼ਰੂਰਤ ਵਾ ਜਿਹੜੇ ਸੰਪਰਦਾਇ ਡੇਰੇਦਾਰ ਹੁਣ ਜਿੱਥੇ ਵੀ ਕਮ ਸੇ ਕਮ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਵਾ ਵੀ ਕਿੱਦਾਂ ਸਾਡੇ ਵਿੱਚ ਵਿਪਰਵਾਦ ਦਾ ਜਿਹੜਾ ਵਾ ਉਹ ਪ੍ਰਚਾਰ ਕੀਤਾ ਜਾ ਰਿਹਾ ਵਾ, ਕਿੱਦਾਂ ਇਹ ਤੋਂ ਵੱਧ, ਕਿਉਂਕਿ ਤੁਸੀਂ ਇੱਕ ਦੀ ਪੜ੍ਹ ਕੇ ਵੇਖ ਲਿਓ, ਤੁਸੀਂ ਗੁਰਬਾਣੀ ਦੀ ਕਸਵੱਟੀ ਤੇ ਗੱਲਾਂ ਲਾ ਕੇ ਵੇਖ ਲਓ ਵੀ ਕਿੱਦਾਂ ਸਾਨੂੰ ਇੱਥੇ ਬਚਿੱਤਰ ਨਾਟਕ ਵਰਗੇ ਗ੍ਰੰਥ ਪ੍ਰਮੋਟ ਕੀਤੇ ਜਾ ਰਹੇ ਆ, ਕਿਉਂਕਿ ਅਗਲਿਆਂ ਨੂੰ ਪਤਾ ਹੈ, ਅਗਲਿਆਂ ਨੂੰ ਪਤਾ ਵੀ ਅਸੀਂ ਇਹਨਾਂ ਨੂੰ ਖਾਰੇ ਸਾਗਰ 'ਚ ਕਿੱਦਾਂ ਸੁੱਟਣਾ। ਪਹਿਲਾਂ ਤੁਹਾਡੇ ਮੂੰਹ 'ਚੋਂ ਅਗਲਿਆਂ ਨੇ ਉਹ ਲਫ਼ਜ਼ ਕਢਾ ਲੈਣੇ ਆ ਵੀ ਵੇਖੋ ਜੀ ਇਹ ਗੁਰੂ ਦਾ ਲਿਖਿਆ ਹੋਇਆ ਵਾ। ਜਦੋਂ ਉਹਨਾਂ ਨੇ ਕਹਿਣਾ ਅੱਛਾ ਜੇ ਗੁਰੂ ਦਾ ਲਿਖਿਆ ਤੇ ਫਿਰ ਆਹ ਗੱਲਾਂ ਜਿਹੜੀਆਂ ਸਹੀ ਆ ਹੁਣ ਸਿੱਧ ਕਰੋ ਤੁਸੀਂ ਵੀ ਇਹਦੇ ਵਿੱਚ ਨਹੀਂ ਲਿਖੀਆਂ ਹੋਈਆਂ। ਤਾਂ ਕਦੀ ਸੋਚਣ ਦੀ ਜ਼ਰੂਰਤ ਵਾ। ਵੱਡੀਆਂ ਯੂਨੀਵਰਸਿਟੀਆਂ ਦੇ ਜਿਹੜੇ ਪ੍ਰੋਫੈਸਰ ਟੀਚਰ ਵਾ ਉਹ ਵੀ ਇਸ ਗ੍ਰੰਥ ਦੇ ਹੱਕ ਵਿੱਚ ਭੁਗਤ ਰਿਹਾ। ਤਾਂ ਕੱਲਾ ਇਕਬਾਲ ਸਿੰਘ ਤੇ ਇੱਕ ਸਾਹਮਣੇ ਆਪਣੇ ਦਿਸ ਪਿਆ ਚਿਹਰਾ ਨੰਗਾ ਹੋ ਗਿਆ, ਇਹਦੇ ਪਿੱਛੇ ਹੋਰ ਵੀ ਬਹੁਤ ਪ੍ਰਚਾਰਕ ਹੈਗੇ ਆ, ਬਹੁਤ ਜਿਹੜੇ ਸ਼ਰੇਆਮ ਇੱਦਾਂ ਦੀਆਂ ਜਿਹੜੀਆਂ ਗੱਲਾਂ ਕਰ ਰਿਹਾ। ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਵਾ। ਆਪ ਪੜ੍ਹੋ ਬਾਣੀ, ਜਿਹੜੀ ਮੈਂ ਗੱਲ ਕਹੀ ਸੀ ਵੀ ਗੁਰੂ ਸਾਹਿਬ ਦੀ ਬਾਣੀ ਤੁਸੀਂ ਖੁਦ ਪੜ੍ਹ ਕੇ ਵੇਖ ਲਓ, ਜਿੱਥੇ ਕਹਿਤਾ ਵੀ ਮੈਂ ਨਾ ਵਰਤ ਰੱਖਦਾ ਨਾ ਮੈਂ ਪੂਜਾ ਕਰਦਾ, ਮੈਂ ਇਹਨਾਂ ਗੱਲਾਂ ਤੋਂ ਬਿਲਕੁਲ ਵਰਤ ਨਾ ਰਹੋ ਨਾ ਮਹਿਰਮ ਦਾਨਾ, ਵੀ ਨਾ ਮੈਂ ਵਰਤ ਰੱਖਦਾ। ਹੁਣ ਵੇਖੋ ਇੱਥੇ ਦੋਵੇਂ ਗੱਲਾਂ ਕਰਤੀਆਂ। ਵਰਤ ਰੱਖਦੇ ਆ ਹਿੰਦੂ ਪਰਿਵਾਰਾਂ ਦੇ ਲੋਕ ਕਿਸੇ ਦੇਵੀ ਦੇਵਤੇ ਦੇ ਨਾਂ ਤੇ, ਕਿਸੇ ਭਗਵਾਨ ਦੇ ਨਾਂ ਤੇ ਦੂਜੇ ਬੰਨੇ ਜਿਹੜੇ ਰੋਜ਼ੇ ਰੱਖਦੇ ਆ ਮੁਸਲਮਾਨ ਭਰਾ ਰੱਖਦੇ, ਦੋਵਾਂ ਨੂੰ ਬਰਾਬਰ ਖੜਾ ਕਰਤਾ। ਕਹਿੰਦੇ ਵਰਤ ਨਾ ਰਹੋ ਨਾ ਮਹਿਰਮ ਦਾਨਾ, ਤਿਸ ਸੇਵੀ ਜੋ ਰੱਖੇ ਨ ਦਾਨਾ, ਏਕ ਗੁਸਾਈ ਅੱਲਾ ਮੇਰਾ। ਹੁਣ ਇੱਥੇ ਦੋ ਸ਼ਬਦ ਵਰਤੇ ਆ, ਗਸਾਈ ਤੇ ਅੱਲਾ, ਕਿਉਂਕਿ ਅੱਲਾ ਮੁਸਲਮਾਨ ਭਰਾ ਕਹਿੰਦੇ ਆ ਤੇ ਗਸਾਈ ਰਾਮ ਇਹ ਹਿੰਦੂ ਵੀਰ ਜਿਹੜਾ ਆਪਣਾ ਸ਼ਬਦ ਬੋਲਦੇ ਆ। ਉੱਥੇ ਲਿਖਿਆ ਕਿ ਹੱਜ ਕਾਬੇ ਜਾਉ ਨਾ ਤੀਰਥ ਪੂਜਾ। ਹੁਣ ਜਿਹੜਾ ਨਾਂ ਦਿੱਲੀ ਦੀਪਕਾ ਵੀ ਨਾ ਮੈਂ ਹੱਜ ਕਾਬੇ ਜਾਣਾ ਤੇ ਨਾ ਮੈਂ ਤੀਰਥਾਂ ਤੇ ਜਾ ਕੇ ਕੋਈ ਪੂਜਾ ਕਰਦਾ। ਹੁਣ ਹੱਜ ਕਾਬੇ ਮੁਸਲਮਾਨ ਜਾਂਦੇ ਆ ਤੇ ਪੂਜਾ ਜਿਹੜੇ ਆ ਉਹ ਹਿੰਦੂ ਭਰਾ ਕਰਦੇ ਆ। ਇੱਕੋ ਸੇਵੀਂ ਅਵਰ ਨਾ ਦੂਜਾ, ਮੈਂ ਤੇ ਇੱਕ ਨੂੰ ਸੇਵਦਾ ਵਾਂ ਵੀ ਮੈਂ ਤੇ ਇੱਕ ਨਾਲ ਜੁੜਿਆ ਹੋਇਆ ਵਾਂ। ਉਹ ਇੱਕ ਜਿਹੜਾ ਸਰਬ ਵਿਆਪਕ ਹੈ ਮੈਂ ਤੇ ਉਹਦੇ ਨਾਲ ਸਾਂਝ ਪਾਉਣਾ ਵਾਂ। ਤੋ ਇਸ ਕਰਕੇ ਇਹ ਸ਼ਬਦ ਸਾਨੂੰ ਵਿਚਾਰਨ ਦੀ ਜ਼ਰੂਰਤ ਹੈ। ਇੱਕੋ ਸੇਵੀਂ ਅਵਰ ਨਾ ਦੂਜਾ, ਪੂਜਾ ਕਰੋ ਨਾ ਨਵਾਜ਼ ਗੁਜ਼ਾਰੋ, ਨਾ ਮੈਂ ਪੂਜਾ। ਹੁਣ ਪੂਜਾ ਕਰਦੇ ਹਿੰਦੂ ਵੀਰ ਤੇ ਜਿਹੜੇ ਮੁਸਲਮਾਨ ਭਰਾ ਵਾ ਉਹ ਨਮਾਜ਼ਾਂ ਪੜ੍ਹਦੇ ਆ, ਯਾਨੀ ਕਿ ਨਾ ਮੈਂ ਕਿਸੇ ਨਮਾਜ਼ ਤੇ ਵਿਸ਼ਵਾਸ ਰੱਖਦਾ ਨਾ ਮੈਂ ਪੂਜਾ ਕਰਦਾ। ਹੁਣ ਕਈ ਕਹਿਣਗੇ ਅੱਛਾ ਫਿਰ ਸਿੱਖ ਜਦੋਂ ਹਿੰਦੂ ਗੁਰਦੁਆਰਿਆਂ 'ਚ ਆਉਂਦੇ ਆ, ਪਰ ਅਸੀਂ ਕਦੀ ਉਹਨਾਂ ਨੂੰ ਇਹ ਥੋੜ੍ਹਾ ਕਿਹਾ ਵੀ ਸਾਡੀ ਇਸ ਰੀਤ 'ਚ ਤੁਸੀਂ ਸ਼ਾਮਲ ਹੋ ਜਾਓ, ਚੰਗਾ ਲੱਗਦਾ ਤੁਸੀਂ ਆ ਜਾਓ। ਪਰ ਗੱਲ ਇੱਥੇ ਆਉਂਦੀ ਆ ਵੀ ਜਿਹੜੀ ਗੱਲ ਭਾਈ ਸੁਖਿੰਦਰ ਸਿੰਘ ਨੇ ਆਪਣੇ ਨਾਲ ਸਾਂਝੀ ਕੀਤੀ ਸੀ ਕਿ
ਤੁਸੀਂ ਇਹ ਨਹੀਂ ਵੀ ਕੱਲ੍ਹ ਨੂੰ ਤੁਹਾਡਾ ਕੋਈ ਹਿੰਦੂ ਦੋਸਤ ਮਿੱਤਰ ਹੈ, ਸਾਡੇ ਵੀ ਬਹੁਤ ਨੇ ਦੋਸਤ ਮਿੱਤਰ ਤੁਹਾਡੇ, ਤੁਸੀਂ ਉਹਨਾਂ ਦੇ ਨਾਲ ਉੱਠਣਾ ਬੈਠਣਾ ਇਹ ਗੱਲ ਅਲੱਗ ਹੈ, ਪਰ ਜਿਹੜਾ ਧਾਰਮਿਕ ਅਕੀਦਾ ਹੈ ਸਾਡਾ, ਅਸੀਂ ਆਪਣੇ ਗੁਰੂ ਤੋਂ ਸਿਵਾਏ ਕਿਸੇ ਦੂਜੇ ਅੱਗੇ ਸਿਰ ਨਹੀਂ ਝੁਕਾਉਣਾ। ਪਰ ਗੱਲ ਇੱਥੇ ਆਉਂਦੀ ਆ, ਉਹਨਾਂ ਨਾਲੋਂ ਵੀ ਕਰਮਕਾਂਡ ਸਾਡੇ ਡੇਰਿਆਂ ਵਿੱਚ ਸਾਡੀਆਂ ਆਪਣੀਆਂ ਜਿਹੜੀਆਂ ਆਪਣੀਆਂ ਸੰਪਰਦਾਵਾਂ ਅਖਵਾਈਆਂ ਜਾ ਰਹੀਆਂ ਉਹ ਸ਼ਰੇਆਮ ਕਰ ਰਹੀਆਂ। ਉੱਦਾਂ ਹੀ ਜਿਵੇਂ ਮੂਰਤੀਆਂ ਨੂੰ ਭੋਗ ਲਵਾਉਂਦੇ ਆ, ਉੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਏ ਜਾ ਰਹੇ ਆ। ਤਾਂ ਇਹ ਸਾਰੇ ਲੱਛਣ ਰਲਦੇ ਆ। ਇਕੱਲਾ ਤੁਸੀਂ ਇਹਨੇ ਤੇ ਨਾ ਕਹੋ ਵੀ ਅਸੀਂ ਇਸ ਬਿਆਨ ਦਾ ਖੰਡਨ ਕਰਦੇ ਹਾਂ ਜੀ, ਇਹ ਤਾਂ ਇਹਨੇ ਤੇ ਖਹਿੜਾ ਨਹੀਂ ਛੁੱਟਣਾ। ਇਹਦੇ ਨਾਲੋਂ ਜ਼ਿਆਦਾ ਇਹ ਹੁਣ ਤੁਹਾਨੂੰ ਲੱਕ ਬੰਨਣਾ ਪੈਣਾ ਵੀ ਅਗਲੇ ਤੁਹਾਡੇ ਗੁਰੂਆਂ ਦੇ ਨਾਂ ਤੇ ਉਹ ਗ੍ਰੰਥ ਲਿਖ ਕੇ, ਉਹੋ ਜਿਹੀਆਂ ਕਿਤਾਬਾਂ ਲਿਖ ਕੇ ਤੁਹਾਡੇ ਵਿੱਚ ਉਹ ਪ੍ਰਮੋਟ ਕਰ ਰਹੇ ਆ। ਤਾਂ ਕਈ ਵੀਰ ਸਾਨੂੰ ਕਹਿਣਗੇ ਅੱਛਾ ਵੀ ਤੁਹਾਡੇ ਕਾਲਜ ਵਿੱਚ ਇਹ ਚੀਜ਼ਾਂ ਪੜ੍ਹਾਉਂਦੇ ਨੇ। ਬਿਲਕੁਲ ਪੜ੍ਹਾਉਂਦੇ ਆ ਜੀ, ਅਸੀਂ ਸੂਰਜ ਪ੍ਰਕਾਸ਼ ਵੀ ਪੜ੍ਹਾਉਂਦੇ ਆ, ਪੜ੍ਹਾ ਕੇ ਦੱਸੀਦਾ ਉਹਦੇ ਵਿੱਚ ਆਹ ਸਹੀ ਆ, ਆਹ ਗਲਤ ਆ, ਇੰਨੀ ਗੱਲ ਗਲਤ ਹੈ, ਇੰਨੀ ਗੱਲ ਸਹੀ ਹੈ। ਤਾਂ ਇਹਦਾ ਅਰਥ ਇਹ ਨਹੀਂ ਵੀ ਪੜ੍ਹਾਉਣ ਨੂੰ। ਤੇ ਉੱਥੇ ਮੰਨ ਲਓ ਗਰੜ ਪੁਰਾਣ ਗ੍ਰੰਥ ਹੈ, ਮੈਂ 16-17 ਵਾਰ ਮੈਂ ਖੁਦ ਆਪ ਪੜ੍ਹਿਆ। ਜੇ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ ਨਾ ਕਿਹੜੀ ਗੱਲ ਸਹੀ ਹੈ, ਕਿਹੜੀ ਗੱਲ ਗਲਤ ਹੈ। ਕਈ ਵਾਰੀ ਕਹਿਣਗੇ ਜੀ ਅੱਛਾ ਤੁਹਾਡੇ ਆਹ ਗ੍ਰੰਥ ਪੜ੍ਹਾਉਂਦੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਕੀ ਕਿਤਾਬਾਂ ਬਾਕੀ ਗ੍ਰੰਥ ਵੀ ਪੜ੍ਹਾਏ ਜਾਂਦੇ ਆ, ਕਿਉਂਕਿ ਇਹ ਰੱਬੀ ਇਲਹਾਮ ਨਹੀਂ ਹੋਣਾ ਵੀ ਉੱਤੋਂ ਪੈਰਾਸੂਟ ਰਾਹੀਂ ਆਣ ਕੇ ਗਿਆਨ ਡਿੱਗ ਪੈਣਾ। ਤੁਹਾਨੂੰ ਪੜ੍ਹਿਆ ਹੀ ਪਤਾ ਲੱਗਣਾ। ਤੇ ਪੜ੍ਹਨ ਤੋਂ ਬਿਨਾਂ ਤੁਸੀਂ ਸਟੇਟਮੈਂਟ ਨਹੀਂ ਦੇ ਸਕਦੇ ਕਿਸੇ ਗ੍ਰੰਥ ਬਾਰੇ। ਤੁਸੀਂ ਪੜ੍ਹੋਗੇ, ਉਹਦਾ ਨਾਲ ਪੰਨਾ ਦੱਸੋਗੇ, ਭਾਈ ਆਹ ਗੱਲ ਹੈ। ਗੱਲ ਸਵਾਲ ਇਹ ਪੈਦਾ ਹੁੰਦਾ ਵੀ ਕੋਈ ਇਹਨਾਂ ਗ੍ਰੰਥਾਂ ਬਾਰੇ ਇਹ ਪ੍ਰੋੜਤਾ ਕਰੇ ਵੀ ਆਹ ਗੱਲ ਵੇਖੋ ਜੀ, ਆਹ ਬਿਲਕੁਲ ਸਹੀ ਲਿਖੀ ਹੈ। ਉੱਥੇ ਉਹਦਾ ਤੁਸੀਂ ਕਲਿੱਪ ਚਲਾਓ, ਉਹਦੀ ਵੀਡੀਓ ਚਲਾ ਕੇ ਉਸ ਚੀਜ਼ ਦਾ ਖੰਡਨ ਕਰੋ। ਇੱਦਾਂ ਕਹਿਣ ਨਾਲ ਗੁਜ਼ਾਰਾ ਨਹੀਂ ਹੋਣਾ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ, ਆਪ ਪੜ੍ਹੋ, ਸਮਝੋ, ਵਿਚਾਰੋ। ਸੂਰਜ ਪ੍ਰਕਾਸ਼ ਜਾਂ ਹੋਰ ਜਿੰਨੇ ਵੀ ਗ੍ਰੰਥ ਨੇ ਪਹਿਲਾਂ ਵੀ ਪੜ੍ਹਾਏ ਜਾਂਦੇ ਸੀ, ਹੁਣ ਵੀ ਪੜ੍ਹਾਏ ਜਾਂਦੇ ਨੇ। ਸਵਾਲ ਇਹ ਪੈਦਾ ਹੁੰਦਾ, ਉਹਦੇ ਵਿੱਚੋਂ ਇਹ ਕਿਹਾ ਜਾਂਦਾ ਵੀ ਆਹ ਗੁਰੂ ਸਾਹਿਬ ਦੀ ਗੱਲ ਤੁਹਾਡੇ ਸਾਹਮਣੇ ਦੋਵੇਂ ਚੀਜ਼ਾਂ ਪਈਆਂ ਹੋਈਆਂ ਨੇ, ਤੁਸੀਂ ਉਹਦੇ ਵਿੱਚੋਂ ਕੀ ਚੁਣਨਾ ਇਹ ਤੁਸੀਂ ਆਪ ਵੇਖਣਾ ਪੈਣਾ। ਹਰ ਕਿਤਾਬ ਜਿਹੜੀਆਂ ਪੁਰਾਣੀਆਂ ਜਿੰਨੀਆਂ ਵੀ ਤੁਸੀਂ ਕਿਤਾਬਾਂ ਵੇਖੋ, ਉਹਨਾਂ 'ਚ ਕੱਚ ਕਰੜ ਸਾਖੀਆਂ ਵੀ ਹੈਗੀਆਂ ਵਾ, ਸਾਰਾ ਕੁਝ ਹੀ ਭਰੋਸੇ ਹੋਇਆ। ਉਹ ਤਾਂ ਤੁਹਾਨੂੰ ਗੁਰਬਾਣੀ ਦੀ ਕਸਵੱਟੀ ਤੇ ਯਾਦ ਰੱਖਣਾ। ਸਾਡੇ ਟੀਚਰ ਉਸਤਾਦ ਇਹ ਗੱਲ ਬਾਰ-ਬਾਰ ਇਹ ਗੱਲ ਕਹਿੰਦੇ ਹੁੰਦੇ ਸੀ, ਜਿਨ੍ਹਾਂ ਕੋਲੋਂ ਅਸੀਂ ਸਿੱਖਿਆ ਲਈ। ਉਹਨਾਂ ਕਹਿਣਾ ਤੁਸੀਂ ਹਰ ਘਟਨਾ ਨੂੰ ਜਦੋਂ ਵੀ ਪੇਸ਼ ਕਰਨਾ ਕਸਵੱਟੀ ਗੁਰਬਾਣੀ ਦੀ ਲਾ ਕੇ ਵੇਖ ਲਓ ਵੀ ਜਿਹੜੀ ਘਟਨਾ ਗੁਰੂ ਦੀ ਸ਼ਖਸੀਅਤ ਨਾਲ ਮੇਲ ਖਾਂਦੀ ਆ ਉਹ ਤੁਸੀਂ ਸੰਗਤ ਨਾਲ ਸ਼ੇਅਰ ਕਰ ਦਿਓ, ਜਿਹੜੀ ਮੇਲ ਨਹੀਂ ਖਾਂਦੀ ਉਹ ਤੁਸੀਂ ਛੱਡ ਦਿਓ। ਜ਼ਰੂਰ ਸੁਣਾਉਣੀ ਹੈ ਤੁਸੀਂ ਵੀ ਜਦੋਂ ਤੁਹਾਡੇ, ਮੈਂ ਸੌਖੀ ਜੀ ਉਦਾਹਰਨ ਦਿੰਦਾ ਹੁੰਦਾ ਵੀ ਤੁਹਾਡੇ ਕਿਸੇ ਦਾਦੇ ਪੜਦਾਦੇ ਨੇ ਕੋਈ ਗਲਤ ਕੰਮ ਕੀਤਾ ਹੋਵੇ, ਪੋਤਰੇ ਤੱਕ, ਮੰਨ ਲਓ ਪੋਤਰੇ ਨੂੰ ਨਹੀਂ ਪਤਾ, ਪਿੰਡ ਵਿੱਚੋਂ ਕੋਈ ਬੰਦਾ, ਸ਼ਹਿਰ 'ਚੋਂ ਕੋਈ ਬੰਦਾ ਦੱਸੇ ਵੀ ਤੁਹਾਡੇ ਦਾਦੇ ਨੇ ਆਹ ਗਲਤ ਕੰਮ ਕੀਤਾ ਸੀ, ਤੇ ਪਿਓ ਆਪਣੇ ਪੁੱਤ ਦਾ ਮੂੰਹ ਬੰਦ ਕਰਨ ਦਾ ਵੀ ਤੈਨੂੰ ਕਿਸੇ ਨੇ ਗਲਤ ਕਿਹਾ, ਆਪਣਾ ਦਾਦਾ ਇਦਾਂ ਦਾ ਨਹੀਂ ਸੀ, ਭਾਵੇਂ ਇਦਾਂ ਦਾ ਹੋਵੇ ਵੀ। ਉਹ ਆਪਣੇ ਦਾਦੇ ਦੇ ਉਲਟ, ਆਪਣੇ ਪਿਤਾ ਦੇ ਉਲਟ ਨਹੀਂ ਆਪਣੇ ਪੁੱਤ ਨੂੰ ਕਦੀ ਦੱਸੇਗਾ। ਕਿਉਂ? ਉਹਨੂੰ ਪੋਜ਼ਿਟਿਵ ਵਿਚਾਰਾਂ ਦਿੰਦਾ। ਪਰ ਗੁਰੂ ਦੇ ਬਾਰੇ ਕੋਲੋਂ ਗੱਲਾਂ ਬਣਾ ਕੇ ਗੁਰੂ ਜੀ ਇੱਥੇ ਗਲਤ ਹੋ ਗਏ ਨੇ, ਗੁਰੂ ਸਾਹਿਬ ਜੀ ਇੱਥੇ ਗਲਤ ਹੋ ਗਏ ਨੇ। ਵੀ ਜੇ ਕਿਸੇ ਵਿਰੋਧੀ ਨੇ ਗੱਲ ਲਿਖ ਦਿੱਤੀ ਹੈ ਤਾਂ ਤੁਸੀਂ ਛਾਨਣੀ ਮਾਰ ਲਓ ਭਾਈ, ਤੁਸੀਂ ਵੇਖ ਲਓ ਆਹ ਗੱਲ ਸਹੀ ਹੈ ਤੇ ਆਹ ਗੱਲ ਗਲਤ ਹੈ। ਇਸ ਕਰਕੇ ਅਸੀਂ ਬਾਰ-ਬਾਰ, ਤੁਸੀਂ ਨੋਟ ਕੀਤਾ ਹੋਣਾ, ਇੱਕੋ ਗੱਲ ਤੇ ਜ਼ੋਰ ਦੇਈਦਾ, ਗੁਰਬਾਣੀ ਖੁਦ ਪੜ੍ਹੋ, ਗੁਰਬਾਣੀ ਦੇ ਆਪ ਅਰਥ ਭਾਵ ਵਿਚਾਰੋ, ਤੇ ਹਰ ਘਟਨਾ ਨੂੰ ਜਦੋਂ ਤੁਸੀਂ ਪਰਖ ਕੇ ਲੋਕਾਂ ਸਾਹਮਣੇ ਰੱਖਣਾ ਤੇ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖ ਕੇ ਆਪਾਂ ਸਮਾਜ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਨੀ ਆ। ਤੋ ਇਹ ਇਕਬਾਲ ਸੋਹਣੀ ਤੇ ਇੱਕ ਪ੍ਰਗਟ ਹੋ ਗਏ ਇਹੋ ਜੀ, ਇਹ ਬਹੁਤ ਵੱਡੀ ਲੌਬੀ ਪਿੱਛੇ ਤੁਰੀ ਆ ਰਹੀ ਆ, ਬਹੁਤ ਵੱਡੀ ਲੌਬੀ ਤੁਰੀ ਆ ਰਹੀ ਆ। ਇਹ ਪਹਿਚਾਨਣ ਦੀ ਲੋੜ ਆ। ਇਹੋ ਜਿਹੇ ਕਈ ਗ੍ਰੰਥੀ ਪ੍ਰਚਾਰਕ ਜਿਹੜੇ ਜਿੱਦ ਨਾਲ, ਅੱਜ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਤੇ ਕਈ ਦੀ ਜਾਈਦਾ ਨਾ, ਉਹ ਜਿੱਦ ਨਾਲ ਧੱਕੇ ਨਾਲ ਕਮੇਟੀਆਂ ਦੇ ਰੋਕਣ ਦੇ ਬਾਵਜੂਦ ਵੀ ਧੱਕੇ ਨਾਲ ਕਿਤੇ ਨਾ ਕਿਤੇ ਉਹਨਾਂ ਗ੍ਰੰਥਾਂ 'ਚੋਂ ਉਹ ਪੰਕਤੀਆਂ ਪੜ੍ਹ ਜਾਂਦੇ ਆ। ਉੱਥੇ ਫਿਰ ਕਮੇਟੀਆਂ ਸੁਚੇਤ ਵਾ, ਉਹ ਕਰ ਜਾਂਦੀਆਂ, ਕਹਿੰਦੇ ਨਾ ਭਾਈ ਤੈਨੂੰ ਸੱਦਿਆ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਕੀਰਤਨ ਕਰਕੇ ਸੰਗਤਾਂ ਨੂੰ ਸੁਣਾ। ਤੋ ਇਹ ਇਕੱਲੇ ਇੱਕ ਨਹੀਂ ਹੈਗੇ, ਬਹੁਤ ਨੇ ਇੱਦਾਂ ਦੇ ਜਿਹੜੇ ਕਈ ਰਾਗੀ ਤੁਸੀਂ ਵੇਖਿਆ ਮੂਰਤੀਆਂ ਦੇ ਸਾਹਮਣੇ ਜਾ ਕੇ ਉਹ ਸ਼ਬਦ ਪੜ੍ਹ ਕੇ ਤੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਸੁਚੇਤ ਹੋ, ਇੱਥੇ ਨਾਲ ਪ੍ਰਬੰਧਕ ਕਮੇਟੀਆਂ ਨੂੰ ਵੀ ਜਾਗਣ ਦੀ ਲੋੜ ਆ, ਤਾਂ ਕਿ ਅਸੀਂ ਸਮੇਂ ਦੇ ਹਾਣੀ ਬਣ ਕੇ ਜਿਹੜਾ ਵਾ ਉਹ ਚੋਣ ਕਰ ਸਕੀਏ। ਵੇਖੋ ਜਿਨ੍ਹਾਂ ਦਾ ਹੈ ਉਹ ਉਹਨਾਂ ਨੂੰ ਮੁਬਾਰਕ ਹੈ, ਵੇਖੋ ਜਿਨ੍ਹਾਂ ਦਾ ਉਹਨਾਂ ਦਾ ਅਕੀਦਾ ਹੈ ਉਹ ਮੰਨਣ, ਜੰਮ ਮੰਨਣ। ਪਰ ਭਾਈ ਗੱਲ ਇਹ ਹੈ, ਇੱਕ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਇਹੋ ਜਿਹੇ 4-5 ਝੁੱਡੂ ਬੰਦਿਆਂ ਨੂੰ ਵੇਖ ਕੇ ਇਹ ਨਾ ਅੰਦਾਜ਼ੇ ਲਾਇਆ ਕਰੋ ਵੀ ਸ਼ਾਇਦ ਸਾਰੀ ਸਿੱਖ ਕੌਮ ਹੀ ਜਿਹੜੀ ਆ ਇੱਦਾਂ ਦੀ ਕਰਮਕਾਂਡ ਕਰਦੀ ਹੈ। ਨਹੀਂ, ਅਜੇ ਵੀ ਸੈਂਕੜੇ ਨਹੀਂ ਹਜ਼ਾਰਾਂ ਪਰਿਵਾਰ ਇੱਦਾਂ ਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਕਿਸੇ ਹੋਰ ਦੇ ਉੱਤੇ ਵਿਸ਼ਵਾਸ, ਨਾ ਕੋਈ ਕਰਮਕਾਂਡ ਕਰਦੇ ਆ, ਨਾ ਬੇਈਮਾਨੀ ਠੱਗੀ ਕਰਦੇ ਆ, ਨਾ ਕਿਸੇ ਦੇਹਧਾਰੀ ਬਾਬੇ ਦੇ ਪੈਰਾਂ 'ਚ ਸਿਰ ਰੱਖ ਕੇ ਮੱਥਾ ਟੇਕਦੇ ਆ। ਇਹ
ਬਹੁਤ ਸਿੱਖ ਹੈਗੇ ਨੇ। ਤੋ ਇਹ ਸਿਰਫ ਇਹਨਾਂ ਬੰਦਿਆਂ ਨੂੰ ਵੇਖ ਕੇ ਤੁਸੀਂ ਅੰਦਾਜ਼ੇ ਨਾ ਲਾਓ ਕਿ ਸ਼ਾਇਦ ਸਾਰੇ ਸਿੱਖ ਹੀ ਇਹ ਬ੍ਰਾਹਮਣ ਕਰਮਕਾਂਡ ਕਰਦੇ। ਜਦੋਂ ਨਸ਼ਿਆਂ ਬਾਰੇ ਗੱਲ ਚੱਲਦੀ ਆ, ਤੁਸੀਂ ਨੋਟ ਕੀਤਾ ਹੋਣਾ, ਉਦੋਂ ਕਹਿੰਦੇ ਪੰਜਾਬ ਨਸ਼ਿਆਂ 'ਚ ਰੁੜ ਗਿਆ। ਨਹੀਂ ਰੁੜਿਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਅਜੇ ਬਹੁਤ ਨੌਜਵਾਨ ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚ ਐਸੇ ਵੀ ਹੈਗੇ ਜਿਹੜੇ ਨਸ਼ਿਆਂ ਨੂੰ ਟੱਚ ਨਹੀਂ ਕਰਦੇ, ਸਗੋਂ ਨਸ਼ੇ ਛਡਾਉਣ ਵਿੱਚ ਆਪਣੇ ਆਪ ਨੂੰ ਉਹ ਸ਼ਾਮਲ ਕਰਦੇ ਆ। ਬਹੁਤ ਨੌਜਵਾਨ ਸੇਵਾ ਲੋਕ ਭਲਾਈ ਦੇ ਕੰਮਾਂ 'ਚ ਵੀ ਮੂਹਰੇ ਹੋ ਕੇ ਤੁਰਦੇ ਆ, ਉਹ ਵੀ ਇਸੇ ਪੰਜਾਬ 'ਚ ਹੀ ਬੈਠੇ ਆ। ਜੇ ਮੈਂ ਆਪਣੀ ਗੱਲ ਹੀ ਕਰਾਂ, ਮੈਂ ਇਸੇ ਪੰਜਾਬ 'ਚ ਬੈਠਾ, ਸਾਡੇ ਇਰਦ ਗਿਰਦ ਕਿੰਨੇ ਨੌਜਵਾਨ ਆ ਜਿਹੜੇ ਐ ਨਰੋਏ ਗੁਰਮਤਿ ਸਮਾਗਮ ਹੀ ਕਰਦੇ ਆ, ਲੋਕ ਭਲਾਈ ਦੇ ਕੰਮਾਂ ਵਿੱਚ ਵੀ ਅੱਗੇ ਹੋ ਕੇ ਭਾਗ ਲੈਂਦੇ ਆ। ਸਾਰਿਆਂ ਨੂੰ ਤੁਸੀਂ ਇੱਕੇ ਰਸੇ ਨਹੀਂ ਬੰਨ੍ਹ ਸਕਦੇ ਵੀ ਪੰਜਾਬ ਖਤਮ ਹੋ ਗਿਆ, ਪੰਜਾਬ ਮਰ ਗਿਆ। ਨਹੀਂ, ਬਚੇਗਾ ਪੰਜਾਬ, ਆਪਾਂ ਰਲ ਕੇ ਬਚਾਉਣਾ ਹੈ, ਹਿੰਮਤ ਮਾਰਨੀ ਆਪਾਂ। ਜਦੋਂ ਗੁਰੂ ਦੀ ਬਾਣੀ ਦੀ ਵਿਚਾਰਧਾਰਾ ਸਾਡੇ ਕੋਲ ਹੋਏਗੀ ਤੇ ਆਪਾਂ ਨੂੰ ਸਮਝਣਾ ਪੈਣਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਰੇ ਵਾਲੀ ਗੱਲ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਹੈ। ਸਾਰਿਆਂ ਦਾ ਧੰਨਵਾਦ, ਤੁਸੀਂ ਬੜਾ ਸਮਾਂ ਕੱਢ ਕੇ ਗੁਰੂ ਦੀਆਂ ਵਿਚਾਰਾਂ ਆਪਾਂ ਨਾਲ ਸਾਂਝੀਆਂ ਕੀਤੀਆਂ ਵੀ ਜਿੱਦਾਂ ਨਸ਼ਿਆਂ ਦਾ ਦੌਰ ਚੱਲ ਰਿਹਾ। ਭਾਈ ਆਪ ਸੁਚੇਤ ਹੋ, ਕਿਸੇ ਨੇ ਨਹੀਂ ਬਚਾਉਣਾ, ਕਿਸੇ ਸਰਕਾਰ ਨੇ, ਕਿਸੇ ਤਾਂਤਰਿਕ, ਕਿਸੇ ਬਾਬੇ ਨੇ ਨਹੀਂ ਬਚਾਉਣਾ। ਤੇ ਇਹ ਇਕਬਾਲ ਸਿੰਘ ਵਰਗੇ ਜਿਹੜੀ ਹੋਰ ਪਿੱਛੇ ਕੜੀ ਹੈ ਉਹਨਾਂ ਨੂੰ ਵੀ ਨਾਲ ਪਹਿਚਾਨਣ ਦੀ ਜ਼ਰੂਰਤ ਹੈ। ਸਾਰਿਆਂ ਦਾ ਧੰਨਵਾਦ। ਸਮੇਂ ਤੁਹਾਡੇ ਨਾਲ ਇੱਦਾਂ ਆਪਾਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਕਰਦੇ ਆਵਾਂਗੇ। ਤੁਸੀਂ ਰੋਜ਼ ਆਸਾ ਕੀ ਵਾਰ ਦੀ ਬਣਦੀ ਵਿਚਾਰ ਸ਼ਾਮਾਂ ਨੂੰ 8 ਤੋਂ 8:30 ਪੌਣੇ 9 ਵਜੇ ਤੱਕ ਰੋਜ਼ਾਨਾ ਆਉਂਦੀ ਆ, ਤੁਸੀਂ ਰੋਜ਼ ਸੁਣਦੇ ਵੀ ਹੋ। ਗੁਰੂ ਬਖਸ਼ਿਸ਼ ਕਰੇ, ਰਲ ਮਿਲ ਕੇ ਆਪਾਂ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਉਂਦੇ ਰਹੀਏ। ਸਾਰੇ ਵੀਰ ਜਿੱਥੇ ਬੈਠੇ ਆ, ਕੋਈ ਦੇਸ਼ ਬੈਠਾ, ਕੋਈ ਵਿਦੇਸ਼ ਬੈਠਾ, ਜਿੱਥੇ ਵੀ ਬੈਠੇ ਆ, ਬਾਣੀ ਦੀ ਵਿਚਾਰ ਦੀ ਸੇਵਾ ਕਰ ਰਹੇ ਆ ਤਾਂ ਕਿ ਆਪਾਂ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਸਕੀਏ ਤੇ ਕੌਮ ਨੂੰ ਜਗਾਉਣ ਵਿੱਚ ਆਪਣਾ ਰੋਲ ਅਦਾ ਕਰ ਸਕੀਏ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਤੇ ਬੜੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।